ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤੁਸੀਂ ਦੇਖ ਰਹੇ ਹੋ ਪੀਬੀਸੀ ਤੇ ਮੈਂ ਸੰਦੀਪ ਸਿੰਘ। ਛੋਟੇ ਹੁੰਦੇ ਸੀ ਤੇ ਰਿਸ਼ਤੇਦਾਰੀ ਚੋਂ ਕੋਈ ਸੱਜਣ, ਕੋਈ ਪਰਿਵਾਰਕ ਮੈਂਬਰ, ਕੋਈ ਮਾਸੀ ਦਾ ਮੁੰਡਾ ਜਾਂ ਕੋਈ ਮਾਮੇ ਦਾ ਮੁੰਡਾ ਤੇ ਜਾਂ ਕੋਈ ਹੋਰ ਤਾਏ ਦਾ ਮੁੰਡਾ ਜਾਂ ਚਾਚੇ ਦਾ ਮੁੰਡਾ ਜਾਂ ਪਿੰਡ ਚੋਂ ਕੋਈ ਨਾ ਕੋਈ ਕਹਿੰਦੇ ਸੀ ਦੁਬਈ ਗਿਆ ਜਾਂ ਵਲੈਤ ਨੂੰ ਗਿਆ ਆ। ਵਲੈਤ ਨੂੰ ਯਾਨੀ ਕਿ ਇੰਗਲੈਂਡ ਨੂੰ ਗਿਆ। ਉਦੋਂ ਵਲੈਤੀਏ ਬੜਾ ਸਾਦੇ ਹੁੰਦੇ ਸੀਗੇ ਤੇ ਸਾਡੇ ਰਿਸ਼ਤੇਦਾਰ ਵਲੈਤ ਨੂੰ ਗਏ ਹੋਏ ਨੇ ਤਾਂ ਬੜਾ ਆਪਾਂ ਮਾਣ ਹੁੱਬ ਕੇ ਆਪਾਂ ਕਹਿੰਦੇ ਹੁੰਦੇ ਸੀ ਕਿ ਸਾਡਾ ਮਾਮਾ ਬਾਹਰ ਆ। ਕਿਸੇ ਕੰਟਰੀ ਵਿੱਚ ਵੀ ਹੋਵੇ ਕਿ ਉਹਨਾਂ ਉਦੋਂ ਉਸ ਸਮੇਂ ਦੇ ਵਿੱਚ ਇੰਨਾ ਮੈਟਰ ਨਹੀਂ ਕਰਦਾ ਹੁੰਦਾ ਸੀ। ਬਸ ਇਹੀ ਹੁੰਦਾ ਸੀਗਾ ਕਿਉਂਕਿ ਇਹ ਇੱਕ ਗੁੰਜੀ ਰਮਜ ਸੀਗੀ, ਸਾਡਾ ਬੰਦਾ ਬਾਹਰ ਆ, ਯਾਨੀ ਕਿ ਆਪਣੇ ਦੇਸ਼ ਤੋਂ ਬਾਹਰ ਚਲਿਆ ਗਿਆ। ਕਿਸ ਕੰਟਰੀ ਦੇ ਵਿੱਚ ਚਲਿਆ ਗਿਆ ਇਹਦੇ ਬਾਰੇ ਨਹੀਂ ਕੋਈ ਹੁੰਦਾ ਸੀਗਾ ਜਾਣਕਾਰੀ, ਜਾਣੀ ਕੋਈ ਆਪਾਂ ਲੈਣੀ ਚਾਹੁੰਦਾ। ਇਹ ਹੁੰਦਾ ਸੀਗਾ ਵੀ ਸਾਡਾ ਬੰਦਾ ਬਾਹਰ ਗਿਆ ਹੈ ਜੀ, ਉਦੋਂ ਇਹੀ ਹੁੰਦਾ ਸੀ ਬਾਹਰ ਚਲ ਗਿਆ। ਵਲੈਤੀਆਂ ਦੀ ਆਪਾਂ ਜੇ ਗੱਲ ਕਰੀਏ ਤਾਂ ਵਲੈਤ ਦੇ ਵਿੱਚ ਤਾਂ ਉਦੋਂ ਪਰਿਵਾਰਕ ਮੈਂਬਰ ਕਾਫੀ ਆ ਗਏ ਸਨ। ਤੇ ਆਪਾਂ ਜੇ ਗੱਲ ਕਰੀਏ ਹੋਰ ਦੇਸ਼ਾਂ ਦੀ, ਜੇ ਆਪਾਂ ਯੂਰਪੀਅਨ ਕੰਟਰੀਆਂ ਦੀ ਗੱਲ ਕਰ ਲਈਏ ਤਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਜਿਹੜਾ ਤਕਰੀਬਨ 90 ਤੋਂ ਬਾਅਦ ਹੀ ਜਿਹੜਾ ਲੋਕਾਂ ਨੇ ਜਿਹੜਾ ਮੂਵ ਹੋਣਾ ਸ਼ੁਰੂ ਕੀਤਾ। ਘਰਾਂ ਦੇ ਘਰ ਖਾਲੀ ਹੋਣੇ ਸ਼ੁਰੂ ਹੋ ਗਏ। ਇਹ ਆਪਾਂ ਜੇ ਗੱਲ ਕਰੀਏ ਤਾਂ ਤਕਰੀਬਨ 2010 ਤੋਂ ਬਾਅਦ ਦੀ ਗੱਲ। 2023 'ਚ ਆਪਾਂ ਪਹੁੰਚ ਚੁੱਕੇ ਹਾਂ। 2010 ਦੇ ਤੋਂ ਬਾਅਦ ਜਿਹੜਾ ਉਹ ਤਕਰੀਬਨ ਇੱਕ ਇਹੋ ਜਿਹੀ ਬਹੀਰ ਚੱਲੀ ਬਾਹਰ ਦੇ ਨਾਂ ਨੂੰ ਲੈ ਕੇ ਕਿ ਅਸੀਂ ਬਾਹਰ ਹੀ ਜਾਣਾ। ਕਿਉਂਕਿ ਜੇ ਆਪਾਂ ਪਹਿਲੇ ਸਮੇਂ ਦੀ ਆਪਾਂ ਗੱਲ ਕਰ ਲਈਏ ਨਾ, ਤੇ ਪਹਿਲੇ ਸਮੇਂ ਦੇ ਵਿੱਚ ਕੋਸ਼ਿਸ਼ ਉਹੀ ਹੁੰਦੀ ਸੀ ਕਿ ਆਪਾਂ ਆਪਣੇ ਘਰ ਦੇ ਹਾਲਾਤ ਸੁਧਾਰਨੇ ਨੇ, ਕੁਛ ਸਮਾਂ ਬਾਅਦ ਮਿਹਨਤ ਕਰਾਂਗੇ ਤੇ ਆਪਾਂ ਆ ਕੇ ਵਿਆਹ ਵੀ ਕਰਵਾਉਣਾ ਤੇ ਆਪਣੇ ਮਾਪੇ ਦੀ ਜ਼ਿੰਦਗੀ ਨੂੰ ਆਪਾਂ ਸੁਧਾਰਾਂਗੇ ਤੇ ਆਪਣੀ ਜਿਹੜੀ ਜ਼ਿੰਦਗੀ ਆਪਾਂ ਇੱਥੇ ਆ ਕੇ ਜਿਹੜੀ ਵਧੀਆ ਆਪਣੇ ਪਿੰਡ ਦੇ ਵਿੱਚ ਕੱਟਾਂਗੇ। ਕੋਈ ਨਾ ਕੋਈ ਬਿਜ਼ਨਸ ਸ਼ੁਰੂ ਕਰ ਲਾਂਗੇ, ਕੋਈ ਕਾਰੋਬਾਰ ਸ਼ੁਰੂ ਕਰ ਲਾਂਗੇ ਤੇ ਉਹ ਆਪਣਾ ਕਾਰੋਬਾਰ ਆਪਾਂ ਰਹਿ ਕੇ ਆਪਣੇ ਪਿੰਡ ਦੇ ਵਿੱਚ ਉਹ ਆਪਣੀ ਜ਼ਿੰਦਗੀ ਜਿਹੜੀ ਗੁਜ਼ਾਰਾਂਗੇ। ਪਰ ਸਮੇਂ ਨੇ ਇਹੋ ਜਿਹੀ ਕਰਵਟ ਲਈ, ਇਹੋ ਜਿਹਾ ਪਾਸਾ ਪਲਟਿਆ ਕਿ ਆਪਾਂ ਆਪਣੇ ਪਿੰਡ ਪੱਕੇ ਤੌਰ ਤੇ ਛੱਡਣੇ ਸ਼ੁਰੂ ਕਰ ਦਿੱਤੇ। ਕੀ ਕਾਰਨ ਰਿਹਾ, ਕਿਹੜੀਆਂ ਊਣਤਾਈਆਂ ਰਹਿ ਗਈਆਂ ਸਾਡੀ ਪਰਵਰਿਸ਼ ਵਿੱਚ, ਸਾਡੇ ਪਿੰਡ ਦੇ ਵਿੱਚ, ਸਾਡੇ ਸ਼ਹਿਰ ਦੇ ਵਿੱਚ, ਸਾਡੇ ਗ੍ਰਾਂ ਦੇ ਵਿੱਚ, ਕਿ ਅਸੀਂ ਆਪਣੇ ਪਿੰਡ ਨਾਲ ਸਾਨੂੰ ਪਿਆਰ ਨਹੀਂ ਰਿਹਾ, ਕਿਉਂ ਨਹੀਂ ਰਿਹਾ? ਆਪਾਂ ਇਹਨਾਂ ਮੁੱਦਿਆਂ ਤੇ ਅੱਜ ਆਪਾਂ ਗੱਲਬਾਤ ਕਰਨੀ ਨੇ। ਮੇਰੇ ਨਾਲ ਨੇ ਮਨਜੀਤ ਸਿੰਘ ਜੱਸੋ ਮਜਾਰਾ, ਉਹਨਾਂ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ ਤੇ ਫਿਰ ਇਸ ਮੁੱਦੇ ਤੇ ਕਰਦੇ ਹਾਂ ਗੱਲਬਾਤ। ਮਨਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਨਜੀਤ ਸਿੰਘ ਜੀ, ਤੁਸੀਂ ਟਾਈਟਲ ਆਪਣਾ ਦੇਖ ਹੀ ਲਿਆ ਜੀ। ਬਿਲਕੁਲ, ਕਿ ਕਦੋਂ ਪਤਾ ਵੀ ਨਹੀਂ ਲੱਗਿਆ ਐਸੀ ਜਹਾਜ਼ ਨੇ ਉਡਾਰੀ ਭਰੀ ਕਿ ਅਸੀਂ ਆਪਣੇ ਘਰਾਂ ਦੇ ਮਹਿਮਾਨ ਬਣ ਗਏ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਬਿਲਕੁਲ ਜੀ, ਇਹ ਘਰ ਘਰ ਦੀ ਇੱਕ ਕਹਾਣੀ ਆ। ਘਰ ਘਰ ਦੀ ਜਿੱਥੇ ਜਿੱਥੇ ਅਸੀਂ ਰਹਿ ਰਹੇ ਹਾਂ, ਜਿੱਥੇ ਮਤਲਬ ਸਾਡੇ ਜਿਸ ਧਰਤੀ ਨਾਲ ਅਸੀਂ ਜੁੜੇ ਆ ਪਿੱਛੋਂ ਪੰਜਾਬ ਦੇ ਵਿੱਚ ਜੀ। ਜਦੋਂ ਗੱਲ ਤੁਸੀਂ ਕੀਤੀ ਆ ਬਈ ਅਸੀਂ ਘਰਾਂ ਵਿੱਚ ਆਪਣੇ ਮਹਿਮਾਨ ਬਣ ਗਏ ਜੀ। ਮਹਿਮਾਨ ਬਣਨਾ ਮਤਲਬ ਮੈਂ ਕਲੀਅਰ ਕਰ ਦਵਾਂ ਪੂਰੀ ਇਹ ਗੱਲ ਨੂੰ ਵੀ ਮਹਿਮਾਨ ਬਣਨਾ ਇਹ ਹੋ ਗਿਆ ਵੀ ਜਦੋਂ ਅਸੀਂ ਇੱਥੋਂ ਛੁੱਟੀ ਕੱਟਣ ਉੱਥੇ ਜਾਈਦਾ ਤੇ ਉੱਥੇ ਜਿਹੜੇ ਪਿੰਡ ਦੇ ਨਿਵਾਸੀ ਆ ਜਾਂ ਘਰ ਦੇ ਆ ਜਾਂ ਰਿਸ਼ਤੇਦਾਰ ਆ, ਉਹ ਪੁੱਛਣਾ ਸ਼ੁਰੂ ਕਰ ਦਿੰਦੇ ਸਾਨੂੰ ਵੀ ਤੁਸੀਂ ਵਾਪਸ ਕਦੋਂ ਜਾਣਾ, ਕਿੰਨੀ ਕੁ ਛੁੱਟੀ ਆ। ਇਹ ਗੱਲ ਹੁੰਦੀ ਨਾ, ਹਰ ਕਦੇ ਮੂੰਹ ਤੇ ਇਹ ਗੱਲ ਹੁੰਦੀ ਐਤਕੀ ਮਨਜੀਤ ਸਿੰਘ ਕਿੰਨੀ ਛੁੱਟੀਆਂ ਆ। ਹਾਂਜੀ, ਤੇ ਉਹ ਬੰਦਾ ਫਿਰ ਉਦੋਂ ਫੀਲ ਕਰਦਾ ਯਾਰ ਮੈਂ ਤਾਂ ਆਪਣੇ ਘਰ ਆਇਆ ਇੱਥੇ ਤੇ ਮੇਰੀ ਧਰਤੀ ਆ, ਮੈਂ ਜੰਮਿਆ ਪਲਿਆ ਇੱਥੇ, ਮੇਰਾ ਘਰ ਆ, ਮੇਰੇ ਪੁਰਖਿਆਂ ਦਾ ਘਰ ਆ, ਅਸੀਂ ਇੱਥੇ ਆਏ ਆ। ਤੇ ਇਹਦਾ ਮਤਲਬ ਇਹ ਥੋੜੇ ਹੁਣ ਤੁਸੀਂ ਜੇ ਹੁਣ ਮੰਨ ਲਓ ਅਸੀਂ ਜਾ ਕੇ ਪੱਕਾ ਰਹਿਣਾ ਹੋਵੇ ਫਿਰ ਹਾਂਜੀ, ਤੇ ਗੱਲ ਉਹ ਆ ਨਾ ਵੀ ਮਤਲਬ ਅਸੀਂ ਸਾਡੀ ਆਪਣੀ ਧਰਤੀ ਦੇ ਵਿੱਚ ਅਸੀਂ ਆਪਣੇ ਆਪ ਉੱਥੇ ਹੀ ਮਹਿਮਾਨ ਬਣ ਗਏ ਅਸੀਂ ਆਪਣੇ ਘਰ ਦੇ ਵਿੱਚ ਹੀ। ਸੋ ਇਹ ਕਦੀ ਸੋਚਿਆ ਵੀ ਨਹੀਂ ਸੀ ਅਸੀਂ ਵੀ ਸਾਡੇ ਨਾਲ ਵੀ ਇਦਾਂ ਹੋਊਗੀ। ਕਿਉਂਕਿ ਲੋਕ ਜਿੱਦਾਂ ਤੁਸੀਂ ਪਹਿਲੀ ਗੱਲ ਕੀਤੀ ਆ ਵੀ 90 ਤੋਂ ਬਾਅਦ ਵਿੱਚ ਆਉਣੇ ਸ਼ੁਰੂ ਹੋਏ ਆ ਬਾਹਰਲੀਆਂ ਕੰਟਰੀਆਂ ਨੂੰ ਥੋੜੇ ਕਰਕੇ, ਮਤਲਬ ਜਿੱਦਾਂ ਹਾਲਾਤ ਉਦੋਂ ਪੰਜਾਬ ਦੇ ਇਦਾਂ ਦੇ ਸੀ। ਹਾਂਜੀ, ਪਹਿਲਾਂ ਲੋਕ ਜਦੋਂ ਜਾਂਦੇ ਸੀ ਤਾਂ ਉਹ ਦੁਬਈ ਵਿੱਚ ਜਾਂ ਜਿਹੜੀਆਂ ਅਰਬ ਕੰਟਰੀਆਂ ਆ ਉਹਨਾਂ ਵਿੱਚ ਜ਼ਿਆਦਾ ਉਹਨਾਂ ਦਾ ਰੁਝਾਨ ਸੀ ਲੋਕਾਂ ਦਾ। ਤੇ ਉੱਥੇ ਉਹ 2 ਸਾਲ 4 ਸਾਲ ਦਾ ਜਿੰਨਾ ਪੀਰੀਅਡ ਹੁੰਦਾ ਸੀ ਉਹ ਲਾ ਕੇ ਤੇ ਆਪਣੇ ਵਾਪਸ ਪਿੰਡ ਨੂੰ ਮੁੜ ਆਉਂਦੇ ਸੀ ਤੇ ਆਪਣੇ ਜਿਹੜੇ ਕਾਰੋਬਾਰ ਦੇ ਵਿੱਚ ਰਹਿੰਦੇ ਸੀ। ਜਦੋਂ ਯਾਨੀ ਕਿ ਜਦੋਂ ਮਨਜੀਤ ਸਿੰਘ ਜਦੋਂ ਹਾਲਾਤ ਸੁਧਰ ਜਾਂਦੇ ਸੀ ਨਾ ਤੇ ਉਦੋਂ ਬੰਦਾ ਕੋਸ਼ਿਸ਼ ਕਰਦਾ ਵੀ ਹੁਣ ਮੇਰੇ ਹਾਲਾਤ ਜਿਹੜੇ ਉਹ ਸੁਧਰ ਗਏ ਆ, ਮੈਂ ਕਿਸੇ ਦਾ ਕੋਈ ਕਰਜ਼ਾ ਦੇਣਾ ਨਹੀਂ ਤਾਂ ਮੈਂ ਆਪਣਾ ਕੋਈ ਨਾ ਕੋਈ ਮਾੜਾ ਮੋਟਾ ਕਾਰੋਬਾਰ ਇੱਥੇ ਸ਼ੁਰੂ ਕਰ ਲੈਂਦਾ ਬੰਦਾ। ਹਾਂਜੀ, ਤੇ ਉਹਦੇ ਨਾਲ ਇਦਾਂ ਹੁੰਦੀ ਸੀ ਵੀ 2-4 ਸਾਲ ਲਾਏ ਆਪਣੇ ਪਰਿਵਾਰ ਵਿੱਚ, ਫੇਰ ਆ ਕੇ ਕਾਰੋਬਾਰ ਕੀਤਾ ਆਪਣਾ, ਜੋ ਖੇਤੀਬਾੜੀ ਦਾ ਸੀ ਜਾਂ ਕੋਈ ਵੀ ਦੁਕਾਨਦਾਰੀ ਕੁਛ ਵੀ ਕਰਦਾ ਸੀ। ਉਸ ਤੋਂ ਬਾਅਦ ਬੰਦਾ ਫਿਰ 2-4 ਸਾਲ ਬਾਅਦ ਫੇਰ ਕਿਤੇ ਗੇੜਾ ਲਾ ਜਾਂਦਾ ਫਿਰ ਇਦਾਂ। ਪਰ ਉਸ ਤੋਂ ਬਾਅਦ ਰੁਝਾਨ ਸ਼ੁਰੂ ਹੋਇਆ ਯੂਰਪ ਕੰਟਰੀਆਂ ਵੱਲ ਜ਼ਿਆਦਾ। ਤਾਂ ਮੈਂ ਮਨਜੀਤ ਸਿੰਘ ਸੌਰੀ ਤੁਹਾਡੇ ਵਿੱਚੋਂ ਗੱਲ ਟੋਕਦਾ, ਤੇ ਉਦੋਂ ਜਦੋਂ ਆਪਾਂ ਜਿਸ ਸਮੇਂ ਦੀ ਗੱਲ ਕਰਦੇ ਤਾਂ ਉਦੋਂ ਵਲੈਤੀਏ ਕਿਸੇ ਪਿੰਡ ਵਿੱਚ ਹੁੰਦਾ ਸੀ। ਮਤਲਬ ਜੇ ਕਿਸੇ 4 ਪਿੰਡਾਂ ਦੇ ਵਿੱਚੋਂ ਕੋਈ ਵਲੈਤ ਨੂੰ ਗਿਆ ਹੁੰਦਾ ਸੀ ਨਾ ਤੇ ਉਹ ਤਕਰੀਬਨ 4-5 ਪਿੰਡਾਂ ਦੇ ਵਿੱਚ ਪਤਾ ਹੁੰਦਾ ਸੀ ਫਲਾਣੇ ਦਾ ਪਰਿਵਾਰ ਜਿਹੜਾ ਉਹ ਵਲੈਤ ਗਿਆ ਇਦਾਂ ਹੀ ਹੁੰਦੀ ਸੀ ਜੀ। ਤੇ ਉਹ ਯੂਰਪ ਨੂੰ ਰੁਝਾਨ ਸ਼ੁਰੂ ਹੋ ਗਿਆ ਤੇ ਯੂਰਪ ਨੂੰ ਰੁਝਾਨ ਜਦੋਂ ਸ਼ੁਰੂ ਹੋਇਆ ਤੇ ਬੰਦੇ ਫਿਰ ਜਿਹੜੇ ਆ ਉਹ ਬਾਹਰਲੀਆਂ ਕੰਟਰੀਆਂ ਵਿੱਚ ਆਏ, ਜਿੱਦਾਂ ਅਸੀਂ ਵੀ ਉਹਨਾਂ ਵਿੱਚੋਂ ਇੱਕ ਸੀਗੇ।
ਤੇ ਬਾਹਰ ਆ ਕੇ ਫਿਰ ਜਿੱਦਾਂ ਹੋਰ ਕੰਟਰੀਆਂ ਯੂਰਪ ਦੀਆਂ, ਜਰਮਨ ਹੋ ਗਿਆ, ਫਰਾਂਸ ਹੋ ਗਿਆ, ਇਟਲੀ ਹੋ ਗਈ, ਸਪੇਨ ਹੋ ਗਿਆ, ਪੁਰਤਗਾਲ, ਇਹਨਾਂ ਮਤਲਬ ਕੰਟਰੀਆਂ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਜਿਹੜਾ ਉਹ ਸ਼ੁਰੂ ਹੋ ਗਿਆ। ਉਦੋਂ ਸ਼ੁਰੂ ਹੋਇਆ, ਫਿਰ ਹੌਲੀ ਹੌਲੀ ਪੇਪਰ ਖੁੱਲ ਗਏ, ਇਮੀਗ੍ਰੇਸ਼ਨ ਖੁੱਲੀ, ਪੇਪਰ ਬਣ ਗਏ, ਇਲੀਗਲ ਸੀਗੇ ਲੀਗਲ ਹੋ ਗਏ। ਫਿਰ ਉੱਥੋਂ ਕਰਦੇ ਕਰਦੇ ਫਿਰ ਅਸੀਂ ਆਪਣੇ ਪਰਿਵਾਰ ਜਿਹੜੇ ਸੀ ਉਹ ਇੱਥੇ ਸੱਦਣੇ ਸ਼ੁਰੂ ਕਰ ਦਿੱਤੇ, ਮੈਰਿਜਾਂ ਕਰਵਾਈਆਂ ਉੱਥੇ ਜਾ ਕੇ। ਉੱਥੇ ਆ ਕੇ ਫਿਰ ਪਰਿਵਾਰ ਇੱਧਰ ਆ ਗਏ ਇਹਨਾਂ ਕੰਟਰੀਆਂ 'ਚ। ਇੱਥੋਂ ਫਿਰ ਗਾਂ ਫਿਰ ਮਤਲਬ ਕੋਈ ਨਾ ਕੋਈ ਕਿਤੇ ਚਲ ਗਿਆ, ਕੋਈ ਕਿਤੇ ਚਲ ਗਿਆ। ਸੋ ਇਦਾਂ ਦਾ ਪ੍ਰਵਾਸ ਜਿਹੜਾ ਉਹ ਚੱਲਦਾ ਚੱਲਦਾ ਇੱਕ ਇਹੋ ਜਿਹੀ ਸਟੇਜ ਆ ਗਈ ਕਿ ਬੰਦਾ ਜਦੋਂ ਆਪਣੇ ਘਰ ਦੇ ਵਿੱਚ ਹੀ ਪਰਦੇਸੀ ਹੋ ਗਿਆ। ਚਾਹੁੰਦਿਆਂ ਹੋਇਆਂ ਵੀ ਅਸੀਂ ਵਾਪਸ ਨਹੀਂ ਮੁੜ ਸਕਦੇ ਮਨਜੀਤ ਸਿੰਘ ਜੀ, ਇਹਦੇ ਪਿੱਛੇ ਤੁਹਾਨੂੰ ਕੀ ਕਾਰਨ ਲੱਗਦਾ? ਅਸੀਂ ਚਾਹੁੰਦੇ ਵੀ ਹਾਂ ਬਿਲਕੁਲ। ਚਲੋ ਜੇ ਆਪਾਂ ਆਪਣੀ ਗੱਲ ਕਰੀਏ, ਤੁਹਾਡੀ ਗੱਲ ਹੋ ਗਈ, ਮੇਰੀ ਗੱਲ ਹੋ ਗਈ, ਜਾਂ ਹੋਰ ਵੀ ਸਾਡੇ ਜਿਹੜੇ ਸੱਜਣ ਯਾਰ ਦੋਸਤ ਨੇ, ਜੇ ਅੱਜ ਆਪਾਂ ਚਾਹੁੰਦੇ ਹੋਈਏ ਜੀ, ਅੱਜ ਅਸੀਂ ਚਾਹੀਏ ਆਪਣੇ ਪਿੰਡ ਨੂੰ ਵਾਪਸ ਜਾਣਾ, ਪਰ ਅੱਜ ਕਿਉਂ ਨਹੀਂ ਅਸੀਂ ਮੁੜ ਸਕਦੇ? ਕੀ ਕਾਰਨ ਕੀ ਆ? ਅੱਜ ਕਿਹੜੀ ਸਾਨੂੰ, ਜੇ ਅਸੀਂ ਕਹਿੰਦੇ ਸਾਨੂੰ ਆਪਣੇ ਪਿੰਡ ਦੀ ਖੁਸ਼ਬੂ ਸਾਨੂੰ ਯਾਦ ਆਉਂਦੀ ਆ, ਸਾਡੇ ਪਿੰਡ ਦੀ ਮਿੱਟੀ ਯਾਦ ਆਉਂਦੀ ਆ, ਸਾਡਾ ਬਣਾਇਆ ਹੋ ਘਰ, ਸਾਡੇ ਦਾਦਿਆਂ ਪੜਦਾਦਿਆਂ ਦਾ ਪਿਛੋਕੜ ਸਾਡੇ ਉਸ ਪਿੰਡ ਦੇ ਵਿੱਚ ਰਹਿ ਗਿਆ। ਅੱਜ ਉਸ ਪਿੰਡ ਦੇ ਨਾਲ ਸਾਡੀਆਂ ਯਾਦਾਂ ਜੁੜੀਆਂ ਨੇ, ਉਸ ਡੇੜੀ ਦੀਆਂ ਯਾਦਾਂ ਜੁੜੀਆਂ ਨੇ ਜਿਸ ਗਲੀ ਦੇ ਵਿੱਚੋਂ ਆਪਾਂ ਲੰਘਦੇ ਹੁੰਦੇ ਸੀ, ਤੇ ਅੱਜ ਫਿਰ ਵੀ ਅਸੀਂ ਮਜਬੂਰ ਹਾਂ। ਕੀ ਕਾਰਨ ਹੈ ਮਨਜੀਤ ਸਿੰਘ, ਤੁਹਾਨੂੰ ਕੀ ਕਾਰਨ ਲੱਗਦਾ ਇਸ ਵਿੱਚ? ਬਿਲਕੁਲ ਜੀ, ਫਿਰ ਸਾਡੇ ਕਹਿੰਦੇ ਹੁੰਦੇ ਆ ਇੱਕ ਉਹ ਵਿਆਹ ਦਾ ਜਿਹੜਾ ਜ਼ਿੰਮੇਵਾਰੀ ਸੰਗਲ ਜਿਹੜਾ ਮਹਾਰਾਜ ਨੇ ਗੁਰਬਾਣੀ ਵਿੱਚ ਵੀ ਇਹਦੇ ਬਾਰੇ ਲਿਖਿਆ, ਵੱਡਾ ਹੋਆ ਦੁਨੀਦਾਰ, ਹਨਾ। ਜਦੋਂ ਵੱਡਾ ਹੋ ਗਿਆ ਦੁਨੀਦਾਰ, ਫਿਰ ਉਹਦਾ ਵਿਆਹ ਹੋਇਆ, ਉਹਦੇ ਗਲ ਦੇ ਵਿੱਚ ਸੰਗਲ ਪੈ ਗਿਆ। ਮਤਲਬ ਸੰਗਲ ਕਹਿਣ ਦਾ ਭਾਵ ਵੀ ਕਬੀਲਦਾਰੀ ਦਾ ਸੰਗਲ ਪੈ ਗਿਆ। ਬੱਚੇ ਹੋ ਗਏ। ਹੁਣ ਬੱਚੇ ਜਿਹੜੇ ਉਹ ਇਹਨਾਂ ਕੰਟਰੀਆਂ ਦੇ ਵਿੱਚ ਜੰਮੇ ਪਲੇ ਆ, ਜਾਂਦੇ ਤਾਂ ਜ਼ਰੂਰ ਪਿੱਛੇ ਆ ਉਹ, ਪਰ ਉਹ ਉੱਥੇ ਥੋੜੇ ਦਿਨਾਂ ਵਾਸਤੇ ਜਿੱਦਾਂ ਪ੍ਰਾਹੁਣੇ ਬਣ ਕੇ ਜਾਂਦੇ ਆ ਤੇ ਉਹ ਉੱਥੋਂ ਵਾਪਸ ਆ ਜਾਂਦੇ ਆ। ਤੇ ਜਿਹੜਾ ਉਹਨਾਂ ਦਾ ਸਟੈਂਡਰਡ ਬਣ ਗਿਆ, ਲਿਵਿੰਗ ਸਟੈਂਡਰਡ ਇੱਥੇ ਦਾ ਹੋ ਗਿਆ, ਨਾਲ ਉਹਨਾਂ ਦੇ ਫਰੈਂਡ ਸਰਕਲ ਇੱਥੇ ਦਾ ਹੋ ਗਿਆ, ਸਾਰਾ ਕੁਝ ਉਹ ਇੱਥੇ ਦਾ ਹੋ ਗਿਆ। ਹੁਣ ਸਾਡਾ ਜਿਹੜਾ ਫਰੈਂਡ ਸਰਕਲ ਅੱਧਾ ਇੱਥੇ ਆ, ਥੋੜਾ ਬਹੁਤਾ ਜਿਹੜਾ ਪਿੱਛੇ ਰਹਿ ਗਿਆ, ਕੁਛ ਜਿਹੜੇ ਸਾਡੇ ਵੀਰ ਜਿਹੜੇ ਨਾਲ ਮਿੱਤਰ ਸੱਜਣਤਾ ਸੀਗੀ ਉਹ ਪਿੰਡਾਂ ਦੇ ਵਿੱਚ ਰਹਿ ਗਏ ਆ, ਤੇ ਜਾਂ ਉਹ ਵੀ ਕਿਤੇ ਨਾ ਕਿਤੇ ਚਲ ਗਏ ਆ। ਉਹਦੇ ਕਰਕੇ ਹੁਣ ਗੱਲ ਉਹੀ ਹੋ ਗਈ ਵੀ ਹੁਣ ਉਹ ਸੰਗਲ ਸਾਡੇ ਗੱਲ ਪੈ ਗਿਆ ਕਬੀਲਦਾਰੀ ਵਾਲਾ। ਹੁਣ ਬੱਚੇ ਸਾਡੇ ਇੱਥੇ ਹੋ ਗਏ, ਬੱਚਿਆਂ ਨੂੰ ਛੱਡ ਕੇ ਫਿਰ ਉੱਥੇ ਨਹੀਂ ਜਾ ਕੇ ਰਹਿ ਸਕਦਾ ਬੰਦਾ। ਉੱਥੇ ਰਹਿਣ ਦਾ ਮਤਲਬ ਇਹ ਹੁੰਦਾ ਕਿ ਆਪਣਾ ਫਿਰ ਇੱਥੇ ਸਾਰਾ ਕੁਝ ਸਮੇਟ ਕੇ ਜਾਓ। ਜੇ ਹੁਣ ਸਮੇਟਦੇ ਆ ਤਾਂ ਫਿਰ ਬੱਚੇ ਉੱਥੇ ਜਾ ਕੇ ਰਹਿਣ ਨੂੰ ਤਿਆਰ ਨਹੀਂ, ਕਿਉਂਕਿ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਵੱਡੇ ਹੋ ਗਿਆ, ਇੱਥੇ ਰਹਿ ਰਹੇ ਆ, 24-25 ਸਾਲ ਦੇ ਨਿਆਣੇ ਵੀ ਹੋ ਗਏ, ਤੇ ਉਹਨਾਂ ਨੇ ਹੁਣ ਕਿੱਥੇ ਜਾਣਾ ਉੱਥੇ ਨੂੰ। ਸੋ ਇਸ ਕਰਕੇ ਬੰਦੇ ਦੀਆਂ ਮਨਜੀਤ ਸਿੰਘ ਜੀ ਇੱਥੇ ਇੱਕ ਸਵਾਲ ਪੈਦਾ ਹੁੰਦਾ, ਅਸੀਂ ਆਪਾਂ ਇਹ ਤਾਂ ਗੱਲ ਕਹਿ ਦਿੰਦੇ ਉਹਨਾਂ ਨੇ ਉੱਥੇ ਨੂੰ ਕਿੱਥੇ ਜਾਣਾ, ਪਰ ਆਪਾਂ ਹੋ ਸਕਦਾ ਬਹੁਤਿਆਂ ਪਰਿਵਾਰਾਂ ਨੇ ਇਹ ਕਦੀ ਪੁੱਛਿਆ ਹੀ ਨਾ ਹੋਵੇ ਬੱਚਿਆਂ ਨੂੰ, ਸਾਡੀ ਸੋਚ ਤੱਕ ਹੀ ਸੀਮਿਤ ਰਹਿ ਗਿਆ ਹੋਵੇ ਵੀ ਅਸੀਂ ਸਾਡੇ ਬੱਚਿਆਂ ਨੇ ਕਿੱਥੇ ਉੱਥੇ ਜਾਣਾ ਨਾ। ਹਾਂਜੀ, ਹੋ ਸਕਦਾ ਬੱਚੇ ਐਵੇਂ ਕੁਝ ਪਰਸੈਂਟ ਜਿਹੜੇ ਬੱਚੇ ਆ ਉਹ ਚਾਹੁੰਦੇ ਵੀ ਹੁਣ ਪਿੱਛੇ ਨੂੰ ਮੁੜਨਾ ਜਾਂ ਆਪਣਾ ਪੰਜਾਬ ਦੇਖਣਾ ਚਾਹੁੰਦੇ ਹੁਣ, ਕਿਉਂਕਿ ਜਿਸ ਹਿਸਾਬ ਨਾਲ ਹਾਲਾਤ ਬਣਦੇ ਜਾ ਰਹੇ ਨੇ ਤੁਹਾਨੂੰ ਇਹਨਾਂ ਕੰਟਰੀਆਂ ਦੇ ਵਿੱਚ ਅਸਾਂ ਬਗਾਨੇ ਆ। ਬਿਲਕੁਲ, ਅਸੀਂ ਇਹਨਾਂ ਕੰਟਰੀਆਂ ਦੇ ਜੇ ਆਪਾਂ ਕਹੀਏ ਨਾ ਆਪਾਂ ਵੀ ਅਸੀਂ ਆਪਣੇ ਘਰਾਂ ਦੇ ਮਹਿਮਾਨ ਹੋ ਗਏ, ਤੇ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਵੀ ਮਹਿਮਾਨ ਆ। ਅਸੀਂ ਜੀ ਦੋਨਾਂ ਪਾਸਿਆਂ ਦੇ ਵਿੱਚ NRI ਆ। ਅਸੀਂ ਹਾਂਜੀ, ਇੱਥੇ ਵੀ NRI ਆ, ਇੱਥੇ ਵੀ ਸਾਨੂੰ ਵਿਦੇਸ਼ੀ ਭਾਰਤੀ ਮੂਲ ਦੇ ਹੀ ਕਹਿਣਾ ਇਹਨਾਂ ਨੇ। ਹਾਂਜੀ, ਤੇ ਪੰਜਾਬ ਵਿੱਚ ਜਾਂਦੇ ਆ ਉੱਥੇ ਵੀ ਇਹੀ ਕਹਿੰਦੇ ਵੀ ਇੱਥੇ ਇਹ NRI ਆ, ਇਹ NRI ਆ, ਕਿਉਂਕਿ ਇਹਨਾਂ ਨੇ ਉੱਥੇ ਚੱਲ ਜਾਣਾ ਜੀ। ਅਸੀਂ ਉਹ ਆ ਨਾ ਘਰ ਦੇ ਰਹੇ ਨਾ ਘਰ ਦੇ ਰਹੇ, ਇਹ ਸਾਡੀ ਕਹਾਣੀ ਇਹ ਹੈ ਮਨਜੀਤ ਸਿੰਘ। ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਸਮੇਂ ਦੀ ਸਰਕਾਰ ਨੇ ਕਰਵਟ ਕਿੱਧਰ ਨੂੰ ਲੈ ਲੈਣੀ ਆ। ਜੀ ਜੀ, ਕਿਉਂਕਿ ਅਸੀਂ ਭਾਵੇਂ ਲੱਖ ਕਹੀ ਜਾਂਦੇ ਸਾਡੇ ਸਿਟੀਜ਼ਨਸ਼ਿਪਾਂ ਸਾਡੇ ਕੋਲ ਆ, ਸਾਡੇ ਕੋਲ ਪਾਸਪੋਰਟ ਸਾਡੇ ਦੇ ਇੱਥੇ ਸਾਡੇ ਕੋਲ ਨੇ, ਪਰ ਮੌਕੇ ਦੀ ਸਰਕਾਰ ਤੁਹਾਨੂੰ ਪਤਾ ਹੋਣਾ ਜੇ ਕਿੰਨੀਆਂ ਦੀ ਆਪਾਂ ਗੱਲ ਕਰ ਲਈਏ, ਤੁਹਾਨੂੰ ਅਰਬ ਕੰਟਰੀਆਂ ਦੀ ਆਪਾਂ ਗੱਲ ਕਰ ਲਈਏ, ਤਾਂ ਉਹਨਾਂ ਨੇ ਰਾਤੋਂ ਰਾਤ ਹੀ ਆਰਡਰ ਕਰ ਦਿੱਤੇ ਵੀ ਤੁਸੀਂ ਆਪਣਾ ਬੋਰੀ ਬਿਸਤਰਾ ਸਾਂਭੋ ਤੇ ਜਾਓ ਘਰ ਨੂੰ। ਜੀ ਬਿਲਕੁਲ ਜੀ, ਜਿਨ੍ਹਾਂ ਸਰਕਾਰਾਂ ਨੇ ਸਿਟੀਜ਼ਨਸ਼ਿਪ ਦਿੱਤੀ ਆ ਉਹ ਸਰਕਾਰਾਂ ਅਧਿਕਾਰ ਰੱਖਦੀਆਂ, ਉਹ ਕਿਸੇ ਟਾਈਮ ਵੀ ਸਿਟੀਜ਼ਨਸ਼ਿਪ ਤੁਹਾਨੂੰ ਜਦੋਂ ਚੁਕਾਈ ਜਾਂਦੀ ਉਹਦੇ ਵਿੱਚ ਬਹੁਤ ਕੁਝ ਦੇਖਿਆ ਜਾਂਦਾ। ਉਦੋਂ ਤਾਂ ਸਾਨੂੰ ਕਾਹਲੀ ਹੁੰਦੀ ਆ ਵੀ ਆਪਾਂ ਬਸ ਸਾਈਨ ਫਟਾਫਟ ਕਰ ਦਈਏ। ਬਿਲਕੁਲ, ਜਿਹੜੀਆਂ ਹੈ ਨਾ ਜੋ ਸ਼ਰਤਾਂ ਪੜ੍ਹਨ ਦੀ ਬਾਅਦ ਚ ਦੇਖਾਂਗੇ, ਪਹਿਲਾਂ ਸੈਲਫੀ ਖਿੱਚ ਕੇ ਫੋਟੋ ਪਾ ਕੇ ਸਿਟੀਜ਼ਨਸ਼ਿਪ ਲੈਂਦਿਆਂ ਦੀ ਸਹੁੰ ਚੁੱਕਦਿਆਂ ਦੀ ਫੋਟੋ ਇੱਕ ਵਾਰੀ ਪਾ ਦਈਏ ਵੀ ਮੈਂ ਜਿਹੜਾ ਬ੍ਰਿਟਿਸ਼ ਨਾਗਰਿਕ ਹੋ ਗਿਆ ਜਾਂ ਮੈਂ ਯੂਰਪੀਅਨ ਕੰਟਰੀ ਦਾ ਕਿਸੇ ਦਾ ਨਾਗਰਿਕ ਹੋ ਗਿਆ। ਤੇ ਇਸ ਲਈ ਜਿਹੜੀ ਹਾਲਾਤ ਬਣੇ ਹੋਏ ਨੇ, ਘਰਾਂ ਦੇ ਘਰ ਮਨਜੀਤ ਸਿੰਘ ਜੀ ਖਾਲੀ ਹੋ ਚੁੱਕੇ ਨੇ ਜੀ। ਤੇ ਇਸ ਲਈ ਜਿਹੜੀ ਸਟੂਡੈਂਟ ਨੂੰ ਖਾਸ ਲੈ ਕਰਕੇ, ਸਟੂਡੈਂਟ ਦੇ ਨਾਲ ਡਿਪੈਂਡੈਂਟ ਨੂੰ ਖਾਸ ਕਰਕੇ, ਡਿਪੈਂਡੈਂਟ ਦੇ ਨਾਲ ਖਾਸ ਕਰਕੇ ਉਹਨਾਂ ਦੇ ਮਾਤਾ ਪਿਤਾ ਨੂੰ ਨਾਲ ਕਰਕੇ ਜਿਹੜਾ ਇਸ ਲਈ ਵਿਦੇਸ਼ਾਂ ਵੱਲੋਂ ਜਿਹੜਾ ਰੁੱਖ ਵਹੀਰਾਂ ਜਿਹੜੀਆਂ ਲੋਕਾਂ ਨੇ ਘੱਤੀਆਂ ਹੋਈਆਂ ਨੇ, ਤੇ ਆਪਾਂ ਸਰਕਾਰਾਂ, ਤੁਹਾਨੂੰ ਕੀ ਲੱਗਦਾ ਮਨਜੀਤ ਸਿੰਘ ਜੀ ਇਹ ਕਮੀ ਕਿੱਥੇ ਆ? ਕਮੀ ਜੀ ਇੱਕ ਸਿਸਟਮ ਦੀ ਕਮੀ ਆ। ਜਿਹੜੀਆਂ ਸਰਕਾਰਾਂ ਜਿਹੜੀਆਂ ਜਿੱਥੇ ਜਿਸ ਮਤਲਬ ਮੁਲਕ ਦੀਆਂ ਸਰਕਾਰਾਂ ਜਾਂ ਆਪਣੇ ਪੰਜਾਬ ਦੀ ਲਾ ਲਓ ਜਾਂ ਆਪਣੇ ਮਤਲਬ ਭਾਰਤ ਦੇਸ਼ ਦੀ ਜਿਹੜੀ ਆ ਸਰਕਾਰਾਂ ਜਿਹੜੀਆਂ ਆ, ਉਹਨਾਂ ਦੀਆਂ ਨੀਤੀਆਂ ਜਿਹੜੀਆਂ ਆ, ਹੁਣ ਇਹਨਾਂ ਕੰਟਰੀਆਂ ਵਿੱਚ ਵੀ ਇੱਥੇ ਬਾਹਰ ਆਪਾਂ ਹੁਣ ਗੱਲ ਕਰਦੇ ਆ, ਇੱਥੇ ਵੀ ਹੁਣ ਕਿੰਨਾ ਰਸ਼ ਪੈ ਗਿਆ। ਉਹ ਜ਼ਮੀਨ ਤਾਂ ਲਿਮਟਿਡ ਆ ਨਾ ਜੀ, ਹਰ ਮਤਲਬ ਖਿੱਤਾ ਉਨਾ ਹੀ ਆ ਨਾ। ਬਿਲਕੁਲ ਬਿਲਕੁਲ, ਤੇ ਕਾਰੋਬਾਰ ਵੀ ਉਦਾਂ ਦੇ ਹੀ ਆ। ਤੇ ਕਾਰੋਬਾਰ ਅੱਜ ਕੱਲ ਹੁਣ ਸਾਰੇ ਜਿਹੜੇ ਮਾਡਰਨ ਹੋਈ ਜਾਂਦੇ ਆ, ਇਲੈਕਟ੍ਰੋਨਿਕ ਹੋਈ ਜਾਂਦੇ ਆ। ਹੁਣ ਦੇਖੋ ਤੁਸੀਂ ਆਨਲਾਈਨ ਪਹਿਲਾਂ ਕੋਈ ਕੱਪੜਾ ਖਰੀਦਦਾ ਸੀ, ਕੋਈ ਸਮਾਨ ਕੋਈ ਨਹੀਂ ਸੀ ਖਰੀਦਦਾ। ਹਰ ਚੀਜ਼ ਜਿਹੜੀ ਆ ਅਵੇਲੇਬਲ ਆ, 5 ਰੁਪਏ ਤੋਂ ਲਾ ਕੇ
ਹਜ਼ਾਰਾਂ ਰੁਪਈਆ ਤੱਕ ਲੱਖਾਂ ਪਾਉਂਡ ਤੱਕ ਜਿਹੜਾ ਤੁਸੀਂ ਉਹ ਆਨਲਾਈਨ ਤੁਸੀਂ ਮੰਗਾ ਸਕਦੇ ਹੋ ਜੀ। ਤੇ ਹੁਣ ਤਾਂ ਕੋਈ ਦੇਖਣ ਦੀ ਲੋੜ ਵੀ ਹੈ ਨਹੀਂ, ਤੁਸੀਂ ਉਹ ਚੀਜ਼ ਸਿਲੈਕਟ ਕਰੋ, ਆਰਡਰ ਕਰੋ ਤੇ ਤੁਹਾਡੇ ਕੋਲ ਆ ਜਾਊਗੀ। ਜੇ ਨਹੀਂ ਪਸੰਦ ਮੋੜ ਦਿਓ, ਨਹੀਂ ਪਸੰਦ ਤੇ ਵਾਪਸ ਕਰ ਦਿਓ, ਦੁਬਾਰਾ ਫਿਰ ਤੁਹਾਡੇ ਕੋਲ ਉਹ ਪਹੁੰਚ ਜਾਂਦੀ ਹੈ। ਸੋ ਇਸ ਕਰਕੇ ਸਮਾਂ ਜਿਹੜਾ ਬਦਲੀ ਜਾਂਦਾ, ਉਹ ਬਦਲਣ ਦੇ ਨਾਲ ਕੀ ਆ, ਲੋਕਾਂ ਦੀ ਪਾਪੂਲੇਸ਼ਨ ਵਧੀ ਜਾਂਦੀ ਆ। ਪਾਪੂਲੇਸ਼ਨ ਵਧਣ ਦੇ ਨਾਲ ਕੀ ਆ, ਕਾਰੋਬਾਰ ਘਟ ਗਿਆ, ਆਨਲਾਈਨ ਸਾਰਾ ਸਿਸਟਮ ਹੋ ਗਿਆ ਲੋਕਾਂ ਨੇ, ਕਿਉਂਕਿ ਪ੍ਰੋਬਲਮ ਖੜੀ ਹੋ ਜਾਂਦੀ, ਕ੍ਰੀਏਟ ਹੁੰਦੀ ਹੈ ਹਰ ਕੰਟਰੀ ਦੇ ਵਿੱਚ। ਹੁਣ ਇਹਨਾਂ ਕੰਟਰੀਆਂ ਦੀ ਗੱਲ ਕਰੀਏ ਆਪਾਂ, ਤੇ ਯੂਕੇ ਦੇ ਵਿੱਚ ਕਦੀ ਸੁਣਿਆ ਸੀ ਕੋਈ ਬੰਦਾ ਕੋਈ ਵਿਹਲਾ ਰਹਿੰਦਾ? ਨਹੀਂ ਸੁਣਿਆ ਸੀ। ਤੇ ਇੱਥੇ ਦੇਖ ਲਓ ਕੰਮਾਂ ਦੀ ਕਿੰਨੀ ਹੁਣ ਸ਼ਾਰਟੇਜ ਹੋ ਗਈ ਆ। ਬਿਲਕੁਲ। ਸਾਡੇ ਹੁਣ ਫਰੈਂਡ ਸਰਕਲ ਦੇ ਵਿੱਚੋਂ ਬਹੁਤ ਬੰਦੇ ਜਿਨ੍ਹਾਂ ਦੀ ਜੋਬਾਂ ਛੁੱਟ ਗਈਆਂ, ਉਹ ਜੋਬ ਮੁੜ ਕੇ ਉਹ ਨਹੀਂ ਉਹਨਾਂ ਨੂੰ ਉਹ ਹੋ ਰਹੀ ਜੋਬ ਮਿਲ ਰਹੀ। ਉਹ ਮਨੀਸ਼ ਸਿੰਘ ਜੀ, ਅੱਗੇ ਇਹ ਸਿਸਟਮ ਹੁੰਦਾ ਸੀ ਨਾ ਕਿ ਜਦੋਂ ਆਪਾਂ ਕਿਸੇ ਆਪਣੇ ਸੱਜਣ ਮਿੱਤਰ ਨੂੰ ਸਾਦੇ ਹੁੰਦੇ ਸੀ ਨਾ, ਜਾਂ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਕਿਸੇ ਕਜ਼ਨ ਨੂੰ, ਬ੍ਰਦਰ ਨੂੰ, ਕਿਸੇ ਨੂੰ ਵੀ ਸੱਦ ਲੈਣਾ। ਬਿਲਕੁਲ। ਅਸੀਂ ਕਹਿਣਾ ਵੀ ਤੂੰ 6 ਮਹੀਨੇ ਦਾ ਵੀਜ਼ਾ ਲਵਾ, ਤੂੰ ਟੈਨਸ਼ਨ ਨਾ ਲੈ, ਜਿੰਨਾ ਤੂੰ ਆ ਜਾ ਇੱਕ ਵਾਰੀ, ਤੇਰੇ 6 ਤੋਂ ਤੈਨੂੰ ਅਸੀਂ ਮੋੜ ਦੇਣਾ ਉਸ ਟਾਈਮ ਪੀਰੀਅਡ ਦੇ ਵਿੱਚ ਹੀ। ਜਿਹੜੇ ਤੂੰ 6 ਮਹੀਨੇ ਨਾ, 6 ਮਹੀਨਿਆਂ 'ਚ ਤਕਰੀਬਨ 5-6 ਲੱਖ ਰੁਪਈਆ ਤੂੰ ਲੈ ਕੇ ਜਾਊਂਗਾ ਇੱਥੋਂ। ਇਹ ਕਿਉਂ ਬਹੁਤ ਸਾਰੇ ਜਿਹੜੇ ਨੌਜਵਾਨ ਉਹ ਆਏ ਵੀ ਨੇ, ਪਰਿਵਾਰਕ ਮੈਂਬਰਾਂ ਨੇ ਸੱਦੇ ਨੇ, ਪਰ ਉਹ ਠੀਕ ਆ ਮਿਹਨਤ ਕੀਤੀ ਆ ਕੇ ਉਹਨਾਂ ਨੇ ਆਉਂਦਿਆਂ ਸਾਰਾ ਕੰਮ ਮਿਲ ਗਿਆ, ਕੰਮ ਕਰਕੇ ਚਲੇ ਗਏ। ਪਰ ਹੁਣ ਜਿਹੜਾ ਹਾਲਾਤ, ਜਿੱਦਾਂ ਤੁਸੀਂ ਹੁਣ ਗੱਲ ਕੀਤੀ ਆ ਹਾਲਾਤਾਂ ਦੀ, ਇਸ ਲਈ ਕੰਮ ਤਾਂ ਹੈ ਹੀ ਨਹੀਂ। ਬਿਲਕੁਲ। ਪਾਸੇ ਜਿੱਧਰ ਵੀ ਦੇਖਿਆ ਜਾਵੇ, ਹੁਣ ਇੱਥੇ ਕਈਆਂ ਨੇ ਕਹਿਣਾ ਵੀ ਕੰਮ ਕਰਨ ਵਾਲਾ ਬੰਦਾ ਚਾਹੀਦਾ। ਇਦਾਂ ਹੀ ਇਦਾਂ ਬਹੁਤ ਕਹਿੰਦੇ ਵੀਰ, ਇਦਾਂ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ। ਕੰਮ ਤਾਂ ਬਹੁਤ ਆ, ਕੰਮਾਂ ਦੀ ਘਾਟ ਕੋਈ ਨਹੀਂ, ਪਰ ਕੰਮ ਜਿਹੜੇ ਹੁਣ ਸਿਸਟਮ ਬਦਲ ਗਿਆ ਨਾ, ਆਨਲਾਈਨ ਜਿਹੜਾ ਸਿਸਟਮ ਹੋ ਗਿਆ, ਕਿਹੜੇ ਵੱਡੀਆਂ ਮਾਰਕੀਟਾਂ ਬੰਦ ਹੋ ਗਈਆਂ ਆ, ਉਹਨਾਂ ਨੇ ਆਪਣਾ ਸਿਸਟਮ ਹੀ ਆਨਲਾਈਨ ਕਰ ਦਿੱਤਾ ਜੀ। ਤੇ ਉਹ ਇਸ ਕਰਕੇ ਸਾਰੇ ਦੇਸ਼ਾਂ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ। ਪਰ ਸਾਡੇ ਪੰਜਾਬ ਦੇ ਵਿੱਚ, ਜਿੱਦਾਂ ਹਿੰਦੁਸਤਾਨ ਦੇ ਵਿੱਚ, ਭਾਰਤ ਦੀ ਦੇਸ਼ ਦੀ ਆਪਾਂ ਗੱਲ ਕਰੀਏ, ਜਾਂ ਹੋਰ ਜਿਹੜੇ ਪੱਛਮੀ ਦੇਸ਼ ਆ ਜਿਹੜੇ ਜਿੱਥੋਂ ਕਿ ਲੋਕ ਬਾਹਰ ਆਉਂਦੇ ਆ ਬਾਹਰਲੀਆਂ ਕੰਟਰੀਆਂ ਦੇ, ਉਹਨਾਂ ਦੇਸ਼ਾਂ ਦਾ ਆਪਾਂ ਗੱਲ ਕਰੀਏ, ਉੱਥੇ ਸਿਸਟਮ ਦੀ ਬਹੁਤ ਵੱਡੀ ਪ੍ਰੋਬਲਮ ਆ। ਉਹਨਾਂ ਲੋਕਾਂ ਨੇ ਨੌਜਵਾਨਾਂ ਵਾਸਤੇ ਜਿਹੜੇ ਆ ਪ੍ਰੋਡਕਟ ਨਹੀਂ ਲਾਏ, ਉਹਨਾਂ ਲੋਕਾਂ ਨੂੰ ਕੰਮ ਨਹੀਂ ਦਿੱਤਾ, ਤੇ ਮਹਿੰਗਾਈ ਜ਼ਿਆਦਾ ਆ, ਤੇ ਖਰਚੇ ਬਹੁਤ ਜ਼ਿਆਦਾ ਵੱਧ ਗਏ ਆ, ਤੇ ਪੇ ਸਕੇਲ ਜਿਹੜਾ ਬਹੁਤ ਘੱਟ ਆ। ਹੁਣ ਪਹਿਲਾਂ ਜਿਹੜੀਆਂ ਮਿੱਲਾਂ ਹੁੰਦੀਆਂ, ਮਿੱਲਾਂ ਹੀ ਸੀਗੀਆਂ ਆਪਣੇ, ਮਿੱਲਾਂ 'ਚ ਲੋਕ ਜ਼ਿਆਦਾ ਕੰਮ ਕਰਦੇ ਹੁੰਦੇ ਸੀ। ਖੰਡ ਮਿੱਲਾਂ ਲਾ ਲਓ, ਜਾਂ ਆਪਣੇ ਕੱਪੜੇ ਦੀ ਮਿੱਲ ਲਾ ਲਓ, ਜਾਂ ਜਿਹੜੀ ਕੋਈ ਹੋਰ ਜਿਹੜੀਆਂ ਸਟਾਰਚ ਮਿੱਲਾਂ ਹੋ ਗਈਆਂ ਇਦਾਂ ਦੀਆਂ, ਮਤਲਬ ਕਾਫੀ ਉਹਨਾਂ ਦੇ ਵਿੱਚ ਏਰੀਆ ਕਵਰ ਕੀਤਾ ਹੁੰਦਾ ਸੀ। ਸਾਰੀ ਜਿਹੜੀ ਸਾਡੀ ਜਿੰਨੀ ਵੀ ਲੇਬਰ ਸੀਗੀ, ਉਹ ਸਾਰੀ ਉਹਨਾਂ ਵਿੱਚ ਕੰਮ ਜਾ ਕੇ ਕਰਦੀ ਹੁੰਦੀ। ਬਿਲਕੁਲ। ਤੇ ਸਾਡਾ ਪੇ ਸਕੇਲ ਉੱਥੇ ਵੀ ਚਲੋ ਸਰੀ ਜਾਂਦਾ ਸੀ, ਲੋਕਾਂ ਦਾ ਖੇਤੀਬਾੜੀ ਨਾਲ ਹੁੰਦੀ ਸੀ। ਉਹਨੂੰ ਉਦੋਂ ਇੰਨੀ ਮਾਰੋ ਮਾਰ ਨਹੀਂ ਸੀ ਮਨੀਸ਼ ਸਿੰਘ ਜੀ, ਮਾਰੋ ਮਾਰ ਨਹੀਂ ਸੀ। ਸਾਡੇ ਆ ਖਰਚੇ ਨਹੀਂ ਸੀ। ਫੋਕੀ ਜਿਹੜੀ ਆ ਸਾਡੀ ਜਿਹੜੀ ਸ਼ੋਹਰਤ ਆ ਨਾ ਜੀ, ਇਹਨੇ ਸਾਨੂੰ ਬਹੁਤ ਮਰਾਇਆ। ਜਿਹੜੇ ਸਾਡੇ ਹੁਣ ਦਿਲ ਹੋਵੇ ਇੱਕ ਘਰ ਦੇ ਵਿੱਚ 5-5 6-6 ਫੋਨ ਆ, ਫੋਨਾਂ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਗੱਡੀਆਂ ਨਹੀਂ ਸੀ ਹੁੰਦੀਆਂ, ਗੱਡੀਆਂ ਹੋ ਗਈਆਂ ਹਰ ਘਰ ਦੇ ਵਿੱਚ। ਫਿਰ ਤੁਸੀਂ ਉਹ ਖਰਚੇ ਸਾਡੇ ਜਿਹੜੇ ਵੱਧ ਗਏ, ਖਰਚੇ ਇਨਕਮ ਦੇ ਸੋਰਸ ਘਟ ਗਏ। ਜਦੋਂ ਉਹ ਸੋਰਸ ਉੱਥੇ ਪੂਰੇ ਨਹੀਂ ਹੋਏ ਪੰਜਾਬ ਦੇ ਵਿੱਚ, ਤੇ ਫਿਰ ਅਸੀਂ ਉਹ ਬਾਹਰ ਨੂੰ, ਹਾਲਾਤ ਉਹਨਾਂ ਦੇ ਵੀ ਇਹੋ ਜਿਹੇ ਹੋਣੇ। ਪਰ ਜਿਹੜੀ ਸੰਤੁਸ਼ਟੀ ਦੀ ਆਪਾਂ ਗੱਲ ਕਰਦੇ, ਅੱਜ ਪ੍ਰੋਗਰਾਮ ਕਰਨ ਦਾ ਮੁੱਦਾ ਸਾਡਾ ਇਹ ਸੀਗਾ ਕਿ ਜਦੋਂ ਵੀ ਆਪਾਂ ਸਾਲ ਬਾਅਦ ਜਾਂ 2 ਸਾਲ ਬਾਅਦ ਅਸੀਂ ਆਪਣੇ ਵਤਨਾਂ ਨੂੰ ਜਾਂਦੇ ਹਾਂ, ਆਪਣੇ ਪਿੰਡ ਨੂੰ ਜਾਂਦੇ ਹਾਂ, ਆਪਣੇ ਪੰਜਾਬ ਨੂੰ ਜਾਂਦੇ ਹਾਂ, ਆਪਣੇ ਘਰ ਨੂੰ ਜਾਂਦੇ ਹਾਂ, ਤਾਂ ਉੱਥੇ ਜਿਹੜੇ ਸਾਡੇ ਪਰਿਵਾਰਕ ਮੈਂਬਰ ਹੁੰਦੇ ਨੇ ਨਾ, ਚਾਹੇ ਉਹ ਚਾਚੇ ਤਾਏ ਹੋਣ, ਚਾਹੇ ਉਹ ਰਿਸ਼ਤੇਦਾਰੀ ਦੇ ਵਿੱਚ ਹੋਵੇ, ਤਾਂ ਉਹ ਰਿਸ਼ਤੇਦਾਰੀ ਦੇ ਵਿੱਚ ਵੀ ਤੁਹਾਨੂੰ ਇਹ ਪੁੱਛਣਾ ਸ਼ੁਰੂ ਕਰ ਦਿੰਦੇ ਪਹਿਲੇ ਦਿਨ ਹੀ। ਜਿੱਦਣ ਪਹਿਲੇ ਦਿਨ ਹੀ ਤੁਹਾਡੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਨਾ, ਤੇ ਉਹ ਅਗਲੇ ਤੁਹਾਨੂੰ ਕੀ ਕਹਿੰਦੇ ਆ ਵੀ ਮੇਰਾ ਨਾਂ ਲਾ ਲਓ ਸੰਦੀਪ ਸਿੰਘ, ਬਈ ਕਿੰਨੀ ਛੁੱਟੀਆਂ ਐਤਕੀ? ਉੱਥੇ ਇੱਕ ਸਵਾਲ, ਇੱਕ ਤਾਂ ਪਹਿਲੇ ਦਿਨ ਤੁਹਾਨੂੰ ਤੁਹਾਡਾ ਕੋਈ ਰਿਸ਼ਤੇਦਾਰ ਮਿਲਦਾ ਆ, ਤੁਹਾਨੂੰ ਮਿਲਣ ਆਉਂਦਾ ਆ, ਜਾਂ ਤੁਸੀਂ ਉਹਦੇ ਘਰ ਜਾਂਦੇ ਹੋ, ਮਿਲਣ ਜਾਂਦੇ ਹੋ। ਵੈਸੇ ਤਾਂ ਹੁਣ ਆਪਾਂ ਜੇ ਗੱਲ ਕਰ ਲਈਏ ਨਾ, ਹੁਣ ਕਿਸੇ ਰਿਸ਼ਤੇਦਾਰ ਕੋਲ ਇੰਨਾ ਟਾਈਮ ਨਹੀਂ ਕਿ ਤੁਹਾਡੀ ਉਹ ਵੇਟ ਕਰਦਾ ਹੋਵੇ ਜਾਂ ਤੁਹਾਨੂੰ ਮਿਲਣ ਲਈ ਕਾਹਲਾ ਹੋਵੇ। ਹੁਣ ਤਾਂ ਜਿਹੜੇ ਚੰਦ ਰਿਸ਼ਤੇਦਾਰ ਪੰਜਾਬ ਦੇ ਵਿੱਚ ਬਚੇ ਨੇ ਨਾ, ਤੇ ਉਹਨਾਂ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਤੁਹਾਨੂੰ ਆਪ ਤਾਲਮੇਲ ਜਿਹੜਾ ਉਹਨਾਂ ਰਿਸ਼ਤੇਦਾਰਾਂ ਨਾਲ ਮਿਲਾਉਣਾ ਪੈਣਾ, ਬਣਾਉਣਾ ਪੈਣਾ, ਤੇ ਇੱਕ ਫੋਨ ਵੀ ਉਹਨਾਂ ਨੂੰ ਕਰਦੇ ਰਹਿਣੇ ਪੈਣਾ ਹੈ ਨਾ। ਕਿਉਂ ਹੋ ਸਕਦਾ ਹਾਲਾਤ ਤੁਸੀਂ ਫੋਨ ਕਿਸੇ ਨੂੰ ਨਾ ਕਰੋ, ਤੇ ਜਦੋਂ ਤੁਸੀਂ ਪੰਜਾਬ ਨੂੰ ਜਾਓ ਤੇ ਪਤਾ ਲੱਗੇ ਉਹਨਾਂ ਦਾ ਵੀ ਪੂਰੇ ਦਾ ਪੂਰਾ ਪਰਿਵਾਰ ਬਾਹਰ ਕਿਸੇ ਕੰਟਰੀ ਦੇ ਵਿੱਚ ਜਾ ਕੇ ਸੈੱਟ ਹੋ ਗਿਆ। ਕਿਉਂਕਿ ਇਸ ਲਈ ਜੇ ਬਹੁਤ ਜ਼ਰੂਰਤ ਆ, ਜਿੰਨੇ ਕਿ ਸਾਡੇ ਪਰਿਵਾਰਕ ਮੈਂਬਰ, ਜੇ ਦੂਰ ਦੇ ਰਿਸ਼ਤੇਦਾਰ ਜਿਹੜੇ ਸ਼ਰੀਕਾ ਭਾਈਚਾਰਾ, ਜੇ ਥੋੜ੍ਹੇ ਬਹੁਤੇ ਪਰਿਵਾਰਕ ਮੈਂਬਰ ਪਿੱਛੇ ਰਹਿ ਗਏ ਨੇ ਨਾ, ਤੇ ਉਹਨਾਂ ਨਾਲ ਤਾਲਮੇਲ ਜ਼ਰੂਰ ਰੱਖਿਆ ਕਰੋ। ਹਫ਼ਤੇ 10 ਦਿਨੀ ਕੋਈ ਫੋਨ ਕਰ ਲਿਆ, ਇਹ ਵੱਡਾ ਛੋਟਾ ਨਹੀਂ ਕਿਸੇ ਇਹਦੇ ਨਾਲ ਹੋ ਜਾਂਦਾ ਕਿ ਉਹਨੇ ਮੈਨੂੰ ਫੋਨ ਨਹੀਂ ਕੀਤਾ ਤੇ ਮੈਂ ਉਹਨੂੰ ਫੋਨ ਨਹੀਂ ਕਰਨਾ। ਕਿਉਂਕਿ ਇਸ ਲਈ ਜੇ ਅਸੀਂ ਆਪਣੇ ਵਿੱਚ ਇੱਕ ਸਹਿਣਸ਼ੀਲਤਾ ਤੇ ਇੱਕ ਪਿਆਰ ਦੀ ਭਾਵਨਾ, ਦਿਲੀ ਪਿਆਰ ਦੀ ਭਾਵਨਾ ਹੋਣੀ ਚਾਹੀਦੀ ਹੈ। ਕਿਉਂਕਿ ਜੇ ਤੁਸੀਂ ਦਿਲੋਂ ਕਿਸੇ ਨਾਲ ਪਿਆਰ ਕਰਦੇ ਹੋ ਤਾਂ ਫਿਰ ਇਹਦੇ ਫੋਨ ਦੀ ਵੇਟ ਨਹੀਂ ਕੀਤੀ ਜਾ ਸਕਦੀ ਕਿ ਉਹ ਮੈਨੂੰ ਫੋਨ ਨਹੀਂ ਕਰਦਾ, ਮੈਂ ਉਹਨੂੰ ਫੋਨ ਨਹੀਂ ਕਰਨਾ। ਕਿਉਂਕਿ ਮੈਂ ਵਿਦੇਸ਼ੀ ਮਹਿਮਾਨ, ਅਸੀਂ ਇਹੋ ਜਿਹੀ ਉਡਾਰੀ ਭਰ ਲਈ ਆ, ਕਿਉਂਕਿ ਅਸੀਂ ਨਾ ਘਰਦੇ ਰਹੇ ਨਾ ਘਾਟਦੇ ਰਹੇ। ਇਹਨਾਂ ਸਰਕਾਰਾਂ ਨੇ ਇਹੋ ਜਿਹਾ ਸਾਡੇ ਉੱਤੇ ਗੁੰਝਲਦਾਰ ਜਾਲ ਪਾ ਦਿੱਤਾ, ਅਸੀਂ ਉਸ ਜਾਲ ਦੇ ਵਿੱਚੋਂ ਨਿਕਲਣਾ ਮੁਸ਼ਕਲ ਆ। ਉਹ ਜਾਲ ਕਿਹੜਾ ਪਾ ਦਿੱਤਾ? ਉਹ ਸਾਡੀਆਂ ਜਿਹੜੀਆਂ ਇੱਥੇ ਪੈਨਸ਼ਨਾਂ ਲੱਗ ਗਈਆਂ, ਮਿਹਨਤ ਕੀਤੀ ਆ,
ਤੁਸੀਂ ਯਕੀਨ ਕਰਿਓ, ਜਦੋਂ ਬੰਦਾ ਮਿਹਨਤ ਕਰਦਾ, ਆਪਣੀ ਨੌਕਰੀ ਕਰਦਾ, ਪੰਜਾਬ ਦੇ ਵਿੱਚ ਕਿਸੇ ਮਹਿਕਮੇ ਦੇ ਵਿੱਚ ਆਪਣੀ ਨੌਕਰੀ ਕਰਦਾ, ਜਦੋਂ ਉਹਦੀ 65 ਸਾਲ ਦੀ ਉਮਰ ਹੋ ਜਾਂਦੀ ਤੇ ਸਰਕਾਰ ਉਹਨੂੰ ਪੈਨਸ਼ਨ ਲਾ ਦਿੰਦੀ ਕਿ ਤੂੰ ਆਪਣਾ ਤੂੰ ਬਥੇਰੀ ਨੌਕਰੀ ਕਰ ਲਈ ਆ, ਤੂੰ ਆਪਣਾ ਕੰਮ ਕਰ, ਆਪਣਾ ਇੰਜੋਇਮੈਂਟ ਕਰ, ਕਿ ਤੈਨੂੰ ਜਿਹੜਾ ਸਰਕਾਰ ਨੇ ਜਿਹੜਾ ਤੈਨੂੰ ਬਣਦਾ ਤੇਰਾ ਜਿਹੜਾ ਖਰਚਾ ਉਸ ਉਮਰ ਦੇ ਵਿੱਚ ਉਹ ਤੈਨੂੰ ਸਰਕਾਰ ਦੇ ਦਿੰਦੀ ਆ। ਪਰ ਇੱਥੇ ਇੱਕ ਗੱਲ ਤੁਸੀਂ ਜ਼ਰੂਰ ਕਰਿਓ, ਖਾਸ ਕਰਕੇ ਯੂਕੇ ਦੇ ਵਿੱਚ ਜਿਹੜੇ ਲੋਕ ਪੈਨਸ਼ਨਾਂ ਵੀ ਲੈ ਰਹੇ ਨੇ ਨਾ, ਉਹ ਪੈਨਸ਼ਨਾਂ ਲੈਣ ਤੋਂ ਬਾਅਦ ਵੀ ਕੰਮ ਕਰ ਰਹੇ ਨੇ ਕਿਸੇ ਕੈਟਾਗਰੀ ਦੇ ਵਿੱਚ। ਹੁਣ ਮੈਂ ਇੱਕ ਸਪੈਸ਼ਲ ਕੈਟਾਗਰੀ ਦਾ ਕਿਸੇ ਦਾ ਨਾਂ ਨਹੀਂ ਲੈਂਦਾ, ਤੁਸੀਂ ਜਿੱਧਰ ਵਿੱਚ ਪਬਲਿਕ ਟਰਾਂਸਪੋਰਟ ਲਾ ਲਓ, ਜਿੱਦਾਂ ਵੀ ਤੁਸੀਂ ਮਰਜ਼ੀ ਲਾ ਲਓ, ਪਰ ਉਹ ਲੋਕਾਂ ਨੇ ਆਪਣਾ ਕੰਮ ਕਰਨਾ ਨਹੀਂ ਛੱਡਿਆ, ਕਿਉਂਕਿ ਇੱਕ ਸੰਤੁਸ਼ਟੀ ਦੀ ਹੈ ਜੇ ਆਪਾਂ ਗੱਲ ਕਰ ਲਈਏ। ਤੇ ਜੇ ਆਪਾਂ ਦੂਸਰੇ ਪਾਸੇ ਮਨਜੀਤ ਸਿੰਘ ਜੀ, ਇਹ ਲੋਕਾਂ ਨੇ ਹੁਣ ਪਤਾ ਕੀ ਕਹਿਣਾ ਵੀ ਅਸੀਂ ਵਿਹਲੇ ਜੇ ਬੈਠੇ ਆ ਤਾਂ ਜਿਹੜਾ ਹੱਡ ਹਰਾਮੀ ਹੋ ਜਾਂਦੀ, ਵੀ ਬੰਦਾ ਤੁਰਦਾ ਫਿਰਦਾ ਰਵੇ ਤਾਂ ਉਹ ਜਿਹੜਾ ਉਹ ਵਧੀਆ ਰਹਿੰਦਾ ਨਾ। ਤੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਜਿਹੜੇ ਮਿਹਨਤ ਕਰਦੇ ਉਹ ਮਿਹਨਤ ਕਰਦੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ। ਪਰ ਜਿਹੜੀ ਗਵਰਨਮੈਂਟ ਦੀ, ਜੇ ਤੁਸੀਂ ਗੋਰੇ ਜਦੋਂ ਰਿਟਾਇਰਮੈਂਟ ਹੋ ਜਾਂਦੀ, ਤੁਸੀਂ ਕੰਮ ਕਰਦਾ ਕੋਈ ਦੇਖਿਆ ਨਹੀਂ? ਬਹੁਤ ਘੱਟ ਕਿਤੇ। ਜਾਂ ਤੁਸੀਂ ਇਟਲੀ ਦੇ ਵਿੱਚ ਤੁਸੀਂ ਬਹੁਤ ਸਮਾਂ ਜਿਹੜਾ ਗੁਜ਼ਾਰਿਆ ਜੀ। ਇਟਾਲੀਅਨ ਲੋਕ ਜਦੋਂ ਸਰਕਾਰ ਵੱਲੋਂ ਉਹਨਾਂ ਨੂੰ ਪੈਨਸ਼ਨ ਲੱਗ ਜਾਂਦੀ ਆ, ਨਹੀਂ ਕਰਦੇ ਕੰਮ ਉਹ, ਮਤਲਬ ਇੱਕ ਇੰਜੋਇਮੈਂਟ ਹੁੰਦੀ ਹੈ। ਕਿਉਂਕਿ ਜਿਹੜਾ ਆਪਣੀ ਗੋਰਿਆਂ ਨੇ, ਮਨਜੀਤ ਸਿੰਘ, ਜਿਹੜੇ ਗੋਰਿਆਂ ਨੇ ਕਾਨੂੰਨ ਤੇ ਰੂਲ ਤੇ ਰੈਗੂਲੇਸ਼ਨ ਬਣਾਏ ਸਨ ਨਾ, ਸ਼ਨੀਚਰ ਐਤਵਾਰ ਦੀ ਛੁੱਟੀ, ਬਿਲਕੁਲ ਤੁਸੀਂ ਆਪਣੇ ਬੱਚਿਆਂ ਨੂੰ ਟਾਈਮ ਦੇਣਾ, ਆਪਣੀ ਫੈਮਿਲੀ ਦੇ ਨਾਲ ਤੁਸੀਂ ਟਾਈਮ ਜਿਹੜਾ ਉਹ ਸਪੈਂਡ ਕਰਨਾ, ਤੁਸੀਂ ਆਪਣੇ ਬੱਚਿਆਂ ਨੂੰ ਘੁਮਾਉਣ ਫਿਰਾਉਣ ਲੈ ਕੇ ਜਾਣਾ। ਪਰ ਇਹੋ ਜਿਹੇ ਹਾਲਾਤ ਸਾਡੇ ਬਣ ਗਏ, ਅਸੀਂ ਪੈਸੇ ਦੀ ਦੌੜ ਦੇ ਵਿੱਚ, ਪੈਸੇ ਦੀ ਹੋੜ ਦੇ ਵਿੱਚ ਅਸੀਂ ਸ਼ਨੀਚਰ ਐਤਵਾਰ ਵੀ ਨਹੀਂ ਕਦੀ ਦੇਖਦੇ, ਓਵਰ ਟਾਈਮ ਵੀ ਨਹੀਂ ਕਦੀ ਦੇਖਦੇ, ਆਪਣੀ ਉਮਰ ਦਾ ਤਕਾਜ਼ਾ ਵੀ ਨਹੀਂ ਅਸੀਂ ਦੇਖਦੇ, ਕਿਉਂਕਿ ਇਹੋ ਹੁੰਦਾ ਵੀ ਅਸੀਂ ਚੱਲਦੇ ਫਿਰਦੇ ਹਾਂ। ਕਾਰਨ ਕੀ ਆ? ਭਾਵੇਂ ਕੰਮ ਨਹੀਂ ਵੀ ਹੁੰਦਾ, ਕਿਉਂਕਿ ਮੈਂ ਇਟਲੀ ਦੇ ਵਿੱਚ ਹੁਣ ਜਾ ਕੇ ਆਇਆ, ਉਹ ਲੋਕ ਮਨਜੀਤ ਸਿੰਘ ਜੀ ਤੁਸੀਂ ਯਕੀਨ ਨਹੀਂ ਕਰਨਾ, ਜਿਨ੍ਹਾਂ ਦੇ ਆਇਆਂ ਨੂੰ ਇਟਲੀ ਦੇ ਇੱਥੇ ਆ ਕੇ ਇਟਲੀ ਵਿੱਚ ਪਹੁੰਚ ਗਏ ਜੀ, ਪੇਪਰ ਨਾ ਬਣਨ ਦੇ ਕਾਰਨ ਪਿੱਛੇ ਜਾ ਨਹੀਂ ਹੋਇਆ, ਵਿਆਹ ਕਰਾ ਕੇ ਆ ਗਏ, ਪਿੱਛੋਂ ਨਿਆਣੇ ਵੀ ਵਿਆਹੇ ਗਏ, ਹਾਂਜੀ ਨਿਆਣੇ ਵੀ ਵਿਆਹੇ ਗਏ, ਪਿੱਛੇ ਮੁੜ ਨਹੀਂ ਹੋਇਆ ਜੀ। ਤੇ ਇਸ ਲਈ ਜਿਹੜੇ ਹਾਲਾਤ ਇਟਲੀ ਦੇ ਵਿੱਚ ਬਣ ਚੁੱਕੇ ਨੇ, ਉਹ ਪਿੱਛੇ ਮੁੜ ਨਹੀਂ ਹੋਇਆ। ਹਾਂਜੀ, ਨਿਆਣਿਆਂ ਨੇ ਆਪਣੀ ਪਰਵਰਿਸ਼ ਪੇ ਤੋਂ ਬਿਨਾਂ ਹੋਈ, ਤੇ ਨਿਆਣੇ ਜਿਹੜੇ ਹੁਣ ਕਹਿੰਦੇ ਸਾਡੇ ਕਹਿਣੇ ਦੇ ਵਿੱਚ ਨਹੀਂ। ਹਾਂਜੀ, ਇਹ ਬਹੁਤ ਵੱਡਾ ਇੱਕ ਰੀਜ਼ਨ ਬਣਦਾ ਜਾਂਦਾ। ਫਿਰ ਇਹ ਅਸੀਂ ਕਹਿੰਦੇ ਆ ਅਸਲ ਦੇ ਵਿੱਚ ਜਦੋਂ ਪੇ ਦੇ ਵਿੱਚ ਜਦੋਂ 65 ਸਾਲ ਦੀ ਉਮਰ ਹੋ ਜਾਂਦੀ ਹੈ, ਗੋਡੇ ਨਹੀਂ ਕੰਮ ਕਰਦੇ। ਬਿਲਕੁਲ, ਬਹੁਤਿਆਂ ਦੇ ਨਾਲ ਮੈਂ ਮਿਲਿਆ, ਹਾਂਜੀ, ਉਹ ਕਹਿੰਦੇ ਜੀ ਹੁਣ ਕਰੀਏ ਕੀ, ਪੇਪਰ ਵੀ ਨਹੀਂ, ਸਰਕਾਰ ਕਿਉਂ 3-3 4-4 ਸਾਲ ਅਪਲਾਈ ਪੇਪਰ ਕੀਤਿਆਂ ਨੂੰ ਹੋ ਗਏ ਆ, ਕਿਉਂਕਿ ਕਈਆਂ ਏਜੰਟਾਂ ਨੇ ਲੋਕਾਂ ਨੇ ਠੱਗੀਆਂ ਮਾਰੀਆਂ, ਜਾਲੀ ਪੇਪਰ ਲਾ ਦਿੱਤੇ, ਉਹ ਕੇਸ ਚੱਲਦੇ ਨੇ, ਕੇਸਾਂ ਤਰੀਕਾਂ ਪਈ ਜਾਂਦੀਆਂ ਨੇ, ਕਿ ਨਵੇਂ ਤੋਂ ਨਵਾਂ ਕੋਈ ਨਾ ਕੋਈ ਜਿਹੜਾ ਬਹਾਨਾ ਬਣ ਜਾਂਦਾ। ਤੇ ਜੇ ਆਪਾਂ ਗੱਲ ਕਰੀਏ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਆ ਕੇ ਮਿਹਨਤਾਂ ਕੀਤੀਆਂ ਨੇ, ਮਿਹਨਤਾਂ ਕਰ ਕਰਕੇ ਮਨਜੀਤ ਸਿੰਘ ਜੀ ਪਿੱਛੇ ਕਰੋੜਾਂ ਦੀਆਂ ਕੋਠੀਆਂ ਖੜੀਆਂ ਹੋ ਗਈਆਂ। ਬਿਲਕੁਲ, ਨਿਆਣੇ ਸੀਗੇ, ਨਿਆਣੇ ਪਿੱਛੋਂ ਵਿਆਹ ਦਿੱਤੇ ਗਏ, ਪਰ ਮਾਂ ਨੇ ਇਕੱਲੀ ਨੇ ਨਿਆਣੇ ਵਿਆਹ ਦਿੱਤੇ। ਇਹ ਇਸ ਆਸ ਦੇ ਵਿੱਚ ਕਿ ਕਦੀ ਇਹਦੇ ਪੇ ਨੂੰ ਪੇਪਰ ਮਿਲਣਗੇ ਤਾਂ ਉਹ ਵਾਪਸ ਆਊਗਾ। ਬਿਲਕੁਲ, ਤੇ ਜਦੋਂ ਉਹ ਵਾਪਸ ਜਾਊਗਾ ਉਹ ਕੀ ਕਰੂਗਾ, ਕੀ ਉੱਥੇ ਜਾ ਕੇ? ਬਿਲਕੁਲ ਜੀ, ਇਹ ਕਹਾਣੀ ਜਿਹੜੀਆਂ ਇਹ ਘਰ ਦੀ ਕਹਾਣੀ ਹੈ। ਇੱਕ ਸਾਡੇ ਨਾਲ ਇਹ ਪਹਿਲਾਂ ਸੀਗਾ ਇੱਕ ਉੱਥੇ ਗੁਰਦੁਆਰਾ ਸਾਹਿਬ ਮਤਲਬ ਰਹਿ ਰਿਹਾ ਸੀ ਵਿਅਕਤੀ ਉਹ ਜੀ, ਤੇ ਉਹ ਵੀ ਘੱਟੋ ਘੱਟ ਉਹਨੂੰ 16-17 ਸਾਲ ਉੱਥੇ ਆਏ ਨੂੰ ਹੋ ਗਏ ਸੀਗੇ, ਤੇ ਖੇਤ ਕੰਮ ਵੀ ਵਿਚਾਰਾ ਦਿਹਾੜੀ ਕਿਤੇ ਲਾਉਣੀ ਦਾ, ਉੱਥੇ ਗੁਰਦੁਆਰੇ ਵਿੱਚ ਮਤਲਬ ਉਹਨੇ ਪ੍ਰਸ਼ਾਦਾ ਪਾਣੀ ਜਿਹੜਾ ਉਹ ਛਕ ਲੈਣਾ, ਤੇ ਉਹਦੇ ਪੈਸੇ ਇਕੱਠੇ ਕਰਕੇ ਅਸੀਂ ਖੁਦ ਜਾਣੀ ਕਿ ਪੈਸੇ ਪਾ ਕੇ ਉਹਨੂੰ ਟਿਕਟ ਲਾ ਕੇ ਉਹਨੂੰ ਕਿਹਾ ਵੀ ਤੂੰ ਚੱਲ ਜਾ ਪਿੱਛੇ ਨੂੰ। ਉਹਦੀ ਉਮਰ ਵੀ 62-63 ਸਾਲ ਦੀ ਹੋ ਗਈ ਸੀਗੀ ਜੀ, ਤੇ ਉਹ ਪਿੱਛੇ ਨੂੰ ਜਦੋਂ ਗਿਆ ਤੇ ਮੈਨੂੰ ਲੱਗਦਾ ਵੀ 2 ਮਹੀਨੇ ਬਾਅਦ ਉਹ ਵਿਚਾਰਾ ਆਪਣੀ ਸੰਸਾਰ ਦੀ ਜਿਹੜੀ ਯਾਤਰਾ ਪੂਰੀ ਕਰਕੇ ਤੇ ਉਹ ਚਲਾ ਗਿਆ। ਹੁਣ ਕੀ ਲੈਣਾ ਜੀ ਇਹੋ ਜਿਹਾ, ਮਤਲਬ ਬਹੁਤ ਬੰਦੇ ਇਹੋ ਜਿਹੇ ਆ ਜਿਹੜੇ ਉੱਥੇ ਗੁਰਦੁਆਰਿਆਂ ਵਿੱਚ ਰਹਿ ਰਹੇ ਆ ਜੀ, ਔਰ ਦਿਹਾੜੀ ਵੀ ਲਾ ਲਓ ਵੀ ਹਫ਼ਤੇ ਵਿੱਚ ਇੱਕ ਅੱਧੀ ਲੱਗ ਗਈ ਤੇ ਰੋਟੀ ਪਾਣੀ ਉੱਥੇ ਗੁਰਦੁਆਰੇ ਖਾ ਲਿਆ, ਤੇ ਉਹ ਪੈਸੇ ਪਿੱਛੇ ਨੂੰ ਪਾ ਦਿੰਦੇ ਆ, ਜਾਂ ਉਹਨਾਂ ਦੇ ਉੱਥੇ ਮਤਲਬ ਲੋਕਲ ਖਰਚਾ ਜਿਹੜਾ ਹੋ ਜਾਂਦਾ। ਪਰ ਉਹ ਪਰਿਵਾਰ ਉਹਦਾ ਪਿੱਛੇ ਆ ਪੰਜਾਬ ਦੇ ਵਿੱਚ, ਤੇ ਉਹ ਬੰਦਾ ਜੇ ਹੁਣ ਇੱਥੇ ਰਹਿ ਰਿਹਾ, ਤੂੰ ਕਿਹਦੀ ਖਾਤਰ ਤੂੰ ਕਰ ਰਿਹਾ ਇਹ, ਤੇ ਜਾ ਕੇ ਕਮ ਸੇ ਕਮ ਪਰਿਵਾਰ ਦੇ ਵਿੱਚ ਤੇ ਜਾ ਕੇ ਰਹਿ, ਰੋਟੀ ਪਾਣੀ ਤਾਂ ਤੈਨੂੰ ਉੱਥੇ ਵੀ ਮਿਲ ਜਾਣੀ ਹੈ। ਬਿਲਕੁਲ, ਸੋ ਇਸ ਕਰਕੇ ਇਹ ਸਾਡੀਆਂ ਕਹਾਣੀਆਂ ਦਰਦ ਦੀਆਂ। ਮੈਂ ਇੱਕ ਦੇਖਦਾ ਸੀ ਸੋਸ਼ਲ ਮੀਡੀਆ ਦੇ ਉੱਤੇ, ਇੱਕ ਜਿਹੜੀ ਤੁਸੀਂ ਆਪਾਂ ਗੱਲ ਕਰ ਰਹੇ ਆ ਇਹ ਪੰਜਾਬ ਬਾਰੇ, ਇੱਕ ਪਿੰਡਾਂ ਦੇ ਪਿੰਡ ਜਿਹੜੇ ਆ ਖਾਲੀ ਹੋ ਰਹੇ ਆ ਜੀ, ਉੱਥੇ ਉਹ ਇਹ ਕਹਾਣੀ ਮਤਲਬ ਹੈ ਤਾਂ ਚਲੋ ਉਹਨਾਂ ਨੇ ਬਣਾਈ ਹੋਈ ਸੀ, ਪਰ ਹੈ ਸੱਚ ਹੋਣ ਵਾਲੀ ਆ ਇਹ ਜਿਹੜੀ ਉਹਨਾਂ ਨੇ ਗੱਲ ਦੱਸੀ ਆ। ਇੱਕ ਵਿਅਕਤੀ ਸਮਾਂ ਦੀਦਾ ਹੋਣ ਵਾਲਾ, ਹਾਂਜੀ ਸਮਾਂ ਹੋਣ ਵਾਲਾ, ਇਹ ਸਾਲ 2-4 ਸਾਲਾਂ ਦੀ ਗੱਲ ਹੋ ਰਿਹਾ ਜੀ। ਉਹ ਵਿਅਕਤੀ ਦੇ 2 ਨਿਆਣੇ, ਉਹਦੇ ਕੁੜੀ ਤੇ ਮੁੰਡਾ ਜੀ, ਵਿਅਕਤੀ ਉਹ ਮਤਲਬ ਪੂਰਾ ਹੋ ਗਿਆ ਤੇ ਚੜ੍ਹਾਈ ਕਰ ਗਿਆ, ਤੇ ਨਾਲ ਕੋਈ ਉਹਦਾ ਦੋਸਤ ਮਿੱਤਰ ਸੀਗਾ, ਘਰ ਦੇ ਨਾਲ ਦਾ ਕੋਈ ਘਰ ਸੀ, ਉਹ ਆਏ ਘਰ ਦੇ ਆ ਕੇ ਉਹਨਾਂ ਨੇ ਕਿਹਾ ਵੀ ਉਹ ਹੋਏ ਤਾਂ ਪੂਰਾ ਹੋ ਗਿਆ ਨਾ। ਉਹਨੇ ਕਿਸੇ ਹੋਰ ਨੂੰ ਫੋਨ ਕੀਤਾ, ਉਹ ਕਹਿੰਦਾ ਯਾਰ ਇਹਦੇ ਮੁੰਡੇ ਨੂੰ ਫੋਨ ਕਰ, ਮੁੰਡੇ ਨੂੰ ਫੋਨ ਕੀਤਾ, ਮੁੰਡਾ ਬਾਹਰ ਵਿਦੇਸ਼ ਵਿੱਚ ਸੀਗਾ,
ਜੀ ਤੇ ਉਹ ਮੁੰਡੇ ਨੇ ਕਹਿਤਾ ਮੋਰੇ ਵੀ ਨਹੀਂ ਮੈਂ ਛੁੱਟੀ ਨਹੀਂ ਮਿਲਣੀ ਵੀ ਮੇਰੇ ਕੋ ਆ ਨਹੀਂ ਹੋਣਾ, ਤੁਸੀਂ ਇਹਦਾ ਸੰਸਕਾਰ ਕਰ ਦਿਓ ਵੀ ਜਿੰਨੇ ਪੈਸੇ ਹੈਗੇ ਆ ਉਹ ਮੈਂ ਤੁਹਾਨੂੰ ਭੇਜ ਦੇਣਾ ਜੀ। ਉਹ ਕਹਿੰਦੇ ਯਾਰ ਇਹਦੀ ਕੁੜੀ ਵੀ ਇੱਕ ਕੁੜੀ ਨੂੰ ਫੋਨ ਕਰਕੇ ਦੇਖ ਲਓ, ਕੁੜੀ ਨੇ ਵੀ ਇਹੀ ਮੋਰੇ ਆਪਣੀ ਪ੍ਰੋਬਲਮ ਦੱਸੀ ਵੀ ਮੈਂ ਤਾਂ ਛੁੱਟੀਆਂ ਹੁਣ ਮੈਨੂੰ ਨਹੀਂ ਮਿਲਣੀ ਛੁੱਟੀ, ਵੀ ਤੁਸੀਂ ਇਹਦਾ ਕਰ ਦਿਓ ਵੀ ਜੋ ਤੁਹਾਡਾ ਖਰਚਾ ਹੈਗਾ ਉਹ। ਹੁਣ ਮਤਲਬ ਇੱਥੇ ਬਹਾਨਾ ਇਹ ਹੋ ਜਾਂਦਾ ਵੀ ਮੈਂ ਕਰਨਾ, ਹੁਣ ਤਾਂ ਜੋ ਹੋਣਾ ਸੀ ਹੋ ਗਿਆ, ਉਹ ਜੋ ਹੋਣਾ ਸੀ ਹੋ ਗਿਆ, ਮੂੰਹ ਅਸੀਂ ਚਲੋ ਤੁਸੀਂ ਸਾਨੂੰ ਲਾਈਵ ਦਿਖਾ ਦਿਓ। ਚਲੋ ਉਹਨਾਂ ਨੇ ਕਰ ਕਰਾ ਕੇ ਤੇ ਇੱਕ ਬੰਦਾ ਹੋਰ ਸੱਦਿਆ, 3 ਮਿੱਤਰ ਹੋ ਗਿਆ ਉਹ ਬੰਦੇ ਦੇ ਮਰੇ ਹੋਏ ਦੇ, ਉਹ ਆ ਕੇ ਉਹਨਾਂ ਨੇ ਦੇਖ ਕੇ ਉੱਥੇ ਕਹਿੰਦੇ ਚਲੋ ਇਹਦਾ ਸੰਸਕਾਰ ਕਰੋ ਤੇ ਉਹ ਕਹਿੰਦਾ ਬੰਦਾ ਕਿਸੇ ਨੂੰ ਹਾਕ ਮਾਰ ਲਓ ਵੀ 4 ਬੰਦੇ ਤਾਂ ਚਾਹੀਦੇ ਅਰਥੀ ਚੱਕਣ ਨੂੰ, ਉਹ ਚੌਥਾ ਬੰਦਾ ਨਹੀਂ ਲੱਭਿਆ ਉਹਨਾਂ ਨੂੰ। ਤੇ ਉਹਨਾਂ ਨੇ ਘਰਾਂ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਘੁੰਮਿਆ ਤੇ ਉਹ ਕੋਈ ਉਹਦੇ ਨਾਲ ਦਾ ਕੋਈ ਬੰਦਾ ਨਹੀਂ, ਜੇ ਕੋਈ ਲੱਭਿਆ ਵੀ ਤਾਂ ਬਿਮਾਰ, ਉਹ ਅਰਥੀ ਚੱਕਣ ਦੇ ਕਾਬਲ ਨਹੀਂ ਸੀ, ਯੋਗ ਨਹੀਂ ਸੀ ਜੀ। ਫਿਰ ਉਹ ਕਹਿੰਦਾ ਯਾਰ ਹੁਣ ਕੀ ਕਰੀਏ, ਉਹ ਕਹਿੰਦੇ ਇਦਾਂ ਕਰੋ ਇਹਨੂੰ ਪੱਠਿਆਂ ਵਾਲਾ ਜਿਹੜਾ ਰੇੜਾ ਹੁੰਦਾ ਵੀ ਰੇੜੇ ਦੇ ਉੱਤੇ ਪਾ ਕੇ ਤੈਨੂੰ ਸਿਵਿਆਂ ਤੱਕ ਲੈ ਕੇ ਤੇ ਉੱਥੇ ਜਾ ਕੇ ਸੰਸਕਾਰ ਕਰ ਦਿੰਦੇ ਆ। ਇਹ ਕਹਾਣੀ ਸਾਡੇ ਪੰਜਾਬ ਦੀ ਇੱਕ ਦ੍ਰਿਸ਼ ਦਿਖਾਇਆ ਸੀ, ਇਹ ਹੋਣ ਵਾਲਾ ਹੈ ਜੀ, ਇਹ ਹੋਰ 2-4 ਸਾਲਾਂ ਨੂੰ ਇਦਾਂ ਹੋਣੀ ਹੈ। ਇਹ ਬਿਲਕੁਲ ਮਨਜੀਤ ਸਿੰਘ ਜੀ ਬਿਲਕੁਲ ਤੁਹਾਡੀ ਇਹ ਸੱਚਾਈ ਗੱਲ ਆ ਕਿ ਜਿਸ ਤਰ੍ਹਾਂ ਹਾਲਾਤ ਇਸ ਲਈ ਬਣਦੇ ਜਾਂਦੇ ਨੇ ਨਾ, ਇਸ ਕਰਕੇ ਪਿੰਡਾਂ ਦੇ ਵਿੱਚ ਸਾਡੇ ਕੋਲ ਵੀਡੀਓ, ਪਹਿਲਾਂ ਉਹ ਵੀਡੀਓ ਦਿਖਾ ਦਈਏ ਆਪਣੇ ਦਰਸ਼ਕਾਂ ਨੂੰ, ਉਸ ਤੋਂ ਬਾਅਦ ਆਪਾਂ ਕਰਦੇ ਗੱਲਬਾਤ। ਇਹ ਦੇਖਦੇ ਆ ਇਸ ਵੀਡੀਓ ਕਿਸੇ ਪਿੰਡ ਦੀ ਆ ਕਿ ਪਿੰਡਾਂ ਦੇ ਵਿੱਚ ਸਵੇਰੇ ਸ਼ਾਮ ਗੁਰੂ ਘਰ ਦਾ ਸਪੀਕਰ ਬੋਲਦਾ ਆ, ਬਾਣੀ ਗੁਰੂ ਜਿਹੜਾ ਗ੍ਰੰਥੀ ਸਾਹਿਬਾਨ ਆ ਉਹ ਜ਼ਰੂਰ ਸਰਵਣ ਕਰਵਾਉਂਦੇ ਨੇ, ਪਰ ਪਿੰਡਾਂ ਦੇ ਵਿੱਚ ਬਾਣੀ ਸੁਣਨ ਵਾਲੇ ਕਿੰਨੇ ਘਰ ਨੇ, ਦੇਖਦੇ ਆ ਵੀਡੀਓ ਨੂੰ। ਮੇਲੇ ਲੱਗੇ ਹੁੰਦੇ ਸੀ ਪਿੰਡਾਂ 'ਚ, ਹੁਣ ਤਾਂ ਬੰਦਾ ਦੂਰ ਦੂਰ ਤੱਕ ਬੰਦਾ ਕੋਈ ਨਹੀਂ। ਅੰਬਾਂ ਨੂੰ ਕੀ ਕਹਿੰਦੇ ਹੁੰਦੇ ਆ, ਬੂਰ ਪਿਆ ਆ, ਅੱਗੇ ਤਾਂ ਮਾਰ ਕੱਚੇ ਹੀ ਖਾ ਲੈਂਦੇ, ਹੁਣ ਤਾਂ ਪੱਕ ਕੇ ਡਿੱਗ ਜਾਂਦੇ ਤਾਂ ਵੀ ਨਹੀਂ ਕੋਈ ਖਾਂਦਾ। ਸੰਨ ਮਸਾਨ ਇਹ ਸੁੰਨੀਆਂ ਗਲੀਆਂ ਨੇ ਆ ਮੇਰੇ ਪਿੰਡ ਦੀਆਂ, ਸਭ ਲੋਕੀ ਚਲ ਗਏ ਛੱਡ ਕੇ ਪਿੰਡ। ਏਡੇ ਮਹਿਲ ਪਾ ਕੇ ਲੋਕੀ ਕੋਈ ਰਹਿ ਕੇ ਖੁਸ਼ ਹੀ ਨਹੀਂ ਇੱਥੇ। ਏਡੇ ਮਹਿਲ ਸਭ ਸੁੰਨੇ ਪਏ, ਉਹਦੇ ਕੋਠੀਆਂ ਸਭ ਖਾਲੀ ਪਈਆਂ, ਖਾਲੀ। ਮੇਲੇ ਲੱਗੇ ਹੁੰਦੇ ਸੀ ਪਿੰਡਾਂ 'ਚ, ਹੁਣ ਤਾਂ ਬੰਦਾ ਦੂਰ ਦੂਰ ਤੱਕ ਬੰਦਾ ਕੋਈ ਨਹੀਂ। ਅੰਬਾਂ ਨੂੰ ਕੀ ਕਹਿੰਦੇ ਹੁੰਦੇ ਆ, ਬੂਰ ਪਿਆ ਆ, ਅੱਗੇ ਤਾਂ ਮਾਰ ਕੱਚੇ ਹੀ ਖਾ ਲੈਂਦੇ, ਹੁਣ ਤਾਂ ਪੱਕ ਕੇ ਡਿੱਗ ਜਾਂਦੇ ਤਾਂ ਵੀ ਨਹੀਂ ਕੋਈ ਖਾਂਦਾ। ਸੰਨ ਮਸਾਨ ਇਹ ਸੁੰਨੀਆਂ ਗਲੀਆਂ ਨੇ ਆ ਮੇਰੇ ਪਿੰਡ ਦੀਆਂ, ਸਭ ਲੋਕੀ ਚਲ ਗਏ ਛੱਡ ਕੇ ਪਿੰਡ। ਏਡੇ ਮਹਿਲ ਪਾ ਕੇ ਲੋਕੀ ਕੋਈ ਰਹਿ ਕੇ ਖੁਸ਼ ਹੀ ਨਹੀਂ ਇੱਥੇ। ਤੁਸੀਂ ਦੇਖਿਆ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਗੁਰੂ ਘਰ ਦਾ ਸਪੀਕਰ ਤਾਂ ਜ਼ਰੂਰ ਬੋਲਦਾ ਆ, ਪਰ ਉਹਨੂੰ ਕਿੰਨੇ ਲੋਕ ਸੁਣਦੇ ਨੇ ਇਹ ਹੁਣ ਪਿੰਡਾਂ ਤੇ ਡਿਪੈਂਡ ਕਰਦਾ ਕਿਹੜੇ ਪਿੰਡ ਦੇ ਵਿੱਚ ਕਿਹੋ ਜਿਹੇ ਹਾਲਾਤ ਬਣੇ। ਆਪਸ ਵਿੱਚ ਭਾਈਚਾਰਕ ਸਾਂਝ ਦੀ ਆਪਾਂ ਜੇ ਮਨਜੀਤ ਸਿੰਘ ਜੀ ਗੱਲ ਕਰ ਲਈਏ ਤਾਂ ਭਾਈਚਾਰਕ ਸਾਂਝ ਸਾਡੀ ਬਿਲਕੁਲ ਜਿਹੜੀ ਉਹ ਖਤਮ ਹੋ ਗਈ ਆ, ਕਿਉਂਕਿ ਇੱਕ ਮਹਿਮਾਨ ਇੱਕ ਸੱਜਣ ਸਾਨੂੰ ਮਿਲੇ ਸਮੈਥਿਕ ਦੇ ਵਿੱਚ, ਉਹ ਕਹਿੰਦਾ ਜਦੋਂ ਅਸੀਂ ਆਏ ਸੀ ਨਾ ਇੱਥੇ ਇੰਗਲੈਂਡ ਦੇ ਵਿੱਚ, ਉਦੋਂ ਹਾਲਾਤ ਕੁਛ ਹੋਰ ਸਨ ਜੀ, ਪਿੱਛੇ ਦੇ ਹਾਲਾਤ ਕੁਛ ਹੋਰ ਸਨ। ਆਏ ਅਸੀਂ ਵੀ ਇਸੇ ਕਰਕੇ ਸੀ ਕਿ ਅਸੀਂ ਵੀ ਕੁਝ ਸਮਾਂ ਕਰਕੇ ਕੰਮ ਤਾਂ ਪਿੱਛੇ ਨੂੰ ਮੁੜ ਜਾਣਾ, ਪਰ ਇਹੋ ਜਿਹਾ ਗੁੰਝਲਦਾਰ ਜਾਲ ਇਹਨਾਂ ਸਰਕਾਰਾਂ ਨੇ, ਇਹਨਾਂ ਲੋਕਾਂ ਨੇ ਬੁਣਿਆ ਕਿ ਅਸੀਂ ਇਹਨਾਂ ਜਾਲਾਂ ਦੇ ਵਿੱਚੋਂ ਨਿਕਲਣ ਦੇ ਵਿੱਚ ਅਸਮਰੱਥ ਹੋ ਗਏ। ਚਾਹੁੰਦਿਆਂ ਹੋਇਆਂ ਵੀ ਆਪਣੇ ਘਰਾਂ ਦੇ, ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਘਰਾਂ ਦੇ ਮਹਿਮਾਨ ਬਣ ਗਏ, ਤੇ ਚਾਹੁੰਦਿਆਂ ਹੋਇਆਂ ਵੀ ਪਿੱਛੇ ਨੂੰ ਮੁੜਨ ਦੇ ਲਈ ਅਸੀਂ ਪਿੱਛੇ ਨੂੰ ਮੁੜ ਨਹੀਂ ਸਕਦੇ। ਕਿਉਂ, ਕੀ ਕਾਰਨ ਆ? ਕਿਉਂਕਿ ਅੱਜ ਮਿਹਨਤ ਆਪਾਂ ਕਰਦੇ ਹਾਂ, ਕੋਸ਼ਿਸ਼ ਹੁੰਦੀ ਆ ਕਿ ਮੈਂ ਹੁਣ ਜਿੱਥੇ ਰਹਿਣਾ ਇੱਥੇ ਆਪਣੇ ਪਰਿਵਾਰ ਨੂੰ ਸੱਦ ਲਿਆ ਜਾਵੇ, ਸੱਦਿਆ ਵੀ ਜਾਂਦਾ। ਸਰਕਾਰਾਂ ਨੇ ਸਿਸਟਮ ਬਹੁਤ ਸੌਖਾ ਕਰ ਦਿੱਤਾ। ਜੇ ਕਦੀ ਮਨਜੀਤ ਸਿੰਘ ਜੀ ਤੁਸੀਂ ਦੇਖਿਆ ਸੀ ਕਿ ਜੇ ਕੱਚੇ ਬੰਦਿਆਂ ਦੇ ਵੀਜ਼ੇ ਲੱਗਦੇ ਦੇਖੇ ਸੀ ਕਦੀ? ਮੈਂ ਤਾਂ ਦੇਖੇ ਨਹੀਂ ਸੀ ਕਦੀ। ਨਹੀਂ ਜੀ। ਖਾਸ ਕਰਕੇ ਆਪਾਂ ਜੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀ ਆਪਾਂ ਗੱਲ ਕਰੀਏ, ਬਿਲਕੁਲ, ਜਾਂ ਨਿਊਜ਼ੀਲੈਂਡ, ਆਸਟ੍ਰੇਲੀਆ ਦੀ ਗੱਲ ਕਰ ਰਹੀਏ, ਤੇ ਕਹਿੰਦੇ ਵੀ ਉੱਥੇ ਦਾ ਵੀਜ਼ਾ ਲੈਣਾ ਬਹੁਤ ਔਖਾ ਆ, ਬਿਲਕੁਲ ਬਹੁਤ ਜ਼ਿਆਦਾ ਔਖਾ ਹੈ। ਤੇ ਜਿਹਦਾ ਵੀਜ਼ਾ ਲੱਗ ਜਾਂਦਾ ਸੀ ਉਹ ਤਾਂ ਆਪਣੇ ਆਪ ਨੂੰ ਕਰਮਾਂ ਵਾਲਾ, ਤਾਂ ਭਾਗਾਂਸ਼ਾਲੀ ਸਮਝਦਾ ਸੀ। ਹੁਣ ਤਾਂ ਇਸ ਲਈ ਸਰਕਾਰਾਂ ਨੇ ਸਿਸਟਮ ਹੀ ਇਹੋ ਜਿਹਾ ਬਣਾ ਦਿੱਤਾ ਕਿ ਜਿੱਦਾਂ ਵੀ ਸਾਰੇ ਚੱਕ ਹੀ ਲੈਣੇ ਹੁੰਦੇ ਆ, ਕਿਉਂਕਿ ਸਿੱਧੇ ਤੌਰ ਤੇ ਇਹ ਅਨਾਉਂਸ ਨਹੀਂ ਕਰਦੇ ਕਿ ਸਾਨੂੰ ਆ ਜਾਓ ਤੇ ਟਿਕਟ ਲਾਓ ਤੇ ਆ ਜਾਓ, ਪਰ ਸਿਸਟਮ ਇਹੋ ਜਿਹਾ ਹੀ ਹੋਇਆ ਆ। ਬਿਲਕੁਲ ਉਹੀ ਸਿਸਟਮ ਬਣਿਆ ਜੀ, ਕਿਉਂਕਿ ਸਰਕਾਰਾਂ ਦੀ ਵੀ ਜਿੱਦਾਂ ਹੁਣ ਮੰਨ ਲਓ ਕੈਨੇਡਾ ਦੇ ਵਿੱਚ ਲੈ ਲਓ, ਉੱਥੇ ਹੁਣ ਕਾਫੀ ਰਕਬਾ ਜਿਹੜਾ ਇਹੋ ਜਿਹਾ ਆ ਜਿੱਥੇ ਉਹ ਡਿਵੈਲਪ ਕਰਨਾ ਉਹਨਾਂ ਨੇ, ਉਹਨਾਂ ਦੀਆਂ ਮਜਬੂਰੀਆਂ ਆ ਉਹ, ਤੇ ਉੱਥੇ ਗੋਰੇ ਉਹ ਕੰਮ ਨਹੀਂ ਕਰਦੇ, ਕਿਉਂਕਿ ਸਾਡੇ ਪੰਜਾਬੀ ਜਿਹੜੇ ਆ ਉਹ ਹਾਰਡ ਵਰਕ ਕਰਦੇ ਆ, ਮਿਹਨਤੀ ਕੰਮ ਕਰਦੇ ਆ। ਉਹਨਾਂ ਨੇ ਉਹ ਵੀਜ਼ੇ ਦੀਆਂ ਉਹ ਕਰਕੇ ਉੱਥੇ ਸੱਦ ਕੇ ਤੇ ਉਹਨਾਂ ਕੋਲ ਉਹ ਕੰਮ ਕਰਾਉਂਦੇ ਆ, ਤੇ ਕਾਫੀ ਏਰੀਏ ਜਿੱਥੇ ਉਹ ਬਰਫ਼ ਦਾ -40-50 ਡਿਗਰੀ ਟੈਂਪਰੇਚਰ ਚੱਲਦਾ। ਸੋ ਇਸ ਕਰਕੇ ਇਹ ਸਾਰਾ ਸਰਕਾਰਾਂ ਦੇ ਵਿੱਚ ਚੱਲਦਾ ਇਹ ਜੀ।
ਜਿਹੜਾ ਸਿਸਟਮ ਆ ਇਹ ਆਪਾਂ ਜੇ ਗੱਲ ਕਰੀਏ ਸਿਸਟਮ ਦੇ ਵਿੱਚ ਰਹਿ ਕੇ ਜਿਹੜਾ ਸਿਸਟਮ ਬਣਾਇਆ ਜਾਂਦਾ ਨਾ ਸਰਕਾਰਾਂ ਵੱਲੋਂ, ਉਹ ਸਰਕਾਰਾਂ ਵੱਲੋਂ ਸਿਸਟਮ ਬਣਾਇਆ ਜਾਂਦਾ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਸੱਦ ਲਓ ਤੇ ਆਉਣ ਸਾਰ ਉਹ ਜਿਹੜੀ ਉਹ ਪੈਨਸ਼ਨ ਉਹਨਾਂ ਨੂੰ ਲੱਗ ਜਾਣੀ ਆ। ਪੈਨਸ਼ਨ ਸਰਕਾਰਾਂ ਲਾ ਦਿੰਦੀਆਂ ਨੇ ਤੇ ਉਹ ਫਿਰ 28 ਦਿਨ ਦਾ ਸਮਾਂ ਜਿਹੜਾ ਤੁਹਾਨੂੰ ਦੇ ਦਿੱਤਾ ਜਾਂਦਾ ਕਿ ਤੁਸੀਂ 28 ਦਿਨ ਤੋਂ ਜ਼ਿਆਦਾ ਇਸ ਕੰਟਰੀ ਤੋਂ ਬਾਹਰ ਨਹੀਂ ਰਹਿਣਾ। ਕਿਉਂ ਬਾਹਰ ਨਹੀਂ ਰਹਿਣਾ? ਕਿਉਂਕਿ ਇੱਕ ਤੁਹਾਡਾ ਜੇ ਮੈਂ ਗੁੰਝਲਦਾਰ ਜਾਲ ਦੀ ਜਿਹੜੀ ਗੱਲ ਕੀਤੀ ਨਾ, ਇਹ ਗੁੰਝਲਦਾਰ ਜਾਲ ਇਹੀ ਆ ਕਿਉਂਕਿ ਤੁਸੀਂ ਇੱਥੇ ਦੇ ਰਹਿਣਾ, ਤੁਸੀਂ ਜਿਹੜੀ ਤੁਹਾਨੂੰ ਪੈਨਸ਼ਨ ਮਿਲਣੀ ਆ, ਜਿਹੜੇ ਤੁਹਾਨੂੰ ਪੈਸੇ ਮਿਲਣੇ, ਤੁਹਾਨੂੰ ਇੱਥੇ ਸਪੈਂਡ ਕਰਨੇ ਪੈਣੇ ਆ, ਉਹ ਤੁਸੀਂ ਇੱਥੇ ਹੀ ਖਰਚੋਗੇ। ਤੇ ਆਪਣੀਆਂ ਪਿਛਲੀਆਂ ਜ਼ਮੀਨਾਂ ਜਿਹੜੀਆਂ ਕਰੋੜਾਂ ਦੇ ਗਿਣਤੀ ਜਿਹੜਾ ਕਰੋੜਾਂ ਦੇ ਵਿੱਚ ਜਿਹੜੀ ਇਹ ਆਪਾਂ ਅਕਾਊਂਟ ਕਰਦੇ ਸੀ ਕਿ ਸਾਡਾ ਕਰੋੜ ਦਾ ਕਿੱਲਾ ਆ, ਅੱਜ ਉਹਨਾਂ ਕਿੱਲਿਆਂ ਦੀ ਕੀਮਤ ਪੁੱਛ ਕੇ ਦੇਖ ਲਿਓ, ਕਿੱਲਿਆਂ ਨੂੰ ਕੋਈ ਲੈਣ ਨੂੰ ਤਿਆਰ ਨਹੀਂ। ਕੀ ਕਾਰਨ ਹੈ? ਅੱਜ ਕਿਹੜੀ ਉਹ ਕਮੀ ਹੋ ਗਈ ਉਸ ਜ਼ਮੀਨ ਦੇ ਵਿੱਚ ਕਿ ਉਹ ਜ਼ਮੀਨ ਕੀ ਪੈਦਾਵਾਰ ਫਸਲ ਕਰਨੋਂ ਹਟ ਗਈ? ਕੀ ਕਾਰਨ ਕੀ ਬਣਿਆ ਕਿ ਉਹ ਜ਼ਮੀਨਾਂ ਅੱਜ ਲੋਕੀ ਕਿੱਲਿਆਂ ਲੱਖਾਂ ਦੇ ਹਿਸਾਬ ਨਾਲ ਵੀ ਲੈਣ ਨੂੰ ਤਿਆਰ ਨਹੀਂ? ਕੋਠੀਆਂ ਦੀਆਂ ਕੋਠੀਆਂ ਖਾਲੀ ਪਈਆਂ ਨੇ, ਫਲੈਟਾਂ ਦੇ ਫਲੈਟ ਖਾਲੀ ਪਏ ਨੇ, ਵੇਚਣੇ ਲੱਗੇ ਹੋਏ ਨੇ, ਕੋਈ ਲੈਣ ਨੂੰ ਤਿਆਰ ਨਹੀਂ। ਕਿਉਂਕਿ ਅੱਜ ਜੇ ਆਪਾਂ ਗੱਲ ਕਰੀਏ ਸਮੇਂ ਦੀ ਦੌੜ, ਠੀਕ ਆ, ਘਰ ਸਾਡੇ ਇੱਕ ਓਡਾ ਕੁ ਹੋਣਾ ਚਾਹੀਦਾ ਜਿਹੜੇ ਇੱਕ ਘਰ ਦੇ ਵਿੱਚ ਤੁਸੀਂ ਰਹਿ ਕੇ ਪਰਿਵਾਰਕ ਮੈਂਬਰ ਗੁਜ਼ਾਰੇ ਕਰ ਸਕਦੇ ਹੋ। ਪਰ ਅੱਜ ਸਾਡੀ ਹੋੜ ਇਹ ਲੱਗ ਗਈ ਆ ਕਿ ਸਾਡੇ ਕੋਲ ਜਿੰਨਾ ਵੱਡਾ ਘਰ ਹੋਵੇ ਉਨਾ ਹੀ ਸਾਡਾ ਦੁਨੀਆ ਦੇ ਵਿੱਚ ਰੁਤਬਾ ਜਿਹੜਾ ਉਹ ਵੱਡਾ ਹੋਵੇਗਾ। ਪਰ ਨਹੀਂ, ਕਿਤੇ ਨਾ ਕਿਤੇ ਦੇਖਿਆ ਜਾਵੇ ਅਖੀਰ ਦੇ ਜਿਹੜੇ ਹਾਲਾਤ ਹੁਣ ਬਣ ਚੁੱਕੇ ਨੇ, ਖਾਸ ਕਰਕੇ ਯੂਰਪੀਅਨ ਕੰਟਰੀਆਂ ਦੇ ਵਿੱਚ ਵੀ ਇਹ ਦੌਰ ਜਿਹੜਾ ਸ਼ੁਰੂ ਹੋ ਚੁੱਕਿਆ, ਜਿਹੜਾ ਇੰਗਲੈਂਡ ਦੇ ਵਿੱਚ ਕੁਝ ਸਮਾਂ ਪਹਿਲਾਂ ਸੀਗਾ, ਅੱਜ ਉਸ ਦੌਰ ਦੇ ਵਿੱਚੋਂ ਯੂਰਪੀਅਨ ਕੰਟਰੀਆਂ ਵੀ ਨਿਕਲ ਰਹੀਆਂ ਨੇ। ਕਿਉਂਕਿ ਜੇ ਆਪਾਂ ਗੱਲ ਕਰੀਏ ਦੂਸਰੀ ਤੀਸਰੀ ਜਨਰੇਸ਼ਨ, ਉੱਥੇ ਵੀ ਜਿਹੜੀ ਦੂਸਰੀ ਜਨਰੇਸ਼ਨ ਜਿਹੜੀ ਆ ਯੂਰਪੀਅਨ ਕੰਟਰੀਆਂ ਦੇ ਵਿੱਚ ਉਹ ਜਿਹੜੀ ਆ ਸ਼ੁਰੂ ਹੋ ਚੁੱਕੀ ਆ। ਨੌਜਵਾਨਾਂ ਨੇ ਬੱਚੇ ਬੱਚੀਆਂ ਨੇ ਆਪਣਾ ਜਿਹੜਾ ਉਹ ਰਸਤਾ ਉਹ ਅਪਣਾ ਲਿਆ ਕਿ ਅਸੀਂ ਆਪਣਾ ਜਿੱਦਾਂ, ਕਿਉਂਕਿ ਜਿਸ ਹਿਸਾਬ ਨਾਲ ਸੰਗਤ ਹੋਵੇ ਉਸ ਹਿਸਾਬ ਨਾਲ ਇਹ ਰੰਗਤ ਜਿਹੜੀ ਨੌਜਵਾਨੀ ਬੱਚਿਆਂ ਨੂੰ ਚੜ੍ਹ ਜਾਂਦੀ ਹੈ। ਕਿਉਂਕਿ ਹੁਣ ਤੁਸੀਂ ਦੇਖ ਲਿਓ, ਆਪਾਂ ਆ ਕੇ ਜਦੋਂ ਇਹਨਾਂ ਕੰਟਰੀਆਂ ਦੇ ਵਿੱਚ ਆਏ ਸੀਗੇ ਤੇ ਉਦੋਂ ਸਾਡੀ ਕੀ ਕੋਸ਼ਿਸ਼ ਸੀਗੀ, ਸਾਡਾ ਆਪਣਾ ਪਹਿਲਾ ਘਰ ਹੋਵੇ। ਘਰ ਆਪਾਂ ਲੈ ਲਿਆ, ਉਸ ਹਿਸਾਬ ਨਾਲ ਸੰਤੁਸ਼ਟੀ ਹੋ ਗਈ। ਪਰ ਅੱਜ ਤੁਸੀਂ ਬੱਚਿਆਂ ਨੂੰ ਪੁੱਛ ਕੇ ਦੇਖੋ ਕਿ ਤੁਸੀਂ ਤੁਸੀਂ ਪਹਿਲਾਂ ਘਰ ਲਓ, ਜਦੋਂ ਬੱਚਾ ਜੌਬ ਤੇ ਲੱਗ ਜਾਂਦਾ ਨਾ, ਉਹਨੂੰ ਕਹੋ ਵੀ ਤੂੰ 3 ਲੱਖ ਜਾਂ 4 ਲੱਖ ਵਾਲਾ ਘਰ ਲੈ, ਉਹ ਕਦੀ ਵੀ ਨਹੀਂ ਲਊਗਾ, ਨਾ ਕਰ ਦੂਗਾ। ਜੇ ਤਾਂ ਤੁਸੀਂ ਲੈ ਕੇ ਦੇ ਦਿਓ ਤਾਂ ਵੱਖਰੀ ਗੱਲ ਆ, ਚਲੋ ਤੁਸੀਂ ਦੇਤਾ। ਜੇ ਤੁਸੀਂ ਕਹੋ ਵੀ ਤੈਨੂੰ ਡਿਪੋਜ਼ਿਟ ਦੇ ਦਿੰਦੇ ਆ ਤਾਂ ਤੂੰ ਆਪਣੇ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਘਰ ਦੀਆਂ ਕਿਸ਼ਤਾਂ ਆਪ ਲਾ ਲਾ, 5 ਬੈਡਰੂਮ ਵਾਲਾ ਕਹਿ ਕੇ ਦੇ ਦਿਓ, ਦੇਖ ਲਓ ਕਿੰਨੇ ਬੱਚੇ ਤੁਹਾਨੂੰ ਨਾ ਕਰਦੇ ਆ, ਹਾਂ ਕਰਦੇ ਆ ਜਾਂ ਨਾ ਕਰਦੇ ਆ। ਕਿਉਂਕਿ ਬੱਚੇ ਅੱਜ ਕੱਲ੍ਹ ਕਹਿੰਦੇ ਅਸੀਂ ਆਪਣੀ ਲਾਈਫ ਆਪਣੀ ਜੀਣੀ ਆ। ਆਪਾਂ ਇਟਾਲੀਅਨ ਭਾਈਚਾਰੇ ਦੀ ਗੱਲ ਕਰ ਲਈਏ, ਮੇਰੇ ਦੋਸਤ ਸਨ, ਕਮੂਨੇ ਦੇ ਵਿੱਚ ਕੌਂਸਲ ਦੇ ਵਿੱਚ ਕੰਮ ਕਰਦਾ ਸੀ, ਕਾਫੀ ਵੱਡੀ ਪੋਸਟ ਤੇ ਸੀਗਾ। ਇੱਕ ਲੜਕੀ ਉਹਦੀ ਸਵਿਟਜ਼ਰਲੈਂਡ ਦੇ ਵਿੱਚ ਚਲੇ ਗਈ, ਲੜਕਾ ਉਹਦਾ ਸਪੇਨ ਦੇ ਵਿੱਚ ਚਲਿਆ ਗਿਆ। ਜਦੋਂ ਪਿੱਛੇ 2-3 ਘਰ ਸਨ, ਇੱਕ ਰੋਮ ਦੇ ਵਿੱਚ ਸੀ, ਇੱਕ ਜਿੱਥੇ ਉਹ ਰਹਿੰਦੇ ਸੀ ਨਾ, ਇੱਕ ਰੈਂਟ ਤੇ ਘਰ ਦਿੱਤਾ ਹੋਇਆ ਸੀਗਾ। ਜਦੋਂ ਇਕੱਲੇ ਰਹਿ ਗਏ, ਦੋਨੇ ਹੀ ਤੀਵੀਂ ਆਦਮੀ ਰਿਟਾਇਰ ਹੋ ਗਏ, ਇਕੱਲੇ ਰਹਿ ਗਏ, ਉਹ ਹੁਣ ਘਰ ਦੇ ਵਿੱਚ ਕਰਨ ਕੀ? ਠੀਕ ਆ, ਸਮਾਂ ਅਕਸਰ ਜਿਹੜਾ ਇਹ ਦਿਲ ਆ ਨਾ, ਇਹ ਫਿਰ ਵੀ ਆਪਣੇ ਜਿੱਦਾਂ ਮਰਜ਼ੀ ਤੁਸੀਂ ਕਹਿ ਲਓ, ਇਹ ਆਪਣੇ ਬੱਚਿਆਂ ਵੱਲੋਂ ਭੱਜਦਾ। ਆਪਣੇ ਮੁੰਡੇ ਕੋਲ ਸਪੇਨ ਨੂੰ ਗਿਆ, ਉੱਥੇ ਗਿਆ ਵੀ ਪੁੱਤ ਮੈਂ ਤੇਰੇ ਕੋਲ ਛੁੱਟੀਆਂ ਕੱਟਣ ਆਉਣਾ ਚਾਹੁੰਦਾ ਕ੍ਰਿਸਮਸ ਡੇ ਦੇ ਉੱਤੇ। ਕ੍ਰਿਸਮਸ ਡੇ ਦੇ ਉੱਤੇ ਉਹਨੇ ਪਹਿਲਾਂ ਪੁੱਛਿਆ ਵੀ ਪਾਪਾ ਤੂੰ ਕਿੰਨੀ ਤਰੀਕ ਨੂੰ ਆਉਣਾ ਚਾਹੁੰਦਾ ਮੇਰੇ ਕੋਲ? ਤਰੀਕ ਉਹਨੂੰ ਦੱਸਣੀ ਪਈ। ਤੇ ਉਹ ਫਿਰ ਦੂਸਰਾ ਸਵਾਲ ਉਹਨੂੰ ਕੀ ਸੀਗਾ ਕਿ ਤੂੰ ਮੇਰੇ ਕੋਲ ਹੋਰ ਕਿੰਨੇ ਦਿਨ ਇੱਥੇ ਰਹਿਣਾ? ਉਹ ਮਤਲਬ ਇੱਕ ਬੱਚੇ ਆਪਣੇ ਮਾਪੇ ਨੂੰ ਇਹ ਸਵਾਲ ਕਰਦੇ ਆ ਕਿ ਤੁਸੀਂ ਮੈਨੂੰ ਪਹਿਲਾਂ ਦੱਸੋ ਤੁਸੀਂ ਆਉਣਾ ਕਿੱਦਣ ਨੂੰ ਆ ਤੇ ਤੁਸੀਂ ਇੱਥੋਂ ਜਾਣਾ ਕਿੱਦਣ ਨੂੰ ਆ, ਕਿਉਂਕਿ ਮੇਰੀ ਪ੍ਰਾਈਵੇਟ ਆਪਣੀ ਲਾਈਫ ਆ। ਇਹ ਸਾਡੇ ਹਾਲਾਤ, ਇਹ ਗੋਰਿਆਂ ਦੀ ਹਾਲਾਤਾਂ ਦੀ ਗੱਲ ਕਰਦਾ ਕਿ ਇਟਾਲੀਅਨ ਭਾਈਚਾਰੇ ਦੀ ਗੱਲ ਕਰਦਾ, ਇੱਥੇ ਦੇ ਗੋਰਿਆਂ ਦੀ ਗੱਲ ਕਰਦਾ ਕਿ ਅੱਜ ਤੁਸੀਂ ਆਪਣੇ ਬੱਚਿਆਂ ਕੋਲ ਜਾਣਾ ਹੈ ਨਾ, ਤੇ ਅੱਜ ਤੁਹਾਨੂੰ ਦੱਸਣਾ ਪਊਗਾ ਵੀ ਮੈਂ ਇੰਨੀ ਤਰੀਕ ਨੂੰ ਆ ਰਿਹਾ ਤੇ ਇੰਨੀ ਤਰੀਕ ਤੱਕ ਮੈਂ ਤੇਰੇ ਕੋਲ ਰਹਿਣਾ ਆ। ਜੇ ਤੂੰ ਮੈਨੂੰ ਰੱਖ ਸਕਦਾ ਠੀਕ ਹੈ, ਨਹੀਂ ਤਾਂ ਫਿਰ ਆਪਾਂ ਹੋਟਲ ਵਿੱਚ ਰਹਿ ਲਾਂਗੇ, ਕਮ ਸੇ ਕਮ ਤੈਨੂੰ ਘੱਟ ਤੋਂ ਘੱਟ ਦੇਖ ਤਾਂ ਲਵਾਂਗੇ। ਇਹੀ ਹਾਲਾਤ ਜਿਹੜੇ ਆ ਉਹ ਬੱਚੀ ਦੇ ਸੀਗੇ। ਆਪਣੀ ਕੁੜੀ ਦੇ ਕੋਲ ਗਏ ਸਵਿਟਜ਼ਰਲੈਂਡ ਦੇ ਵਿੱਚ, ਤਾਂ ਉਹਨੇ ਇਹ ਕਿਹਾ ਕਿ ਪਾਪਾ ਤੂੰ ਕਿੰਨੇ ਦਿਨ ਹੋਰ ਮੇਰੇ ਕੋਲ ਰਹਿਣਾ, ਕਿਉਂਕਿ ਜਿਹੜਾ ਮੇਰਾ ਬॉयਫ੍ਰੈਂਡ ਆ ਉਹਦੇ ਕੋਲ ਹੋਰ ਰਹਿਣ ਦਾ ਟਿਕਾਣਾ ਨਹੀਂ, ਉਹਨੇ ਮੇਰੇ ਕੋਲ ਆ ਕੇ ਰਹਿਣਾ, ਤੇ ਤੁਸੀਂ ਹੋਰ ਦੱਸੋ ਮੇਰੇ ਕੋਲ ਕਿੰਨੇ ਦਿਨ ਰਹਿਣਾ ਆ। ਇਹ ਹਾਲਾਤ ਜਿਹੜੇ ਇਹ ਗੋਰਿਆਂ ਦੀ ਗੱਲ ਨੇ, ਇਹ ਸਾਡੇ ਭਾਈ ਸਾਹਿਬ ਜੀ, ਇਹ ਤੁਸੀਂ ਯਾਦ ਰੱਖਿਓ, ਇਹ ਸਾਡੇ ਭਾਈਚਾਰੇ ਦੇ ਵਿੱਚ ਇਹ ਹਾਲਾਤ ਬਣਦੇ ਜਾ ਰਹੇ ਨੇ। ਅੱਜ ਤੁਸੀਂ ਜੇ ਬੱਚੇ ਤੁਹਾਡੇ ਆ ਜਿਹਦੇ ਕਿਸੇ ਹੋਰ ਕੰਟਰੀ ਦੇ ਵਿੱਚ ਸੈਟਲਮੈਂਟ ਹੋ ਗਈ ਨਾ, ਕਿਉਂਕਿ ਬੱਚਿਆਂ ਤੋਂ ਬਿਨਾਂ ਰਿਹਾ ਤਾਂ ਨਹੀਂ ਜਾਂਦਾ। ਅਕਸਰ ਇਹ ਦਿਲ ਪਸੀਜਾ ਨਾ ਪੈਦਾ ਕੀਤੇ ਨੇ ਮਾਂ ਨੇ, 9 ਮਹੀਨੇ ਪੇਟ ਦੇ ਵਿੱਚ ਰੱਖ ਕੇ ਉਹਨੂੰ ਵੱਡਾ ਪੇ ਨੇ, ਰੁੱਤ ਇੰਚ ਵੱਧਦਾ ਦੇਖਿਆ ਮਾਂ ਪੇ ਨੇ।
ਕਦ ਉਹ ਨੌਕਰੀ ਤੇ ਲੱਗਿਆ, ਕਦ ਉਹ ਆਪਣੀ ਉਹਨੇ ਨਵੀਂ ਲਾਈਫ ਜਿਹੜੀ ਉਹ ਸ਼ੁਰੂ ਕਰ ਲਈ। ਪਰ ਉਸ ਬੱਚੇ ਨੂੰ ਮਿਲਣ ਦੇ ਜਾਣ ਦੇ ਲਈ ਉਹ ਬੱਚਿਆਂ ਕੋਲ ਟਾਈਮ ਨਹੀਂ। ਜੇ ਤੁਸੀਂ ਆਪਣਾ ਟਾਈਮ ਕੱਢਦੇ ਹੋ ਉਹ ਬੱਚੇ ਨੂੰ ਮਿਲਣ ਜਾਣ ਦੇ ਲਈ, ਤਾਂ ਬੱਚੇ ਦਾ ਸਵਾਲ ਹੁੰਦਾ ਕਿ ਤੁਸੀਂ ਮੇਰੇ ਕੋਲ ਕਿੰਨੇ ਦਿਨ ਰਹਿਣਾ। ਬਿਲਕੁਲ ਹਾਲਾਤ ਜਿਹੜੇ ਆ ਦਿਨ ਤੋਂ ਦਿਨ ਉਹ ਬਿਲਕੁਲ ਇਦਾਂ ਹੀ ਬਦਲ ਗਿਆ। ਦੁਨੀਆ ਜਿਹੜੀ ਆ ਉਹ ਜਿੱਦਾਂ ਤੁਸੀਂ ਦੱਸਿਆ ਇਟਾਲੀਅਨ ਦੀ ਗੱਲ ਕੀਤੀ ਆ, ਆਪਣੇ ਇੱਥੇ ਦੇ ਹਾਲਾਤ ਵੀ ਇਦਾਂ ਹੀ ਆ ਜੀ। ਸਾਡੇ ਇੱਥੇ ਇੱਕ ਮੇਰਾ ਮਿੱਤਰ ਸੀਗਾ, ਉਹ ਅੱਜ ਤੋਂ 6 ਸਾਲ ਪਹਿਲਾਂ ਇੱਥੇ ਆਇਆ ਸੀਗਾ ਜੀ ਆਪਣੇ ਕਿਸੇ ਰਿਲੇਟਿਵ ਦੇ ਘਰ, ਤੇ ਉਹ ਜਦੋਂ ਘਰੇ ਆ ਕੇ ਚਾਹ ਪੀਤੀ ਉਹਨੇ, ਤੇ ਉਹਦੇ ਜਿਹੜਾ ਆਪਣੇ ਸੀਗੇ ਉਹਨਾਂ ਦੇ ਬੱਚੇ ਜੀ ਜਿਹਨਾਂ ਦੇ ਆਇਆ ਸੀ ਕੋਲ ਉਹ, ਤੇ ਉਹਨਾਂ ਨੇ ਪਹਿਲਾਂ ਇਹੀ ਸਵਾਲ ਕੀਤਾ ਉਹਨੂੰ ਜੀ, ਕਹਿੰਦੇ ਵੀ ਤੁਸੀਂ ਕਿੰਨੇ ਦਿਨ ਇੱਥੇ ਰਹਿਣਾ। ਤੇ ਕਿਉਂਕਿ ਸਾਡੀ ਜਿਹੜਾ ਉਹ ਹੈਗਾ ਲਾਈਫ ਸਟਾਈਲ ਦਾ ਜਿਹੜਾ, ਉਹ ਕਹਿੰਦਾ ਕੋਈ ਗੱਲ ਨਹੀਂ ਮੈਂ ਤਾਂ ਚਾਹ ਪੀ ਕੇ ਹੁਣੇ ਚੱਲ ਜਾਣਾ, ਦੇਖੋ ਮੁੜ ਕੇ ਨਹੀਂ ਫਿਰ ਮੈਂ ਆਉਂਦਾ ਜੀ। ਤੇ ਮਤਲਬ ਕਹਿਣ ਦਾ ਇਹ ਆ ਵੀ ਇਹੋ ਜਿਹੇ ਸਵਾਲ ਫਿਰ ਜਦੋਂ ਕਰਦੇ ਆ ਤੇ ਬੰਦੇ ਦਾ ਫਿਰ ਅੰਦਰੋਂ ਮਨ ਜਿਹੜਾ ਉਹ ਦੁਖਦਾ ਫਿਰ ਬਈ ਅਸੀਂ ਕਿੰਨੇ ਪਿਆਰ ਦੇ ਨਾਲ ਕਿਸੇ ਨੂੰ ਮਿਲ ਜਾਂਦਾ ਕਿ ਟਾਈਮ ਕਿਹਦੇ ਕੋਲੇ ਆ ਜੀ। ਬਿਲਕੁਲ ਕਿਸੇ ਨਾ ਕਿਸੇ ਦੀ ਕੋਈ ਪਿਆਰਬਾਜੀ ਹੁੰਦੀ ਆ ਤੇ ਬੰਦਾ ਮਿਲ ਜਾਂਦਾ, ਨਹੀਂ ਤਾਂ ਫੋਨ ਦੇ ਉੱਤੇ ਗੱਲ ਹੋ ਜਾਂਦੀ ਆ, ਨਹੀਂ ਬੰਦਾ ਮਿਲ ਜਾਂਦਾ। ਬਿਲਕੁਲ ਇਹੋ ਜਿਹੇ ਹਾਲਾਤ ਇਸ ਲਈ ਜਿਹੜੇ ਬਣ ਚੁੱਕੇ ਨੇ, ਇਹਨਾਂ ਹਾਲਾਤਾਂ ਦੇ ਵਿੱਚ ਅਸੀਂ ਨਿਕਲ ਰਹੇ ਹਾਂ। ਅਸੀਂ ਤਾਂ ਨਿਕਲ ਰਹੇ ਹਾਂ, ਪਰ ਆਉਣ ਵਾਲਾ ਸਮਾਂ ਜਿਹੜਾ ਉਹ ਬਹੁਤ ਜਿਹੜਾ ਗੰਭੀਰਤਾ ਦੇ ਨਾਲ ਸੋਚਣ ਵਾਲਾ ਆ ਕਿ ਅੱਜ ਅਸੀਂ ਬੱਚਿਆਂ ਨੂੰ ਅਸੀਂ ਇੰਨਾ ਕੁਝ ਕਰ ਲਿਆ, ਬਹੁਤ ਕੁਝ ਕਰਕੇ ਆਪਣੇ ਬੱਚਿਆਂ ਨੂੰ ਇਸ ਪਲੇਟਫਾਰਮ ਉੱਤੇ ਖੜੇ ਕਰਕੇ ਦੇ ਦਿੱਤਾ ਕਿ ਉਹਨੂੰ ਜੇ ਅਸੀਂ ਆਪਾਂ ਮਨਜੀਤ ਸਿੰਘ ਜੀ ਆਪਣੇ ਸਮੇਂ ਦੀ ਆਪਾਂ ਗੱਲ ਕਰ ਲਈਏ ਨਾ, ਮਿਹਨਤਾਂ ਬਹੁਤ ਕੀਤੀਆਂ, ਬਹੁਤ ਵੱਡਾ ਕਰਜ਼ਾ ਸੀ ਸਿਰ ਤੇ ਜਿਸ ਸੰਨ ਵਿੱਚ ਅਸੀਂ ਨਿਕਲੇ ਬਾਹਰ, ਕਿਉਂਕਿ ਉਦੋਂ ਇਹ ਨਹੀਂ ਸੀ ਇਹ ਹੋੜ ਲੱਗੀ ਉਹ, ਕਿਉਂਕਿ ਭੈਣ ਭਰਾਵਾਂ ਮੰਮੀ ਡੈਡੀ ਸਰਕਾਰੀ ਡਿਊਟੀ ਦੇ ਸਨ, ਪਰ ਸਰਕਾਰੀ ਡਿਊਟੀ ਦੇ ਹੋਣ ਦੇ ਬਾਵਜੂਦ ਵੀ ਉਦੋਂ ਇੰਨੀ ਤਨਖਾਹ ਨਹੀਂ ਮਿਲਦੀਆਂ ਸੀ। ਉਦੋਂ ਤਨਖਾਹ 2000 ਰੁਪਏ ਦੇ ਤਕਰੀਬਨ, ਪਰਿਵਾਰ ਵੀ ਵੱਡੇ ਹੁੰਦੇ ਸੀ, ਪਰਿਵਾਰ ਵੱਡੇ ਹੁੰਦੇ ਸੀਗੇ ਤੇ ਉਹਦਾ ਪਰਿਵਾਰਾਂ ਦੇ ਵਿੱਚ ਗੁਜ਼ਾਰਾ ਕਰਨਾ ਫਿਰ ਆਪਣਾ ਹਰ ਇੱਕ ਦੀ ਕੋਸ਼ਿਸ਼ ਹੁੰਦੀ ਸੀ ਕਿ ਚਲੋ ਜਿੰਨਾ ਚਿਰ ਇਕੱਠ ਨਿਭਦਾ ਗਿਆ ਉਸ ਤੋਂ ਬਾਅਦ ਫਿਰ ਜਦੋਂ ਵਿਆਹ ਹੋ ਜਾਂਦੇ ਨੇ, ਕਿਉਂਕਿ ਉਸ ਜਦੋਂ ਵਿਆਹ ਹੋ ਜਾਂਦੇ ਫਿਰ ਹਰ ਇੱਕ ਦਾ ਆਪਣਾ ਜਿਹੜਾ ਉਹ ਘਰ ਜਿਹੜਾ ਉਹ ਕੋਸ਼ਿਸ਼ ਹੁੰਦੀ ਵੀ ਮੈਂ ਆਪਣਾ ਘਰ ਬਣਾ ਲਵਾਂ। ਜਦੋਂ ਆਪਣਾ ਘਰ ਬਣਾਉਂਦੇ ਆ ਫਿਰ ਉਹ ਜਦੋਂ ਘਰ ਜਾਂ ਤਾਂ ਇੰਨੀ ਪੈਸੇ ਹੋਣ ਕੋਲ ਕਿ ਘਰ ਤੁਸੀਂ ਜਿੰਨਾ ਕੁ ਪੈਸੇ ਪੂੰਜੀ ਜੋੜੀ ਆ ਉਸੇ ਦੇ ਵਿੱਚ ਉਹ ਕੰਪਲੀਟ ਹੋ ਜਾਵੇ, ਜਦੋਂ ਫਿਰ ਕਰਜ਼ਾ ਚੱਕਿਆ ਜਾਂਦਾ, ਕਰਜ਼ਾ ਚੱਕ ਕੇ ਜਾਂ ਤਾਂ ਤੁਸੀਂ ਜ਼ਮੀਨ ਵੇਚੋਗੇ ਜਾਂ ਫਿਰ ਤੁਸੀਂ ਵਿਆਜ ਤੇ ਪੈਸੇ ਫੜੋਗੇ ਜੀ। ਇਹ ਦੋ ਹੀ ਸੋਲੂਸ਼ਨ ਹੈ, ਹੋਰ ਤਾਂ ਕੋਈ ਹੱਲ ਕੋਈ ਨਹੀਂ, ਕਿਉਂਕਿ ਜੇ ਤੁਸੀਂ ਉਹ ਕੰਪਲੀਟ ਕਰ ਫਿਰ ਜਦੋਂ ਤੁਸੀਂ ਵਿਆਜ ਤੇ ਪੈਸੇ ਚੜ੍ਹਦੇ ਹੋ ਫਿਰ ਵਿਆਜ ਉੱਤੇ ਵਿਆਜ ਕਿਹੜੇ ਸ਼ਾਹੂਕਾਰ ਆ, ਵਿਆਜ ਤਾਂ ਉਹ ਘਟਦਾ ਨਹੀਂ, ਫਿਰ ਵਿਆਜ ਤੇ ਵਿਆਜ ਜਿਹੜਾ ਉਹ ਪੈਂਦਾ ਰਹਿੰਦਾ। ਜਦੋਂ ਫਿਰ ਹਾਲਾਤ ਇਹੋ ਜਿਹੀ ਸਿਚੁਏਸ਼ਨ ਬਣ ਜਾਂਦੀ ਆ ਫਿਰ ਇੱਕੋ ਇੱਕ ਸਹਾਰਾ ਰਹਿ ਜਾਂਦਾ ਵੀ ਜਾਂ ਤਾਂ ਤੁਹਾਡੀ ਪੜ੍ਹਾਈ ਟੌਪ ਦੀ ਹੋਵੇ ਤੇ ਤੁਹਾਨੂੰ ਨੌਕਰੀ ਜਿਹੜੀ ਉੱਥੇ ਵਧੀਆ ਮਿਲ ਜਾਏ। ਬਿਲਕੁਲ ਵਧੀਆ ਨੌਕਰੀ ਲੈਣ ਦੇ ਲਈ ਜੀ ਜੇ ਪੜ੍ਹਾਈ ਤੁਹਾਡੇ ਟੌਪ ਦੀ ਆ, ਤੁਸੀਂ ਕੁਆਲੀਫਿਕੇਸ਼ਨ ਵੀ ਤੁਹਾਡੀ ਪੂਰੀ ਆ, ਉਹਦੇ ਲਈ ਵੀ ਤੁਹਾਨੂੰ ਫਿਰ ਜਿਹੜਾ ਇੱਕ ਫੰਡ, ਇੱਕ ਸਿਫਾਰਿਸ਼, ਇੱਕ ਡੋਨੇਸ਼ਨ ਦੇ ਰੂਪ ਵਿੱਚ ਜਿਹੜਾ ਉੱਥੇ ਇੱਕ ਨਾਮ ਡੋਨੇਸ਼ਨ ਦਾ ਰੂਪ ਜਿਹੜਾ ਦੇ ਦਿੱਤਾ ਜਾਂਦਾ, ਤੁਸੀਂ ਉਹ ਡੋਨੇਸ਼ਨ ਉਸ ਚੀਜ਼ ਨੂੰ ਕਰਦੇ ਆ, ਉਹ ਡੋਨੇਸ਼ਨ ਦੇਣ ਦੀ ਤੁਹਾਡੀ ਜਿਹੜੀ ਉਹ ਸਮਰੱਥਾ ਨਹੀਂ ਹੁੰਦੀ। ਬਿਲਕੁਲ ਇੱਥੇ ਇੱਕ ਰੁੱਖ ਕੀ ਹੁੰਦਾ ਹੈ ਵੀ ਜੇ ਤੁਹਾਡੇ ਕੋਲ 30-40 ਹਜ਼ਾਰ ਰੁਪਈਆ ਤੁਸੀਂ ਅਰਬ ਕੰਟਰੀ ਕਿਸੇ ਦੇ ਵਿੱਚ ਨਿਕਲ ਜਾਂਦੀ, ਕਿਉਂਕਿ ਨਿਕਲੇ ਵੀ ਉਹਨਾਂ ਸਮਿਆਂ ਦੇ ਵਿੱਚ ਤਕਰੀਬਨ 22-23 ਹਜ਼ਾਰ ਰੁਪਏ ਦੇ ਵਿੱਚ ਜਿਹੜੇ ਆ ਉਹ ਲੋਕਾਂ ਨੇ ਆ ਕੇ ਦੁਬਈ ਦੇ ਵਿੱਚ ਮਿਹਨਤ ਕੀਤੀ, ਦੁਬਈ ਵਿੱਚ ਮਿਹਨਤਾਂ ਕੀਤੀਆਂ, ਮਿਹਨਤਾਂ ਰੰਗ ਲਿਆਈਆਂ ਪਿੱਛੇ ਨੂੰ। ਚਲੋ ਉਹਨਾਂ ਸਮਿਆਂ ਦੇ ਵਿੱਚ ਮਨਜੀਤ ਜੀ ਆਪਾਂ 90 ਤੋਂ ਪਹਿਲਾਂ ਗੱਲ ਕਰੀਏ, 80 ਤੋਂ 90 ਦੇ ਵਿੱਚ ਜਿਹੜੇ ਲੋਕ ਆਏ ਉਹ 90 ਦੇ ਵਿੱਚ ਵਾਪਸ ਵੀ ਚਲੇ ਗਏ ਸੀ। ਹਾਂਜੀ ਜੀ। ਤੇ ਆਪਾਂ ਜੇ ਉਸ ਤੋਂ ਬਾਅਦ ਜਿੱਦਾਂ ਤੁਸੀਂ 90 ਦੇ ਦਹਾਕੇ ਦੀ ਆਪਾਂ ਗੱਲ ਕਰੀਏ, ਜਦੋਂ ਫਿਰ ਇਹਨਾਂ ਨੇ ਪੇਪਰ ਖੋਲ ਦਿੱਤੇ, ਚਾਹੇ ਇਹ ਆਪਾਂ ਕਰੀਏ ਇੰਗਲੈਂਡ ਦੇ ਵਿੱਚ, ਕਿਉਂਕਿ ਉਦੋਂ ਇਹ ਟ੍ਰੈਂਡ ਹੁੰਦਾ ਸੀਗਾ ਕਿ ਪੱਕੇ ਕਿੱਦਾਂ ਹੋਣਾ। ਹਾਂਜੀ ਆਪਾਂ ਡਿਫੀਕਲਟ ਹੁੰਦਾ ਸੀਗਾ ਜਰਮਨ ਦੇ ਵਿੱਚ ਪੱਕੇ ਹੋਣ ਦਾ ਇੱਕ ਜਿਹੜਾ ਤਰੀਕਾ, ਜਿਹੜਾ ਤੌਰ ਤਰੀਕਾ ਹੁੰਦਾ ਸੀ, ਉਹ ਇਹ ਤਾਂ ਇੱਕੋ ਇੱਕ ਹੱਲ ਹੁੰਦਾ ਸੀਗਾ, ਉਹ ਸ਼ਾਇਦ ਹੁਣ ਵੀ ਉਹੀ ਆ ਤਰੀਕਾ ਕਿ ਤੁਸੀਂ ਕਿਸੇ ਜਰਮਨ ਦੀ ਲੜਕੀ ਨਾਲ ਵਿਆਹ ਕਰਾ ਲਓ ਤੇ ਉੱਥੇ ਜੀ ਤੁਹਾਨੂੰ ਜਿਹੜੀ ਆ ਪੇਪਰ ਉਹ ਤਾਂ ਤੁਹਾਡੀ ਤੁਹਾਨੂੰ ਪੇਪਰ ਵਰਕ ਉਹ ਮਿਲ ਜਾਂਦਾ। ਜਰਮਨ ਦੇ ਵਿੱਚ ਜਿਹੜੇ ਲੋਕ ਆ ਕੇ ਸੈਟਲਮੈਂਟ ਹੋਏ, ਜਿਹੜੇ ਸਾਨੂੰ ਜਰਮਨ ਦੇ ਵਿੱਚ ਇਸ ਵੇਲੇ ਦਰਸ਼ਕ ਦੇਖ ਰਹੇ ਨੇ, ਉਹ ਬਿਲਕੁਲ ਇਸੇ ਇੱਕ ਕਾਨੂੰਨ ਦੇ ਜ਼ਰੀਏ ਦੇ ਨਾਲ ਜਿਹੜਾ ਉਹ ਇੱਥੇ ਸੈਟਲਮੈਂਟ ਹੋਈ ਆ। ਤੇ ਜਾਂ ਫਿਰ ਜਿਹੜਾ ਜੇ ਆਪਾਂ ਵਲਾਇਤ ਦੀ ਗੱਲ ਕਰੀਏ ਤੇ ਵਲਾਇਤ ਦੇ ਵਿੱਚ ਕਾਫੀ ਪਹਿਲੇ ਤੋਂ ਜਿਹੜੇ ਸਾਡੇ ਪਰਿਵਾਰਕ ਜਿਹੜੇ ਉਹ ਆਏ ਨੇ, ਰਿਸ਼ਤੇਦਾਰ ਆਏ ਹੋਏ ਨੇ, ਤੇ ਉਹਨਾਂ ਨੇ ਫਿਰ ਜਿਹੜੀਆਂ ਰਿਸ਼ਤੇਦਾਰੀ ਦੇ ਵਿੱਚ ਇੱਕ ਦੂਜੇ ਨਾਲ ਰਿਸ਼ਤੇ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ। ਉਹ ਰਿਸ਼ਤਿਆਂ ਦੇ ਤੌਰ ਤੇ ਜਿਹੜਾ ਉਹ ਫਿਰ ਇੱਥੇ ਜਿਹੜਾ ਪਰਿਵਾਰਕ ਦੂਸਰੇ ਪਰਿਵਾਰਾਂ ਨੂੰ ਸੱਦਣਾ ਉਹ ਜਿਹੜਾ ਸੌਖਾ ਹੋ ਗਿਆ, ਤੇ ਇਹੀ ਹਾਲਾਤ ਜਿਹੜੇ ਉਹ ਕੈਨੇਡਾ ਦੇ ਬਣੇ। ਪਰ ਅਸੀਂ ਅੱਜ ਸਾਡਾ ਮਸਲਾ ਇਹ ਆ ਕਿ ਅੱਜ ਅਸੀਂ ਸਾਡੀ ਭਾਈਚਾਰਕ ਸਾਂਝ ਅੱਜ ਕਿੱਥੇ ਗਈ? ਅੱਜ ਅਸੀਂ ਕਿਹਦੇ ਨਾਲ ਆਪਣਾ ਦੁੱਖ ਸਾਂਝਾ ਕਰ ਸਕਦੇ ਹਾਂ ਮਨਜੀਤ ਸਿੰਘ ਜੀ? ਕਿ ਜੇ ਆਪਾਂ ਬੱਚਿਆਂ ਦੀ ਗੱਲ ਕਰ ਲਈਏ, 18 ਸਾਲ ਤੋਂ ਬਾਅਦ ਜਦੋਂ ਬੱਚੇ ਨੇ, ਤੁਸੀਂ ਜਿੰਨਾ ਚਿਰ ਤੁਸੀਂ ਜੌਬ ਨਹੀਂ ਲੱਗੀ ਜਾਂ ਜਿੰਨਾ ਚਿਰ ਉਸ ਬੱਚੇ ਦਾ ਵਿਆਹ ਨਹੀਂ ਹੋਇਆ, ਉਹਨਾਂ ਚਿਰ ਤਾਂ ਤੁਹਾਡੇ ਮਾਤਾ ਪਿਤਾ ਦੇ ਨਾਲ ਰਹਿਣ ਲਈ ਉਹਦੀ ਪ੍ਰੋਬਲਮ ਆ, ਉਹ ਰਹੂਗਾ। ਪਰ ਜਦੋਂ ਉਹਦੀ ਜੌਬ ਲੱਗ ਗਈ
ਜਾਂ ਉਹਦਾ ਜਦੋਂ ਵਿਆਹ ਹੋ ਗਿਆ ਹਾਂਜੀ ਕਿ ਉਹਦੇ ਤੇਵਰ ਉਸ ਦੇ ਦਿਨ ਤੋਂ ਜਿਹੜੇ ਉਹ ਬਦਲਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਇਸ ਇੱਕ ਸਮੇਂ ਦੀ ਕਰਵਟ ਹੀ ਇਹੋ ਜਿਹੀ ਆ, ਸਮੇਂ ਦਾ ਇੱਕ ਰੁੱਖ ਹੀ ਇਹੋ ਜਿਹਾ ਕਿ ਉਹ ਬੱਚੇ ਨੇ ਆਪਣੇ ਜਿਹੜੇ ਆ ਪੈਰ ਜਿਹੜੇ ਆ ਉਹ ਬਾਹਰ ਕੋਸ਼ਿਸ਼ ਕਰਨੀ ਆ ਵੀ ਮੈਂ ਆਪਣੀ ਜਿਹੜੀ ਇੰਡੀਪੈਂਡੈਂਟ ਆ ਉਹ ਲਾਈਫ ਜਣੀ ਸ਼ੁਰੂ ਕਰਾਂ। ਇਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਕੀ ਕਾਰਨ? ਬਿਲਕੁਲ ਜੀ, ਇਹ ਜਿੱਦਾਂ ਤੁਸੀਂ ਗੱਲ ਦੱਸੀ ਆ, ਇਹ ਅੱਜ ਕੱਲ ਇਹ ਮਤਲਬ ਹੁਣ ਹੋਈ ਇਹੋ ਜਿਹਾ ਗਿਆ, ਕਿਉਂਕਿ ਬੱਚੇ ਜਿਹੜੇ ਆ ਉਹ ਫਿਰ ਘਰ ਦੇ ਵਿੱਚ ਥੋੜਾ ਜਿਹਾ ਜਿੱਦਾਂ ਆਪਣੀ ਘੁਟਨ ਜਿਹੀ ਮਹਿਸੂਸ ਕਰਦੇ ਆ ਕਿ ਮਤਲਬ ਪਰ ਮਨਜੀਤ ਸਿੰਘ ਜੀ ਇਹ ਘੁਟਨ ਵਿਆਹ ਤੋਂ ਬਾਅਦ ਹੀ ਕਿਉਂ ਮਹਿਸੂਸ ਹੁੰਦੀ? ਵਿਆਹ ਤੋਂ ਬਾਅਦ ਉਹੀ ਹੈ ਨਾ ਜੀ, ਜਿੱਦਾਂ ਇਹ ਸਾਨੂੰ ਵੀ ਮਤਲਬ ਕੰਪਰੋਮਾਈਜ਼ ਥੋੜਾ ਕਰਨਾ ਚਾਹੀਦਾ, ਜਿੱਦਾਂ ਮਾਂ-ਬਾਪ ਜਿਹੜੇ ਆ ਉਹਨਾਂ ਨੂੰ ਵੀ ਜਦੋਂ ਕੋਈ ਬੱਚਾ ਵਿਆਹ ਹੋ ਜਾਂਦਾ ਜਾਂ ਘਰ ਦੇ ਵਿੱਚ ਇਕੱਠੇ ਰਹਿ ਰਹੇ ਆ ਤੇ ਉਹਨਾਂ ਦੀ ਦਖਲਅੰਦਾਜ਼ੀ ਮਤਲਬ ਘੱਟ ਕਰ ਦੇਣੀ ਚਾਹੀਦੀ ਆ ਉਹਨਾਂ ਦੇ ਜੀਵਨ ਦੇ ਵਿੱਚ। ਇਹ ਬਾਰ-ਬਾਰ ਅਗਲਾ ਫਿਰ ਤੰਗ ਹੋ ਜਾਂਦਾ ਵੀ ਤੂੰ ਕਿੱਥੋਂ ਆਇਆ, ਕਿੱਥੇ ਚੱਲਾਂ, ਕੀ ਗੱਲ ਹਨੇਰਾ ਹੋ ਗਿਆ ਤੈਨੂੰ, ਉਹ ਹੋ ਗਿਆ, ਮਾਂ-ਬਾਪ ਤੋਂ ਰਹਿ ਤਾਂ ਨਹੀਂ ਹੁੰਦਾ। ਨਹੀਂ ਪਰ ਮਨਜੀਤ ਸਿੰਘ ਜੀ ਆਪਾਂ ਇਹ ਗੱਲ ਤਾਂ ਉਹਦੇ ਵਿਆਹ ਹੋਣ ਤੋਂ ਪਹਿਲਾਂ ਵੀ ਇਹ ਗੱਲਾਂ ਉਹਦੇ ਉੱਤੇ ਆਪਾਂ ਪੁੱਛਦੇ ਸੀ ਕਰਦੇ ਸੀ। ਹਾਂਜੀ, ਫਿਰ ਉਹ ਨਾਲ ਉਹਨੂੰ ਇੱਕ ਸਹਾਰਾ ਹੋਰ ਮਿਲ ਜਾਂਦਾ, ਫਿਰ ਅਗਲੇ ਦੋ ਜਣੇ ਇਕੱਠੇ ਹੋ ਕੇ ਕਹਿੰਦੇ ਨਹੀਂ ਜੀ ਇਹ ਤਾਂ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਕਰਦੇ ਆ, ਤੇ ਫਿਰ ਉਹ ਤੋਂ ਡਿਸੀਜਨ ਜਿਹੜਾ ਫਿਰ ਉਹ ਬਾਹਰ ਜਾਣ ਦਾ ਮਤਲਬ ਲੈ ਲੈਂਦੇ ਆ। ਕਾਫੀ ਬੱਚੇ ਆ ਜਿਹੜੇ ਮਤਲਬ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਬਹੁਤ ਵੱਡੇ ਇਕੱਠ ਦੇ ਵਿੱਚ ਰਹਿੰਦੇ ਵੀ ਆ ਜੀ। ਇੱਥੇ ਇੱਕ ਸਾਨੂੰ ਇੱਕ ਪਰਿਵਾਰ ਸੀਗਾ, ਮੈਨੂੰ ਜਾਣਦੇ, ਉਹ ਦੱਸਦੇ, ਉਹ ਕਹਿੰਦੇ ਸਾਡੇ ਤਾਏ ਚਾਚੇ ਸਾਰੇ ਇੱਥੇ ਇੰਗਲੈਂਡ ਦੇ ਵਿੱਚ ਹੀ ਆ, ਉਹ ਸਾਰੇ ਇਕੱਠੇ ਰਹਿ ਰਹੇ ਆ ਉਹ, ਤੇ ਉਹਨਾਂ ਦੇ ਦਾਦਾ ਦਾਦੀ ਉਹ ਵੀ ਹੈਗੇ ਆ, ਤੇ ਮਤਲਬ 12 13 14 ਜੀ ਘਰ ਦੇ ਵਿੱਚ ਇਕੱਠੇ ਜਦੋਂ ਰਹਿੰਦੇ ਆ, ਪਰਿਵਾਰ ਦਾ ਮਾਹੌਲ ਦੇਖੋ ਕਿੰਨਾ ਸੋਹਣਾ ਹੁੰਦਾ। ਤੇ ਸਾਰੇ ਸ਼ਾਮ ਨੂੰ ਜਦੋਂ ਇਕੱਠਿਆਂ ਨੇ ਰੋਟੀ ਖਾਣੀ ਜਾਂ ਇਕੱਠਿਆਂ ਨੇ ਮਤਲਬ ਕੋਈ ਇੱਕ ਚਲ ਗਿਆ ਦੋ ਆ ਗਏ, ਘਰ ਦੇ ਵਿੱਚ ਰੌਣਕ ਜਿਹੜੀ ਰਹਿੰਦੀ ਆ। ਤੇ ਕਾਫੀ ਪਰਿਵਾਰ ਇਹੋ ਜਿਹੇ ਵੀ ਆ ਜਿਹੜੇ ਇੰਨਾ ਕੁਝ ਇਕੱਠ ਹੁੰਦਿਆਂ ਹੋਇਆਂ ਵੀ ਉਹ ਮਾਂ-ਬਾਪ ਜਿਹੜੇ ਇਕੱਲੇ ਬੈਠੇ ਆ ਜਾਂ ਬੇਟਾ ਬੇਟੀ ਜਿਹੜੇ ਉਹ ਇਕੱਲੇ ਘਰ ਦੇ ਵਿੱਚ ਰਹਿ ਰਹੇ ਆ ਤੇ ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈਗਾ, ਉਹਨਾਂ ਨੂੰ ਪੁੱਛਣ ਵਾਲਾ। ਸੋ ਇਸ ਕਰਕੇ ਸਾਰੇ ਹੀ ਮਹਿਮਾਨ ਆ, ਅਸੀਂ ਇੱਕ ਦੂਜੇ ਦੇ ਘਰਾਂ ਦੇ ਵਿੱਚ ਬਣੇ ਹੋਏ ਆ। ਬਿਲਕੁਲ ਇਹ ਮਨਜੀਤ ਸਿੰਘ ਜੀ, ਇੱਕ ਜਦੋਂ ਆਪਾਂ ਆਏ ਨਾ ਖਾਲੀ ਹੱਥੀ ਜਾਣਾ, ਆਏ ਸੀ ਤੇ ਖਾਲੀ ਹੱਥੀ ਜਾਣਾ, ਪਰ ਇਹ ਸਾਡੀ ਜਿਹੜੀ ਸੋਚ ਆ ਇਹ ਹੈ ਨਹੀਂ। ਆਪਾਂ ਕਹਿੰਦੇ ਦੂਜਿਆਂ ਨੂੰ ਇਹ ਆਪਾਂ ਸਿੱਖਿਆ ਜ਼ਰੂਰ ਦਿੰਦੇ ਆ, ਪਰ ਕਿਤੇ ਆਪਣੇ ਉੱਤੇ ਲਾਗੂ ਜਿਹੜੀ ਸਿੱਖਿਆ ਅਸੀਂ ਨਹੀਂ ਕਰਦੇ, ਕਿਉਂਕਿ ਸਾਨੂੰ ਅਸੀਂ ਕਹਿੰਦੇ ਵੀ ਅਸੀਂ ਖਬਰ ਇੱਥੇ ਰਹਿ ਜਾਣਾ, ਸਾਰੀ ਦੁਨੀਆ ਨੇ ਚੱਲ ਜਾਣਾ, ਨਹੀਂ। ਪਰ ਇਹ ਜਦੋਂ ਆਪਾਂ ਗੱਲ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਗੱਲ ਸੁਣਾਵਾਂ, ਇਹ ਬਿਲਕੁਲ ਸੱਚਾਈ ਆ। ਇਹ ਸਾਡੇ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੀ ਗੱਲ ਆ, ਰੋਮ ਲਾਡਿਸਪੋਲੀ ਵਿਖੇ। ਪਿੱਛੇ ਤੁਸੀਂ ਪ੍ਰੋਗਰਾਮ ਵੀ ਦੇਖਿਆ ਸੀ, ਸ਼ਾਇਦ ਕੱਲ ਦੇਖਿਆ ਹੋਵੇਗਾ ਜ਼ਰੂਰ, ਕਿ ਮਾਨਚੈਸਟਰ ਤੋਂ ਇੱਕ ਡੈਲੀਗੇਟ ਗਿਆ ਸੀਗਾ, ਜਿਹਦੇ ਵਿੱਚ ਮਾਨਚੈਸਟਰ ਦੇ ਮੇਅਰ ਵੀ ਸਨ, ਹੋਰ ਕੁਝ MP ਸਾਹਿਬਾਨ ਸਨ, ਤੇ ਹੋਰ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕ ਉੱਥੇ ਗਏ। ਤੇ ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜੀ ਆ ਬਿਲਡਿੰਗ ਆ ਉਹ ਬਿਲਕੁਲ ਰੋਡ ਦੇ ਉੱਤੇ ਆ, ਤਕਰੀਬਨ 100 ਫੁੱਟ ਪਿੱਛੇ ਨੂੰ ਹੋਊਗੀ। ਤੇ ਗੁਰਦੁਆਰਾ ਉਸ ਬਿਲਡਿੰਗ ਦੇ ਮੂਹਰੇ ਇੱਕ ਸ਼ਾਪ ਆ, ਆਫ ਲਾਇਸੈਂਸ ਦੀ ਸ਼ਾਪ ਆ, ਉਹਦੇ ਉੱਤੇ ਉੱਥੇ ਇੱਕ ਸਾਡੇ ਸੱਜਣ ਉਹ ਸ਼ਾਪ ਦੇ ਵਿੱਚ ਕੰਮ ਕਰਦੇ ਨੇ। ਉਹ ਸ਼ਾਪ ਉਹਨਾਂ ਦੀ ਆਪਣੀ ਆ ਤੇ ਉਹ ਕੰਮ ਵੀ ਉੱਥੇ ਕਰਦੇ ਨੇ, ਵਾਈਫ ਤੇ ਹਸਬੈਂਡ ਦੋਨੇ ਜਾਣੇ। ਤੇ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਡੈਲੀਗੇਟ ਸਾਡਾ ਆਉਣ ਵਾਲਾ ਆ ਤੇ ਤੁਸੀਂ ਆ ਜਾਓ, ਤੇ ਉਹ ਕਹਿੰਦੇ ਚਲੋ ਤੁਸੀਂ ਮੈਂ ਆਉਣਾ। ਇਕੱਠੇ ਸ਼ਾਪ ਦੇ ਵਿੱਚੋਂ ਬਾਹਰ ਨਿਕਲੇ ਆ ਤੇ ਰਸਤੇ ਦੇ ਪਿੱਛੋਂ ਮੁੰਡੇ ਨੇ ਉਹਨਾਂ ਦੇ ਨੇ ਆਵਾਜ਼ ਮਾਰ ਲਈ, ਕਹਿੰਦਾ ਵੀ ਪਾਪਾ ਜੀ ਉੱਤੋਂ ਨਾ ਇਹ ਜਿਹੜਾ ਸੋਲਰ ਪਲਾਂਟ ਉੱਤੇ ਉਹਨਾਂ ਨੇ ਲਵਾਇਆ ਸੀਗਾ, ਕਹਿੰਦੇ ਬਾਰ-ਬਾਰ ਟ੍ਰਿਪ ਕਰ ਰਿਹਾ ਆ ਤੇ ਤੁਸੀਂ ਦੇਖਿਓ ਉੱਪਰ ਚੜ੍ਹ ਕੇ ਕੋਈ ਪ੍ਰੋਬਲਮ ਤਾਂ ਨਹੀਂ, ਕੋਈ ਉੱਤੇ ਕੋਈ ਸਿਸਟਮ ਲੱਗਾ ਹੋਊਗਾ। ਉਹ ਕਹਿੰਦਾ ਠੀਕ ਆ। ਤੇ ਅਸੀਂ ਕਿਹਾ ਉਹਨਾਂ ਨੂੰ ਸੱਜਣਾ ਨੇ ਕਿ ਤੁਸੀਂ ਪਹਿਲਾਂ ਆ ਜਾਓ, ਆਪਾਂ ਲੰਗਰ ਛਕ ਲੈਨੇ, ਬਾਅਦ 'ਚ ਇਹ ਆਪਾਂ ਕੰਮ ਕਰ ਲਾਂਗੇ। ਉਹ ਕਹਿੰਦੇ ਚਲੋ ਕੋਈ ਨਹੀਂ, ਕਹਿੰਦੇ ਇੱਕ ਤੁਸੀਂ ਜਾ ਕੇ ਮੇਰੀ ਥਾਲੀ ਦੇ ਵਿੱਚ ਲੰਗਰ ਪਾਓ ਤੇ ਮੈਂ ਆਇਆ। ਇੰਨੀ ਗੱਲ ਕਹੀ ਆ ਤੇ 3-4 ਜਾਣੇ ਅਸੀਂ ਅੱਗੇ ਜਾ ਕੇ ਥਾਲੀ ਰਖਾ ਲਈਆਂ, ਲੰਗਰ ਵਰਤਾਉਣਾ ਸ਼ੁਰੂ ਹੋ ਗਿਆ। ਤੇ ਪਿੱਛੋਂ ਧੜਮ ਕਰਕੇ ਇੱਕ ਆਵਾਜ਼ ਆਉਂਦੀ ਹੈ ਤੇ ਸਾਰੇ ਲੋਕ ਉੱਠ ਕੇ ਉੱਧਰ ਨੂੰ ਦੌੜਦੇ ਨੇ। ਕੀ ਕਾਰਨ ਪਿੱਛੇ ਬਣਿਆ? ਕਾਰਨ ਇਹ ਬਣਿਆ, ਪੌੜੀ ਉੱਤੇ ਚੜ੍ਹੇ ਆ, ਥੱਲੇ ਉਤਰਨ ਲੱਗੇ, ਪੈਰ ਫਿਸਲ ਗਿਆ ਤੇ ਪੌੜੀ ਤੋਂ ਉੱਤੋਂ 10 ਫੁੱਟ ਤੋਂ ਥੱਲੇ ਡਿੱਗੇ। ਲੰਗਰ ਪਲੇਟ ਦੇ ਵਿੱਚ ਪਾਇਆ ਹੋਇਆ, ਥਾਲੀ ਦੇ ਵਿੱਚ ਪਾਇਆ ਹੋਇਆ, ਤੇ ਸਿਰ ਭਾਨੇ ਡਿੱਗੇ, ਸਿਰ ਦੇ ਵਿੱਚ ਸੱਟ ਲੱਗ ਗਈ ਤੇ ਹਜੇ ਤੱਕ ਜਿਹੜੇ ਆ ਉਹ ਕੋਮਾ ਦੇ ਵਿੱਚ, ਉਹਨਾਂ ਨੂੰ ਹੋਸ਼ ਨਹੀਂ ਆਈ। ਹਾਲਾਤ ਇਹੋ ਜਿਹੇ ਬਣ ਜਾਂਦੇ ਨੇ, ਕਈ ਵਾਰੀ ਕਹਿੰਦੇ ਨਾ ਇਹ ਮੌਤ ਦਾ ਫਰਕ ਤੁਹਾਡੇ ਤੋਂ ਕਿੰਨਾ ਹੈ। ਇਹ ਬਿਲਕੁਲ ਸੱਚਾਈ ਇਹ ਗੱਲ ਹੈ। ਸਾਡੇ ਜਿਹੜੇ ਸੱਜਣ ਨੇ ਬਿਲਕੁਲ ਇਹ ਪਿਛਲੇ ਤਕਰੀਬਨ 5-7 ਦਿਨਾਂ ਦੀ ਗੱਲ ਆ, ਜਦੋਂ ਮੈਂ ਇਟਲੀ ਨੂੰ ਗਿਆ ਸੀਗਾ, ਤੇ ਉਦੋਂ ਦੀ ਇਹ ਗੱਲ ਹੈ। ਤੁਸੀਂ ਲਾ ਲਓ ਲੰਗਰ ਜਿਹੜਾ ਥਾਲੀ ਦੇ ਵਿੱਚ ਪਾਇਆ ਹੋਇਆ, ਖਾਣਾ ਨਸੀਬ ਨਹੀਂ ਹੋਇਆ, ਸਾਰਿਆਂ ਦੀ ਦੌੜ ਲੱਗ ਗਈ, ਐਂਬੂਲੈਂਸ ਆਈ, ਐਂਬੂਲੈਂਸ ਨੇ ਹੈਲੀਕਾਪਟਰ ਸੱਦਿਆ, ਹੈਲੀਕਾਪਟਰ ਸੱਦ ਕੇ ਜਿਹੜਾ ਉਹਨਾਂ ਨੂੰ ਹੈਲੀਕਾਪਟਰ ਦੇ ਵਿੱਚ ਪਾ ਕੇ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ। ਤੇ ਜਿੱਥੇ ਹਜੇ ਤੱਕ ਉਹਨਾਂ ਕਹਿੰਦੇ ਜੀ ਜਿਹੜਾ ਉਹਨਾਂ ਦਾ ਸਿਰ ਆ, ਜਿਹੜਾ ਦਿਮਾਗ ਆ, ਉਹ ਜਿਹੜਾ ਬੋਡੀ ਦੇ ਨਾਲ ਵਰਕ ਨਹੀਂ ਕਰ ਰਿਹਾ। ਬਲਜੀਤ ਸਿੰਘ ਜੀ, ਪਤਾ ਨਹੀਂ ਇਸ ਦੁਨੀਆ ਤੋਂ ਕਿਹੜੇ ਵੇਲੇ ਚਲੇ ਜਾਣਾ, ਪਰ ਦੌੜ ਜਿਹੜੀ ਹੋਰ ਸਾਡੀ ਲੱਗੀ ਹੋਈ ਆ, ਸਾਡੇ ਆਪਣਿਆਂ ਤੋਂ ਦੂਰ ਹੁੰਦੇ ਜਾਂਦੇ ਨੇ। ਅੱਜ ਲੋੜ ਆ ਇੱਕ ਭਾਈਚਾਰਕ ਸਾਂਝ ਆਪਾਂ ਬਣਾਈਏ। ਕੋਈ ਯਾਰ ਦੋਸਤ ਇਹੋ ਜਿਹੇ ਹੋਣ, ਕੋਈ ਤੁਹਾਡਾ ਫਰੈਂਡ ਸਰਕਲ ਇਹੋ ਜਿਹਾ ਹੋਵੇ, ਤੁਹਾਡੇ ਮਿੱਤਰ ਇਹੋ ਜਿਹੇ ਹੋਣ ਜਿਹਨੂੰ ਤੁਸੀਂ ਆਪਣੇ ਦਿਲ ਦੀ ਗੱਲ ਖੋਲ ਕੇ ਦੱਸ ਸਕੋ। ਜੇ ਤੁਹਾਡਾ ਰੋਣ ਨੂੰ ਵੀ ਦਿਲ ਕਰੇ, ਤੁਸੀਂ ਉਹਦੇ ਮੋਢੇ ਉੱਤੇ ਆਪਣਾ ਸਿਰ ਰੱਖ ਕੇ ਰੋ ਸਕਦੇ ਹੋ। ਬਿਲਕੁਲ ਇਹੋ ਜਿਹੀਆਂ ਅੱਜ ਭਾਈਚਾਰਕ ਸਾਂਝ ਦੀ ਬਹੁਤ ਜ਼ਿਆਦਾ ਲੋੜ ਹੈ। ਜੇ ਆਪਾਂ ਦੇਖਿਆ ਜਾਵੇ ਤੇ ਇਹ ਭਾਈਚਾਰਕ ਸਾਂਝ ਜਿਹੜੀ ਆ ਉਹ ਬਿਲਕੁਲ ਖਤਮ ਹੁੰਦੀ ਜਾ ਰਹੀ ਆ। ਕਿਉਂਕਿ ਕੀ ਕਾਰਨ ਆ? ਇਹ ਤੁਹਾਡੇ ਸਾਹਮਣੇ ਆ। ਦੌੜ ਲੱਗੀ ਹੋਈ ਆ,
ਪੈਸੇ ਦੀ ਦੌੜ ਲਾ ਲਓ, ਕਰਜ਼ਾ ਲਾਉਣ ਦੀ ਦੌੜ ਲਾ ਲਓ। ਕਿਉਂਕਿ ਜੇ ਆਪਾਂ ਹੁਣ ਨਵੀਂ ਜਨਰੇਸ਼ਨ ਦੀ ਆਪਾਂ ਮਨਜੀਤ ਸਿੰਘ ਜੀ ਗੱਲ ਕਰ ਲਈਏ ਤਾਂ ਨਵੀਂ ਜਨਰੇਸ਼ਨ ਤੇ ਚਲੋ ਠੀਕ ਆ, ਆਪਾਂ ਮੰਨ ਸਕਦੇ ਹਾਂ ਕਿ ਉਹਨਾਂ ਨੇ ਪਿੱਛੋਂ ਪੈਸਾ ਚੱਕ ਕੇ ਆਏ ਹੋਏ ਨੇ ਕਿ ਕੰਮ ਦੀ ਬਹੁਤ ਲੋੜ ਹੈ ਤੇ ਕੰਮ ਕਰਨਾ ਪੈਣਾ। ਕਿਉਂਕਿ ਜੇ ਆਪਾਂ ਪਹਿਲਾਂ ਕੱਲਾ ਜੇ ਆਪਾਂ ਗੱਲ ਕਰੀਏ ਨਾ ਪਿਛਲੇ ਸਮੇਂ 'ਚ, ਪਹਿਲਾਂ ਕੱਲਾ ਮੁੰਡਾ ਆਉਂਦਾ ਹੁੰਦਾ ਸੀ ਬਾਹਰ, ਆਪਣੀ ਮਿਹਨਤ ਕਰਦਾ ਹੁੰਦਾ ਸੀ, ਮਿਹਨਤ ਕਰਕੇ ਆਪਣਾ ਪਹਿਲਾਂ ਪੈਸਾ ਜੋੜਨਾ, ਆਪਣਾ ਘਰ ਲੈਣਾ, ਉਸ ਤੋਂ ਬਾਅਦ ਵਿਆਹ ਹੋਣਾ। ਜੇ ਵਿਆਹ ਹੋਇਆ ਤਾਂ ਬਾਅਦ ਵਿੱਚ ਆਪਣੇ ਘਰ ਵਾਲੇ ਦੇ ਪੇਪਰ ਅਪਲਾਈ ਕਰਨੇ, ਬੱਚਿਆਂ ਦੇ ਪੇਪਰ ਅਪਲਾਈ ਕਰਨੇ ਕਿ ਇੱਥੇ ਸੈਟਿੰਗ ਹੋ ਗਈ, ਤੁਸੀਂ ਆ ਕੇ ਰਹਿ ਸਕਦੇ ਹੋ। ਬਿਲਕੁਲ। ਪਰ ਜਿਹੜੀ ਹੁਣ ਹਾਲਾਤ ਬਣੇ ਹੋਏ ਨੇ ਨਾ ਮਨਜੀਤ ਸਿੰਘ ਜੀ, ਘਰ ਵਾਲਾ ਘਰ ਵਾਲੀ ਦੇ ਨਾਲ ਬੱਚਾ, ਹਾਂਜੀ, ਜਾ ਕੇ ਜਿੱਦਾਂ ਆਪਣੇ ਇਹ ਨਹੀਂ ਪਤਾ ਹੁੰਦਾ ਰਹਿਣਾ ਕਿੱਥੇ ਜਾ ਕੇ। ਬਿਲਕੁਲ। ਜਿਸ ਘਰ ਦੇ ਵਿੱਚ ਤੁਸੀਂ ਜਾਣਾ ਹੈ ਉਹ ਘਰ ਦੀ ਸਿਚੁਏਸ਼ਨ ਕਿਹੋ ਜਿਹੀ, ਹਾਲਾਤ ਕਿਹੋ ਜਿਹੇ। ਤੇ ਅੱਜ ਜੇ ਤੁਹਾਡੇ ਬੱਚੇ ਤੁਹਾਨੂੰ ਪੁੱਛ ਰਹੇ ਨੇ ਕਿ ਤੁਸੀਂ ਮਾਤਾ ਪਿਤਾ ਜੀ ਸਾਡੇ ਕੋਲ ਕਿੰਨੇ ਦਿਨ ਸਟੇ ਕਰਨੀ ਆ, ਉਸ ਹਿਸਾਬ ਨਾਲ ਸਾਨੂੰ ਦੱਸੋ। ਆਪਣਾ ਅਸੀਂ ਹੋਰ ਵੀ ਸਾਡੇ ਨਿੱਜੀ ਰੁਝੇਵੇਂ ਨੇ, ਅਸੀਂ ਉਹਨਾਂ ਰੁਝੇਵਿਆਂ ਦੇ ਵਿੱਚ ਵੀ ਜਿਹੜਾ ਉਹ ਕੰਮਕਾਰ ਕਰਨੇ ਨੇ, ਤੇ ਅੱਜ ਉਹਨਾਂ ਨੂੰ ਦੱਸ ਕੇ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ। ਇਹ ਸਾਡੇ ਜਿਹੜੇ ਹਾਲਾਤ ਇੰਗਲੈਂਡ ਦੇ ਵਿੱਚ ਤੇ ਇਟਲੀ ਦੇ ਵਿੱਚ ਤੇ ਹੋਰ ਵੱਖ-ਵੱਖ ਕੰਟਰੀਆਂ ਦੇ ਵਿੱਚ ਜਿਹੜੇ ਉਹ ਹੋ ਚੁੱਕੇ ਨੇ, ਬਣੇ ਹੋਏ ਆ। ਬਿਲਕੁਲ ਇਦਾਂ ਹੀ ਆ। ਤੇ ਹਾਲਾਤ ਜਿਹੜੇ ਆ ਗਾਂਹ ਤੋਂ ਗਾਂਹ ਇਹ ਦਰ ਤੋਂ ਬਦਤਰ ਜਿਹੜੇ ਹੋਰ ਹੋ ਜਾਣੇ ਇਹ, ਕਿਉਂਕਿ ਜਿਹੜੇ ਹਾਲਾਤ ਇਸ ਟਾਈਮ ਚੱਲ ਰਹੇ ਆ, ਜਿੱਦਾਂ ਧੜ ਨੌਜਵਾਨ ਆ ਰਹੇ ਆ ਪੰਜਾਬ ਦੇ ਵਿੱਚੋਂ, ਮਤਲਬ ਉਹ ਜਿੱਦਾਂ ਤੁਸੀਂ ਦੱਸਿਆ ਵੀ ਬੰਦਾ ਆਪ ਵੀ ਆਉਂਦਾ, ਸਟੂਡੈਂਟ ਆ ਜਾਂ ਉਹਦੀ ਮਤਲਬ ਵਾਈਫ ਆ ਤੇ ਨਾਲ ਉਹਨਾਂ ਦੇ ਕੋਈ ਬੱਚਾ ਆ, ਤੇ ਉਹ ਇੱਥੇ ਆ ਕੇ ਫਿਰ ਉਹਨਾਂ ਨੂੰ ਬੜੀ ਸਟਰਗਲ ਕਰਨੀ ਪੈਂਦੀ ਆ। ਤੇ ਉਹ ਜਿਹੜੀ ਸਟਰਗਲ ਆ ਹੁਣ ਅੱਜ ਕੱਲ ਜਿਹੜਾ ਹਾਲਾਤ ਇੱਥੇ ਦੇ ਹੋ ਗਿਆ ਕੰਮਾਂ ਕਾਰਾਂ ਦੇ, ਦੁਨੀਆ ਦੇ ਤਕਰੀਬਨ ਸਾਰੇ ਹਾਲਾਤ ਜਿਹੜੇ ਉਹ ਬਦਲ ਗਏ ਆ। ਬਿਲਕੁਲ। ਕਿਉਂਕਿ ਜਿਹੜੇ ਲੋਕਾਂ ਦਾ ਮਤਲਬ ਜ਼ਿਆਦਾ ਆਉਣਾ ਜਿਹੜਾ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਹੋ ਗਿਆ, ਕਿਉਂਕਿ ਇਕੱਲੇ ਪੰਜਾਬ ਚੋਂ ਨਹੀਂ ਆਉਂਦੇ, ਇਕੱਲੇ ਇੰਡੀਆ ਚੋਂ ਨਹੀਂ ਆਉਂਦੇ, ਜਿਹੜੇ ਹੋਰ ਜਿਹੜੀਆਂ ਕੰਟਰੀਆਂ ਹੈਗੀਆਂ ਜਿੱਦਾਂ ਅਫਰੀਕਾ ਦੀਆਂ ਕੰਟਰੀਆਂ ਹੋ ਗਈਆਂ ਜਾਂ ਜਿਹੜੀਆਂ ਹੋਰ ਅਰਬ ਕੰਟਰੀਆਂ, ਉੱਥੋਂ ਵੀ ਲੋਕ ਜਿਹੜੇ ਆ ਉਹ ਇਹਨਾਂ ਯੂਰਪ ਕੰਟਰੀਆਂ ਵਿੱਚ ਆਉਂਦੇ ਆ। ਪਰ ਆ ਕੇ ਜਦੋਂ ਇੱਥੇ ਰਸ਼ ਜ਼ਿਆਦਾ ਹੋ ਗਿਆ ਤੇ ਹਾਲਾਤ ਉਹ ਜਿਹੜੇ ਆ ਉਹ ਖੇਤਰਫਲ ਹੁੰਦਾ ਹੀ ਆ, ਤੇ ਜਿਹੜੇ ਕੰਮ ਕਰ ਆ ਉਹ ਘਟ ਗਏ ਆ। ਕਿਉਂਕਿ ਜਿਹੜੇ ਆਨਲਾਈਨ ਪਹਿਲਾਂ ਆਪਾਂ ਜਿਹਦਾ ਗੱਲ ਕਰ ਚੁੱਕੇ ਆ ਕਿ ਆਨਲਾਈਨ ਜਿਹੜਾ ਸਾਰਾ ਸਿਸਟਮ ਹੋ ਚੁੱਕਾ ਹੈ, ਤੇ ਅੱਗੇ ਆਉਣ ਵਾਲਾ ਸਮਾਂ ਜਿਹੜਾ ਉਹ ਇਹਦੇ ਤੋਂ ਵੀ ਜ਼ਿਆਦਾ ਖਰਾਬ ਆ। ਤੇ ਜਿਹੜੀਆਂ ਉੱਥੇ ਦੀਆਂ ਸਟੇਟ ਦੀਆਂ ਸਰਕਾਰਾਂ ਆ, ਜਿਹੜੀਆਂ ਕੰਟਰੀਆਂ ਦੀਆਂ ਸਰਕਾਰਾਂ, ਉਹਨਾਂ ਨੂੰ ਚਾਹੀਦਾ ਕਿ ਜ਼ਰੂਰ ਉੱਥੇ ਜਿਹੜੇ ਆ ਆਪਣੇ ਰੁਜ਼ਗਾਰ ਆ ਉਹ ਪ੍ਰੋਵਾਈਡ ਕਰਨ, ਕਿਉਂਕਿ ਜਿਹੜੇ ਸਾਡੇ ਬੱਚੇ ਬਾਹਰ ਨੂੰ ਆਉਂਦੇ ਆ ਉਹ ਉੱਥੇ ਹੀ ਪੜ੍ਹ ਕੇ ਆਪਣਾ ਸੋਹਣਾ ਜੀਵਨ ਲਾਈਫ ਜਿਹੜੀ ਆ ਉਹ ਜੀ ਸਕਣ। ਕਿਉਂਕਿ ਮਾਂ-ਬਾਪ ਉੱਥੇ ਆ, ਭੈਣ ਭਰਾ ਉੱਥੇ ਆ, ਰੋਜ਼ ਤੁਸੀਂ ਕੰਮ ਤੋਂ ਆ ਕੇ ਘਰੇ ਆ ਕੇ ਰੋਟੀ ਤਾਂ ਵਧੀਆ ਖਾ ਸਕਦੇ ਆ। ਇੱਥੇ ਹਾਲਾਤ ਜਿਹੜੇ ਅਸੀਂ ਦੇਖਦੇ ਆ ਲੋਕਾਂ ਦੇ, ਜਿਹੜੇ ਵਿਚਾਰੇ ਪਿੱਛੋਂ ਆਏ ਆ ਤੇ ਉਹਨਾਂ ਦਾ ਰਹਿਣ ਸਹਿਣ ਦਾ ਕਿੱਦਾਂ ਦਾ ਮਤਲਬ ਹਾਲਾਤ ਖਰਾਬ ਹੈ ਉਹਨਾਂ ਦੇ, ਜਿਹਨਾਂ ਕੋਈ ਪੇਪਰ ਹੈ ਨਹੀਂਗੇ ਉਹ ਪਿੱਛੇ ਨਹੀਂ ਜਾ ਸਕਦੇ। ਤੇ ਇੱਥੇ ਸੜਕਾਂ ਤੇ ਰੋਲਣ ਵਾਲੀ ਜਿਹੜੀ ਗੱਲ ਹੋਈ ਆ ਉਹ ਇਦਾਂ ਦੇ ਹਾਲਾਤ ਬਣ ਗਏ। ਵੈਸੇ ਆਪਾਂ ਜੇ ਦੇਖਿਆ ਜਾਵੇ ਨਾ ਹਾਲਾਤ ਜਿਹੜੇ ਪਿਛਲੇ ਸਰਕਾਰਾਂ, ਕਿਉਂਕਿ ਜਿਹੜੀ ਇਸ ਵੇਲੇ ਪਿਛਲੇ ਸਮੇਂ ਦੇ ਵਿੱਚ ਖਾਸ ਕਰਕੇ ਮਾਰ ਪਈ ਆ, ਪਿਛਲੇ ਸਾਲ ਦੇ ਵਿੱਚ 2022 ਦੇ ਵਿੱਚ ਜਿਹੜੇ ਤਿੰਨ ਨੌਜਵਾਨ ਜਿਹੜੇ ਇਸ ਦੁਨੀਆ ਤੋਂ ਚਲੇ ਗਏ, ਜਿਨ੍ਹਾਂ ਵਿੱਚ ਸੰਦੀਪ ਨੰਗਲ ਅੰਬੀਆਂ ਦੀ ਆਪਾਂ ਗੱਲ ਕਰ ਲਈਏ, ਸੰਦੀਪ ਸਿੱਧੂ ਦੀ ਗੱਲ ਕਰੀਏ ਤੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੀ ਆਪਾਂ ਗੱਲ ਕਰ ਲਈਏ, ਤੇ ਅੱਜ ਉਹਦੇ ਮਾਤਾ ਪਿਤਾ ਹਜੇ ਵੀ ਇਨਸਾਫ ਲੈਣ ਲਈ ਥਾਂ ਭਟਕਦੇ ਫਿਰਦੇ ਨੇ। ਕਿਉਂਕਿ ਕੀ ਕਾਰਨ ਕੀ ਸੀ ਉਹਦਾ? ਕੋਈ ਰੰਜਿਸ਼ ਸੀ ਕਿਸੇ ਨਾਲ, ਕੋਈ ਆਪਸੀ ਦੁਸ਼ਮਣੀ ਸੀਗੀ? ਨਹੀਂ। ਆਪਣਾ ਜੇ ਨੌਜਵਾਨ ਆਪਣਾ ਕੰਮ ਕਰਦੇ ਸੀ ਨਾ, ਆਪਣੇ ਜੇ ਇੱਕ ਇਹੋ ਜਿਹਾ ਨਾਮ ਕਮਾਇਆ, ਜੇ ਆਪਾਂ ਸੰਦੀਪ ਨੰਗਲ ਅੰਬੀਆਂ ਦੀ ਗੱਲ, ਉਹਨੇ ਕਬੱਡੀ ਦੇ ਖੇਤਰ ਵਿੱਚ ਇਹੋ ਜਿਹਾ ਆਪਣਾ ਇੱਕ ਨਾਮ ਬਣਾਇਆ ਕਿ ਦੁਨੀਆ ਦੇ ਵਿੱਚ ਉਹ ਨੌਜਵਾਨ ਜਾਣਿਆ ਜਾਣ ਲੱਗਾ। ਸਿੱਧੂ ਮੂਸੇਵਾਲੇ ਦੀ ਗੱਲ ਕਰ ਦਈਏ, ਉਹ ਗਾਇਕੀ ਖੇਤਰ ਦੇ ਵਿੱਚ ਆਪਣਾ ਉਹ ਇੱਕ ਇਹੋ ਜਿਹਾ ਨੌਜਵਾਨ ਬਣ ਗਿਆ ਕਿ ਪੂਰੀ ਦੁਨੀਆ ਦੇ ਵਿੱਚ ਉਹਦੇ ਨਾਮ ਦੇ ਚਰਚੇ ਹੋਣ ਲੱਗੇ। ਪਰ ਜਿਹੜੀ ਉਹਨੂੰ ਸ਼ੋਹਰਤ ਮਿਲੀ, ਉਹਨੂੰ ਰੰਗਤ ਮਿਲੀ, ਉਹਨੂੰ ਦੁਨੀਆ ਨੇ ਪਿਆਰ ਕੀਤਾ, ਉਹ ਲੋਕਾਂ ਕੋਲੋਂ ਜਰਿਆ ਨਹੀਂ ਗਿਆ। ਕਿਹਨਾਂ ਲੋਕਾਂ ਕੋਲੋਂ ਨਹੀਂ ਜਰਿਆ ਗਿਆ? ਜਿਹੜੇ ਉਹਦੇ ਦੁਸ਼ਮਣ ਬਣ ਗਏ, ਜਾਨ ਦੇ ਦੁਸ਼ਮਣ ਬਣ ਗਏ। ਪਰ ਇਹ ਇੱਥੋਂ ਤੱਕ ਸਾਡੀ ਜਿਹੜੀ ਆ ਮਾਨਸਿਕਤਾ ਜਿਹੜੀ ਆ ਡੁੱਲ ਚੁੱਕੀ ਆ, ਖਰਾਬ ਹੋ ਚੁੱਕੀ ਆ ਕਿ ਅਸੀਂ ਇੱਕ ਦੂਜੇ ਦੀ ਜਾਨ ਲੈਣ ਤੱਕ ਤੁਰ ਜਾਂਦੇ ਆ ਕਿ ਇਹਦੀ ਚੜ੍ਹਾਈ ਕਿਉਂ ਹੋ ਗਈ। ਪਰ ਜੇ ਆਪਾਂ ਗੱਲ ਕਰੀਏ, ਸਰਕਾਰਾਂ ਠੀਕ ਆ ਕਿਤੇ ਨਾ ਕਿਤੇ ਅਸਫਲ ਰਹੀਆਂ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਰੱਖਣ ਲਈ, ਬੱਚਿਆਂ ਨੂੰ ਪੰਜਾਬ ਦੇ ਵਿੱਚ ਰੱਖਣ ਲਈ। ਅੱਜ ਜੇ ਆਪਾਂ ਯੂਨੀਵਰਸਿਟੀਆਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਮਨਜੀਤ ਸਿੰਘ ਜੀ, ਤੇ 80% ਜਿਹੜੇ ਸਟੂਡੈਂਟ ਆ ਉਹ ਬਾਹਰਲੀਆਂ ਸਟੇਟਾਂ ਦੇ ਆ ਕੇ ਉਹ ਯੂਨੀਵਰਸਿਟੀਆਂ ਦੇ ਵਿੱਚ ਪੰਜਾਬ ਦੇ ਵਿੱਚ ਉਹ ਪੜ੍ਹ ਰਹੇ ਨੇ। ਯੂਨੀਵਰਸਿਟੀਆਂ ਖਾਲੀ ਹੋ ਰਹੀਆਂ। ਜਿੱਥੇ ਅੱਜ ਉਹਨਾਂ ਯੂਨੀਵਰਸਿਟੀਆਂ ਦੀ ਆਪਾਂ ਗੱਲ ਕਰੀਏ, ਜਿੱਥੇ ਯੂਨੀਵਰਸਿਟੀਆਂ ਦੇ ਵਿੱਚ ਦਾਖਲਾ ਲੈਣ ਲਈ ਤੁਹਾਨੂੰ ਸਿਫਾਰਸ਼ਾਂ ਪਾਉਣੀਆਂ ਪੈਂਦੀਆਂ ਸਨ, ਅੱਜ ਯੂਨੀਵਰਸਿਟੀਆਂ ਵਾਲੇ ਬਾਜਾਂ ਮਾਰਦੇ ਨੇ ਕਿ ਆ ਕੇ ਸਾਡੀ ਯੂਨੀਵਰਸਿਟੀ ਦੇ ਵਿੱਚ ਆ ਕੇ ਦਾਖਲਾ ਲਓ। ਇੱਕ ਨਾਲ ਇੱਕ ਫ੍ਰੀ ਵਾਲਾ ਨਹੀਂ ਹੁੰਦਾ ਗਾ ਜੇ ਸਿਸਟਮ, ਕੋਈ ਚੀਜ਼ ਲੈਣ ਜਾਓ ਇੱਕ ਨਾਲ ਇੱਕ ਫ੍ਰੀ ਹੈ, ਤੇ ਇੱਕ ਕਹਿੰਦੇ ਤੁਸੀਂ ਇੱਕ ਦਾਖਲਾ ਲਓ ਤੇ ਦੂਜੇ ਦੇ ਵਿੱਚ ਤੁਹਾਨੂੰ ਦਾਖਲੇ ਤੇ 50% 80% ਛੋਟ ਵੀ ਅਸੀਂ ਦੇਵਾਂਗੇ। ਇਹ ਹਾਲਾਤ ਬਣ ਚੁੱਕੇ। ਅੱਜ ਪੜ੍ਹਾਈਆਂ ਅਸੀਂ ਕਰ ਲਈਆਂ ਬਹੁਤ, ਪੜ੍ਹਾਈਆਂ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ, ਅਸੀਂ ਕਹਿੰਦੇ ਚਲੋ ਪੜ੍ਹਾਈ ਬਹੁਤ ਮਹਿੰਗੀ ਆ, ਤੇ ਜੇ ਆਪਾਂ ਜਿਹੜੀ ਪੜ੍ਹਾਈ ਬਾਹਰ ਇੱਥੇ ਕਰਨ ਆਉਂਦੇ ਤਾਂ ਉਹ ਕਿਹੜਾ ਪੜ੍ਹਾਈ ਸਸਤੀ ਹੈ ਜੀ? ਬਿਲਕੁਲ।
ਜੇ ਹੁਣ ਆਪਾਂ ਗੱਲ ਕਰੀਏ ਯੂਨੀਵਰਸਿਟੀ ਦੀ ਫੀਸ ਦੀ ਆਪਾਂ ਗੱਲ ਕਰ ਲਈਏ, ਇੱਥੇ ਜਿਹੜੇ ਇੰਗਲੈਂਡ ਦੇ ਵਿੱਚ ਖਾਸ ਕਰਕੇ ਸਟੂਡੈਂਟ ਪੜ੍ਹਨ ਆਉਂਦੇ ਨੇ, ਬੱਚੇ ਬੱਚੀਆਂ ਪੜ੍ਹਨ ਆਉਂਦੇ ਨੇ, ਕੈਨੇਡਾ ਦੇ ਵਿੱਚ ਬੱਚੇ ਬੱਚੀਆਂ ਪੜ੍ਹਨ ਜਾਂਦੇ ਨੇ, ਉਹ ਜੇ 3 ਸਾਲ ਦੀ ਡਿਗਰੀ ਆ ਮਨਜੀਤ ਸਿੰਘ ਜੀ, 18,000 ਪਾਉਂਡ ਜਿਹੜਾ ਤੁਹਾਨੂੰ ਯੂਨੀਵਰਸਿਟੀ ਨੂੰ ਪੇ ਕਰਨਾ ਪੈਂਦਾ। ਖਾਸ ਕਰਕੇ ਜੇ ਇੰਗਲੈਂਡ ਦੇ ਵਿੱਚ 18,000 ਨੂੰ 3 ਸਾਲ ਨੇ ਤੁਸੀਂ ਗੁਣਾ ਕਰ ਲਓ, ਫਿਰ ਕਿੰਨੇ ਪੈਸੇ ਬਣਦੇ ਆ? ਆਹੋ 54,000 ਬਣ ਗਿਆ ਇਹ ਜੀ, ਪਾਉਂਡ ਵਿੱਚ ਬਣ ਗਿਆ, ਤੇ ਇਹਦੇ ਗਾਂ ਇੰਡੀਆ ਦੇ ਪੈਸੇ ਬਣਾ ਲਓ ਕਿੰਨੇ ਆ। ਸੋ ਇਸ ਕਰਕੇ ਵੀ ਇਹ ਚਲੋ ਇਹ ਤਾਂ ਹੁਣ ਬਹਾਨੇ ਆ, ਮਤਲਬ ਬਾਹਰ ਆਉਣ ਦੇ ਵੀ, ਚਲੋ ਬੱਚਿਆਂ ਨੂੰ ਬਾਹਰ ਆਉਣਾ ਵੀ ਉੱਥੇ ਸਾਡਾ ਹੈ ਨਹੀਂਗਾ, ਪਰ ਉੱਥੇ ਗਵਰਨਮੈਂਟਾਂ ਵੀ ਇਹਦੇ ਵਿੱਚ ਦੋਸ਼ੀ ਹੈਗੀਆਂ ਪੂਰੀਆਂ, ਜਿਹੜੀਆਂ ਕਿ ਉਹ ਜਿਹੜੀਆਂ ਰੁਜ਼ਗਾਰ ਜਿਹੜੇ ਉੱਥੇ ਦੇ ਪ੍ਰੋਵਾਈਡ ਨਹੀਂ ਕਰ ਰਹੀਆਂ ਉਹ, ਤੇ ਸਮੇਂ ਨੂੰ ਸਾਂਭਣ ਦੀ ਲੋੜ ਆ, ਕਿਉਂਕਿ ਜੇ ਨੌਜਵਾਨ ਸਾਡਾ ਵਰਗ ਜਿਹੜਾ ਆ ਸਰਕਾਰਾਂ ਵਾਸਤੇ ਜੇ ਉਹ ਬਾਹਰ ਆ ਗਿਆ ਤੇ ਸਾਡੀ ਜਿਹੜੀ ਪਾਪੂਲੇਸ਼ਨ ਹੈ, ਜਨਰੇਸ਼ਨ ਹੈ ਜਿਹੜੀ, ਉਹ ਖਤਮ ਹੋ ਜਾਣੀ ਪਿੱਛੋਂ। ਬਿਲਕੁਲ ਬਿਲਕੁਲ। ਤੇ ਕਿਉਂਕਿ ਜਿਹੜਾ ਵਿਦੇਸ਼ ਦੇ ਵਿੱਚ ਪਹੁੰਚ ਗਿਆ, ਜਿਹਨੇ ਇੱਥੇ ਆਪਣਾ ਘਰ-ਬਾਰ ਬਣਾ ਲਿਆ, ਆਪਣਾ ਸਾਰਾ ਕੁਝ ਸਿਸਟਮ ਇੱਥੇ ਸੈੱਟ ਕਰ ਲਿਆ ਉਹਨੇ, ਤੇ ਉਹ ਵਾਪਸ ਕਿੱਦਾਂ ਜਾਊਗਾ ਪਿੱਛੇ ਉਹ? ਕਿਉਂਕਿ ਸਮੇਂ ਦਾ ਅੱਕਿਆ ਹੋਇਆ ਬੰਦਾ ਫਿਰ ਉਹ ਇੱਥੇ ਹੀ ਸੈਟਲ ਹੋ ਜਾਂਦਾ, ਚਾਹੇ ਉਹਨੂੰ ਸਟਰਗਲ ਜ਼ਿਆਦਾ ਕਰਨੀ ਪਵੇ, ਕੁਝ ਵੀ ਕਰਨਾ ਪਵੇ, ਫਿਰ ਉਹ ਇੱਥੇ ਬੱਚਾ ਜਿਹੜਾ ਉਹ ਤਰਜੀਹ ਕਰਦਾ ਕਿ ਉਹ ਇੱਥੇ ਮੈਂ ਰਵਾਂ। ਸੋ ਇਸ ਕਰਕੇ ਜਿਹੜੀਆਂ ਗਵਰਨਮੈਂਟਾਂ ਵੀ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਆ, ਇਸ ਕਰਕੇ ਜਿਹੜਾ ਸਾਡੀ ਉੱਥੇ ਦੀ ਧਰਤੀ ਆ ਜਿਹੜੀ, ਉਹਨੂੰ ਸਾਂਭਣ ਵਾਲਾ ਕੌਣ ਰਹੂਗਾ ਫਿਰ? ਕੋਈ ਜਿਸ ਹਿਸਾਬ ਨਾਲ ਹਾਲਾਤ ਬਣਦੇ ਜਾਂਦੇ ਨੇ ਮਨਜੀਤ ਸਿੰਘ ਜੀ, ਆਉਣ ਵਾਲੇ ਸਮੇਂ ਦੇ ਵਿੱਚ, ਹੁਣ ਆਪਾਂ ਗੱਲ ਕਰੀਏ ਸਤੰਬਰ ਦੇ ਵਿੱਚ, ਇਸ ਸਾਲ ਸਤੰਬਰ ਦੇ ਵਿੱਚ, ਜਾਣੀ ਕਿ 4 ਮਹੀਨਿਆਂ ਦੇ ਬਾਅਦ, ਹੁਣ ਆਪਾਂ ਇਸ ਵੇਲੇ ਮਈ ਦੇ ਵਿੱਚ ਆ, 4 ਮਹੀਨਿਆਂ ਦੇ ਵਿੱਚ 1 ਲੱਖ ਹੋਰ ਸਟੂਡੈਂਟ ਜਿਹੜੇ ਉਹ ਜਿਹਨਾਂ ਬਿਲਕੁਲ ਫਾਈਲਾਂ ਤਿਆਰ ਨੇ ਜੀ, ਬਿਲਕੁਲ, ਜਿਨ੍ਹਾਂ ਨੇ ਆ ਕੇ ਇੱਧਰ ਨੂੰ ਰੁੱਖ ਕਰਨਾ, ਤੇ ਤੁਸੀਂ ਹਾਲਾਤ ਤੁਸੀਂ ਲਾ ਲਓ, ਉਹਨਾਂ ਨੂੰ ਸਮਝਾ ਕੇ ਦੇਖ ਲਓ। ਨਹੀਂ, ਪਰ ਦੇਖਿਆ ਜਾਵੇ ਉਹ ਠੀਕ ਹੈ, ਆਪਣੀ ਹਰ ਇੱਕ ਦੀ ਆਪਣੀ ਕਿਸਮਤ ਹੁੰਦੀ ਹੈ, ਕਿੱਧਰ ਨੂੰ ਜਾ ਕੇ ਸੈੱਟ ਹੋਣਾ, ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ 1 ਲੱਖ ਸਟੂਡੈਂਟ ਜਿਹੜਾ ਇੰਗਲੈਂਡ ਦੇ ਵਿੱਚ ਸਤੰਬਰ ਦੇ ਵਿੱਚ ਆ ਕੇ ਯੂਨੀਵਰਸਿਟੀਆਂ ਦੇ ਵਿੱਚ ਜਿਨ੍ਹਾਂ ਨੇ ਆਲਰੇਡੀ ਦਾਖਲੇ ਲਏ ਹੋਏ ਨੇ, ਕਿਉਂਕਿ ਇਹ ਜਿਨ੍ਹਾਂ ਨੇ ਦਾਖਲੇ ਦਿਵਾਏ ਨੇ, ਜਿਨ੍ਹਾਂ ਨੇ ਦਾਖਲੇ ਲਏ ਨੇ, ਉਹਨਾਂ ਨੇ ਆਪਣਾ ਕੰਮ ਕਰ ਲਿਆ ਜੀ। ਉੱਥੋਂ ਤੁਹਾਡੇ ਪੇਪਰ ਵਰਕ ਚੱਕਿਆ, ਇੱਥੇ ਯੂਨੀਵਰਸਿਟੀ ਨਾਲ ਗੱਲ ਕੀਤੀ, ਜਿੰਨੇ ਯੂਨੀਵਰਸਿਟੀ ਦੀ ਫੀਸ ਆ ਉਹਦੇ ਵਿੱਚ 1200-1500 2000 ਰੁਪਈਆ ਆਪਣਾ ਰੱਖਿਆ ਤੇ ਤੁਹਾਡਾ ਕੰਮ ਕਰਾਦਾ, ਉਹਨਾਂ ਨੇ ਨਾਲ ਕੁਝ ਕੱਟਿਆ, ਉਹ ਬੈਠੇ ਨੇ ਇਹਦਾ ਟੌਰ ਨਾ ਟਾਈਆਂ ਲਾ ਕੇ ਆਫਿਸਾਂ ਦੇ ਵਿੱਚ ਬੈਠੇ ਨੇ। ਹਾਂਜੀ ਵੀ ਬਾਹਰ ਜਾਣਾ ਜੀ, ਹਾਂਜੀ ਠੀਕ ਹੈ ਜੀ, ਬਾਹਰ ਜਾਣਾ, ਇੰਨੇ ਪੈਸੇ ਲੱਗਣਗੇ, ਕਿਹੜੀ ਯੂਨੀਵਰਸਿਟੀ ਲੈਣੀ ਹੈ ਜੀ? ਉਸ ਹਿਸਾਬ ਨਾਲ ਤੁਹਾਨੂੰ ਉੱਥੇ ਜਿਹੜੀ ਆਪਾਂ ਇੰਗਲਿਸ਼ ਕਹਿੰਦੇ ਆ ਡਿਗਰੀ ਕਰ ਲਈ, ਡਿਗਰੀ ਕਿਹੜੀ ਕਰ ਲਈ? ਆਈਲੈਟਸ ਦੀ ਡਿਗਰੀ ਕਰ ਲਈ, ਡਿਗਰੀ ਕਰਕੇ ਜਿਹੜਾ ਬਾਹਰ ਨੂੰ ਬੰਦਾ ਰੁੱਖ ਕਰਦਾ, ਤੇ ਉਹ ਜਿਸ ਹਿਸਾਬ ਨਾਲ ਹਾਲਾਤ ਬਣਦੇ ਜਾਂਦੇ, ਭਾਈਚਾਰਕਾਂ ਸਾਂਝ ਵੀ ਜਿਹੜੀ ਆ ਉਹ ਖਤਮ ਹੁੰਦੀ ਜਾਂਦੀ ਹੈ। ਅੱਜ ਨੌਜਵਾਨਾਂ ਨੂੰ ਦੇਖਣ ਦਾ ਮੌਕਾ ਮਿਲਦਾ, ਜਿਹੜੇ ਨੌਜਵਾਨ ਕੰਮ ਕਰਦੇ ਨੇ, ਮਿਹਨਤ ਕਰਦੇ ਨੇ, ਮਿਹਨਤ ਕਰਕੇ, ਠੀਕ ਹੈ, ਪੰਜਾਬੀਆਂ ਦੀ ਇੱਕ ਇਹ ਖੂਬੀ ਆ, ਇੱਕ ਖਾਸੀਅਤ ਹੈ, ਜਿੱਥੇ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਦੇ ਨਾਲ ਉਹ ਰੰਗਤ ਲਿਆਉਂਦੇ ਨੇ, ਉਹ ਮਿਹਨਤ ਕਰਕੇ ਜਿਹੜਾ ਸਮਾਂ ਆ, ਸਮੇਂ ਦੇ ਵਿੱਚ ਸੁਧਾਰ ਕਰਕੇ ਆਪਣੇ ਹਾਲਾਤਾਂ ਨੂੰ ਉਹ ਜਿਹੜਾ ਵਧੀਆ ਬਣਾ ਲੈਂਦੇ। ਪਰ ਅੱਜ ਮਿਹਨਤ ਕਰਨੀ ਕਿੱਥੇ ਆ? ਸਵਾਲ ਇਹ ਇੱਕ ਮਨਜੀਤ ਸਿੰਘ ਜੀ ਪੈਦਾ ਹੋਇਆ, ਤੁਸੀਂ ਮਿਹਨਤ, ਠੀਕ ਹੈ, ਤੁਸੀਂ ਮਿਹਨਤ ਕਰਨ ਨੂੰ ਤਿਆਰ ਹੋ, ਪਰ ਮਿਹਨਤ ਕਰਨੀ ਕਿੱਥੇ ਆ? ਪਰ ਮੈਂ ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਇਹੀ ਕਈਆਂ ਨੇ ਕਹਿਣਾ ਮਿਹਨਤ ਕਰਨ ਵਾਲਾ ਬੰਦਾ ਚਾਹੀਦਾ, ਕੰਮ ਬਹੁਤ। ਹਾਂਜੀ ਹਾਂਜੀ, ਬਿਲਕੁਲ ਇਦਾਂ ਇਹੀ ਡਾਇਲੌਗ ਹੁੰਦਾ, ਇਹ ਡਾਇਲੌਗ ਹੁੰਦਾ। ਪਰ ਉਸ ਮਿਹਨਤ ਕਰਨ ਦੇ ਲਈ ਤੁਹਾਡੇ ਕੋਲ ਉਹ ਕੈਪੇਬਿਲਿਟੀ ਵੀ ਹੋਣੀ ਚਾਹੀਦੀ ਆ, ਤੁਹਾਡੇ ਕੋਲ ਇੱਥੇ ਦਾ ਰਹਿਣ ਦਾ ਅਧਿਕਾਰ ਵੀ ਹੋਣਾ ਚਾਹੀਦਾ, ਤੇ ਇਹ ਜੇ ਤੁਹਾਡੇ ਕੋਲ ਰਹਿਣ ਦਾ ਅਧਿਕਾਰ ਹੋਣਾ ਚਾਹੀਦਾ, ਉਸ ਫਿਰ ਤੁਹਾਨੂੰ ਇਹ ਵੀ ਦੇਖਣਾ ਪੈਣਾ ਵੀ ਗਵਰਨਮੈਂਟ ਤੁਹਾਨੂੰ ਇਸ ਲਈ ਕੰਮ ਕਰਨ ਦੇ ਕਿੰਨੇ ਘੰਟੇ ਦੀ ਪਰਮਿਸ਼ਨ ਜਿਹੜੀ ਉਹ ਦੇ ਰਹੀ ਆ। ਕਿਉਂਕਿ ਜਿਸ ਹਿਸਾਬ ਨਾਲ ਇੰਗਲੈਂਡ ਦੇ ਵਿੱਚ ਜਾਂ ਇਟਲੀ ਦੇ ਵਿੱਚ ਜਾਂ ਯੂਰਪੀਅਨ ਕੰਟਰੀਆਂ ਦੇ ਵਿੱਚ ਇਸ ਲਈ ਛਾਪੇਮਾਰੀ ਹੋ ਰਹੀ ਆ, ਫੜੋ ਫੜਾਈ ਹੋ ਰਹੀ ਆ, ਇਹ ਵੀ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ। ਤੁਸੀਂ ਇਹ ਨਾ ਇਹ ਸੋਚਿਓ ਕਿ ਤੁਹਾਡੇ ਕੋਲ ਤੁਹਾਨੂੰ ਜੇ ਜਾਂ 5 ਘੰਟੇ ਜਾਂ 20 ਘੰਟੇ ਜਿਹੜਾ ਵੀਕ ਦੇ ਤੁਹਾਨੂੰ ਦਿੱਤੇ ਆ, ਉਹ ਜਿਹੜੀਆਂ ਇਸ ਲਈ ਸਰਕਾਰਾਂ ਤੁਹਾਡੇ ਉੱਤੇ ਨਜ਼ਰਾਂ ਪੂਰੀ ਤੌਰ ਤੇ ਰੱਖਦੀਆਂ, ਮੁਕੰਮਲ ਤੌਰ ਤੇ ਤੁਹਾਨੂੰ ਇੱਕ ਲੀਗਲ ਇੱਥੇ ਹੋ ਕੇ ਰਹਿਣਾ ਪੈਣਾ। ਕਿਉਂਕਿ ਜਿਸ ਹਿਸਾਬ ਨਾਲ ਹਾਲਾਤ ਬਣੇ ਨੇ, ਹਰ ਥਾਂ ਛਾਪੇਮਾਰੀ ਹੁੰਦੀ ਹੈ। ਪਿਛਲੇ ਤੁਸੀਂ ਦੇਖਿਆ ਹੋਣਾ ਕੁਝ ਦਿਨਾਂ ਦੇ ਵਿੱਚ ਬੱਸ ਸਟੈਂਡਾਂ ਦੇ ਉੱਤੇ ਜਿੱਥੇ ਲੋਕ ਆਪਣੀਆਂ ਬੱਸਾਂ ਫੜਨ ਨੂੰ ਆਪਣੀਆਂ ਉੱਥੇ ਵੇਟ ਕਰ ਰਹੇ ਸਨ, ਉੱਥੇ ਵੀ ਜਿਹੜੀ ਛਾਪੇਮਾਰੀ ਆ ਇੱਥੇ ਦੀ ਸਪੈਸ਼ਲ ਫੋਰਸ ਵੱਲੋਂ ਉਹ ਕੀਤੀ ਗਈ ਆ। ਜਿਹੜੇ ਹੋਰ ਆਨਲਾਈਨ ਡਿਲੀਵਰੀਆਂ ਕਰਦੇ ਨੇ, ਫੂਡ ਦੀਆਂ ਡਿਲੀਵਰੀਆਂ ਕਰਦੇ ਨੇ, ਉਹਨਾਂ ਉੱਤੇ ਵੀ ਜਿਹੜਾ ਇਹ ਸ਼ਿਕੰਜਾ ਜਿਹੜਾ ਸਰਕਾਰ ਨੇ ਕੱਸਿਆ। ਤੇ ਜੇ ਰਵਾਂਡਾ ਦੀ ਆਪਾਂ ਗੱਲ ਕਰ ਲਈਏ, ਤੇ ਉੱਥੇ ਦੇ ਦੇਸ਼ ਦੇ ਨਾਲ ਇਹਨਾਂ ਨੇ ਕਿੰਨੇ ਮਿਲੀਅਨ ਪਾਉਂਡ ਦੇ ਵਿੱਚ ਸੰਧੀ ਉੱਥੇ ਕੀਤੀ ਹੈ ਕਿ ਜਿੰਨੇ ਵੀ ਅਸੀਂ ਇੱਥੋਂ ਫੜ ਕੇ ਡਿਪੋਰਟ ਕਰਾਂਗੇ, ਤੁਹਾਡੇ ਕੋਲ ਭੇਜਾਂਗੇ, ਉਹਨਾਂ ਦੀ ਸਾਂਭ ਸੰਭਾਲ ਦਾ ਖਰਚਾ ਉਹਨਾਂ ਨਾਲ ਜਿਹੜੀ ਸੰਧੀ ਇਹ ਰਵਾਂਡਾ ਸਰਕਾਰ ਦੇ ਨਾਲ ਇੱਥੇ ਜਿਹੜੀ ਆ ਹੋਮ ਮਿਨਿਸਟਰ ਉਹ ਕਰਕੇ ਉੱਥੇ ਆਏ ਨੇ। ਤੇ ਆਪਾਂ ਜੇ ਗੱਲ ਕਰੀਏ ਤੇ ਜਾਣਾ ਕਿੱਧਰ ਨੂੰ ਆ? ਇੱਕ ਪਾਸੇ ਪਿੱਛੇ ਪਰਿਵਾਰ ਆ, ਪਿੱਛੇ ਬਜ਼ੁਰਗ ਨੇ, ਇੱਥੇ ਆਪਣੇ ਪਤੀ ਪਤਨੀ ਆ, ਤੇ ਆਪਾਂ ਪਤਨੀ ਕੰਮ ਕਰਦਾ, ਪਤਨੀ ਵੀ ਕੰਮ ਕਰਦੀ ਹੈ, ਤੇ ਬੱਚੇ ਦੀ ਜਿਹੜੀ ਜ਼ਿੰਦਗੀ ਆ ਉਹ ਕਿੱਧਰ ਨੂੰ ਇਸ ਲਈ ਜਾਂਦੀ ਹੈ? ਕਿਉਂਕਿ ਬੱਚੇ ਦੀ ਪਰਵਰਿਸ਼ ਦੀ ਆਪਾਂ ਗੱਲ ਕਰਦੇ ਹਾਂ, ਤੇ ਬੱਚਾ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਵੱਡਾ ਹੋਵੇਗਾ। ਮਨਜੀਤ ਸਿੰਘ ਜੀ, ਇਹ ਵੀ ਇੱਕ ਚਿੰਤਾ ਦਾ, ਇੱਕ ਸੋਚਣ ਵਾਲੀ ਗੱਲ ਆ ਕਿ ਠੀਕ ਹੈ ਤੁਸੀਂ ਬੱਚੇ ਤਾਂ ਇੱਥੇ ਲੈ ਆਂਦੇ, ਆਦਮੀ ਵੀ ਕੰਮ ਤੇ ਚਲਾ ਗਿਆ, ਹਾਂਜੀ, ਜੇ ਤੀਵੀਂ ਵੀ ਕੰਮ ਤੇ ਚਲੇ ਗਈ, ਜੇ ਜਦੋਂ ਉਹ ਬੱਚਾ ਗੱਭੇ ਰਹਿ ਗਿਆ, ਜੋ 2 ਜਾਂ 3 ਸਾਲ ਜਾਂ 5 ਸਾਲ ਦਾ ਬੱਚਾ ਆ, ਉਹਦੀ ਪਰਵਰਿਸ਼ ਕਿਸ ਸਹਾਰੇ ਤੇ ਹੋਣੀ ਆ? ਬਿਲਕੁਲ, ਉਹ ਤਾਂ ਫਿਰ ਜਿੱਦਾਂ ਕਹਿੰਦੇ ਹੁੰਦੇ ਆ ਬਈ ਉਹ ਘਰ ਵਾਲਾ ਚਲ ਗਿਆ
ਤੇ ਜਨਾਨੀ ਮਤਲਬ ਉਹ ਬੱਚੇ ਨੂੰ ਸਾਂਭਦੀ ਹੈ ਤੇ ਬੱਚਾ ਜਨਾਨੀ ਚਲ ਗਈ ਤੇ ਮੁੜ ਕੇ ਉਹ ਆਦਮੀ ਉਹਦੇ ਕੋਲ ਆ ਤੇ ਉਹਨੂੰ ਮਾਂ-ਬਾਪ ਦਾ ਤਾਂ ਕੋਈ ਐਡਾ ਕੋਈ ਸਹਾਰਾ ਨਹੀਂ ਮਿਲਦਾ। ਇਹ ਪੰਜਾਬ ਵਾਲੀ ਸਿਚੁਏਸ਼ਨ ਬਣ ਗਈ ਸੇਮ ਹੋਈ, ਬਿਲਕੁਲ ਸੇਮ ਉਹੀ ਹੋ ਗਿਆ ਜੀ। ਜੀ। ਤੇ ਬੜੀ ਟਫ ਜਿਹੜੀ ਆ ਜ਼ਿੰਦਗੀ ਆ ਜਿਹੜੀ ਆ ਉਹ ਇਹਨਾਂ ਦੇਸ਼ਾਂ ਦੀ ਕੰਟਰੀਆਂ ਦੀ ਜਿਹੜੀ ਉਹ ਸ਼ੁਰੂ ਹੋ ਗਈ ਆ ਲਾਈਫ, ਕਿਉਂਕਿ ਕਾਫੀ ਜਿੱਦਾਂ ਤੁਸੀਂ ਦੱਸਿਆ ਹੀ ਆ ਪਹਿਲਾਂ ਵੀ 1 ਲੱਖ ਜਿਹੜਾ ਹੋਰ ਸਟੂਡੈਂਟ ਜਿਹੜਾ ਆ ਵੱਖ-ਵੱਖ ਕੰਟਰੀਆਂ ਤੋਂ ਇੱਥੇ ਆਉਣ ਵਾਸਤੇ ਯੂਕੇ ਤਿਆਰ ਆ ਜੀ। ਤੇ ਉਹ ਕੰਟਰੀ ਦੇ ਖੇਤਰਫਲ ਦੇ ਹਿਸਾਬ ਦੇ ਨਾਲ ਇੱਥੇ ਦਾ ਮੁੜ ਕੇ ਫਿਰ ਉਹੀ ਮਤਲਬ ਸਾਰਾ ਕੁਝ ਜਿਹੜਾ ਸਿਸਟਮ ਆ ਉਹ ਬਦਲੀ ਜਾਂਦਾ। ਕੰਮਾਂ ਕਾਰਾਂ ਦੇ ਹਾਲਾਤ ਜਿਹੜੇ ਆ ਉਹ ਮਾੜੇ ਹੋ ਜਾਣੇ। ਜਿਹੜੇ ਸਟੂਡੈਂਟਾਂ ਨੂੰ 20 ਘੰਟੇ ਕਰਨ ਦੀ ਜੋਬ ਆ ਮਤਲਬ ਇੱਕ ਹਫ਼ਤੇ ਦੇ, ਤੇ ਉਹ ਕੰਮ ਹੀ ਨਹੀਂ ਮਿਲਣੇ ਤੇ ਫਿਰ ਉਹ ਵਿਚਾਰੇ ਕੰਮ ਕਿੱਥੇ ਕਰਨਗੇ ਉਹ, ਬਿਲਕੁਲ, ਤੇ ਖਰਚਾ ਕਿੱਦਾਂ ਪ੍ਰੋਵਾਈਡ ਕਰਨਗੇ ਉਹ, ਇੰਨਾ ਪੈਸਾ ਜਿਹੜਾ ਆ ਯੂਨੀਵਰਸਿਟੀਆਂ ਦੀ ਫੀਸ ਜਿਹੜੀ ਆ ਉਹ ਕਿੱਦਾਂ ਪੇ ਕਰਨਗੇ। ਤੇ ਫਿਰ ਉਹ ਜਦੋਂ ਪੇ ਨਹੀਂ ਕਰਦੇ ਤੇ ਫਿਰ ਯੂਨੀਵਰਸਿਟੀ ਜਾਂਦੇ ਨਹੀਂ ਤਾਂ ਇਲੀਗਲ ਹੋ ਜਾਂਦੇ ਇੱਥੇ। ਲੀਗਲ ਹੋ ਕੇ ਫਿਰ ਜਦੋਂ ਕਿਤੇ ਪੁਲਿਸ ਤੇ ਧੱਕੇ ਚੜ ਗਏ ਜਾਂ ਕੁਝ ਹੋ ਗਿਆ ਤਾਂ ਫਿਰ ਰਿਪੋਰਟ ਕਰਕੇ ਉਹਨਾਂ ਨੂੰ ਇੰਡੀਆ ਭੇਜ ਦਿੱਤਾ ਜਾਂਦਾ ਜਾਂ ਜਿਸ ਕੰਟਰੀ ਦਾ ਹੋਵੇ ਉੱਥੇ ਦਾ ਭੇਜਿਆ ਜਾਂਦਾ। ਸੋ ਇਸ ਕਰਕੇ ਜ਼ਿੰਦਗੀ ਬੜੀ ਟਫ ਆ। ਇਹ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਸਤੇ ਚੰਗੇ ਪੜ੍ਹ ਲਿਖ ਕੇ ਆਪਣੇ ਉੱਥੇ ਵੀ ਤੁਸੀਂ ਮਤਲਬ ਜਿੱਥੇ ਰਹਿ ਰਹੇ ਹੋ ਉੱਥੇ ਵੀ ਜੇ ਤੁਸੀਂ ਇੰਨੇ ਪੈਸਾ ਖਰਚ ਕਰਕੇ ਪੜ੍ਹਾਈ ਵਧੀਆ ਉੱਥੇ IAS ਆ IPS ਆ ਜਾਂ ਹੋਰ ਜੋਬਾਂ ਆ ਜਾਂ ਕੋਈ ਵੀ ਵੱਡੇ ਤੁਸੀਂ ਇੰਜੀਨੀਅਰ ਆ IT ਆ ਕੋਈ ਵੀ ਤੁਸੀਂ ਕਰ ਸਕਦੇ ਜਿਹੜੇ ਆ ਉੱਥੇ ਵੀ ਤਾਂ ਲੋਕ ਰਹਿ ਰਹੇ ਆ ਜੀ। ਪਰ ਉਹ ਅਗਲੇ ਫਿਰ ਇਹ ਕਹਿ ਦਿੰਦੇ ਆ ਜੀ ਇਹ ਸਲਾਹਾਂ ਸਾਨੂੰ ਦਿੰਦੇ ਆਪ ਉੱਥੇ ਗਏ ਹੋ ਆ। ਉਦੋਂ ਹਾਲਾਤ ਜਿਹੜੇ ਸੀ ਹੋਰ ਸੀ ਜਦੋਂ ਅਸੀਂ ਆਏ ਸੀ, ਉਦੋਂ ਇੰਨਾ ਮਤਲਬ ਟਫ ਵਾਲੀ ਜ਼ਿੰਦਗੀ ਨਹੀਂ ਸੀ। ਕੰਮ ਵੀ ਜਿਹੜੇ ਮਿਲ ਜਾਂਦੇ ਸੀ। ਅੱਜ ਇੰਨੀਆਂ ਪੜ੍ਹਾਈਆਂ ਕਰਕੇ ਸਟੂਡੈਂਟ ਜੇ ਇੱਥੇ ਆ ਕੇ ਮਤਲਬ ਇੰਨਾ ਪੈਸਾ ਲਾ ਕੇ ਵੀ ਇੱਥੇ ਧੱਕੇ ਖਾਣੇ ਹੀ ਆਉਣਾ ਆ, ਫਿਰ ਤਾਂ ਕੋਈ ਫਾਇਦਾ ਨਹੀਂ ਹੈਗਾ ਫਿਰ ਗੱਲ ਕਰਨ ਦਾ। ਫਿਰ ਤਾਂ ਉੱਥੇ ਹੀ ਤੁਸੀਂ ਕਰਕੇ ਤਾਂ ਫਿਰ ਆਪਣਾ ਵਧੀਆ ਜ਼ਿੰਦਗੀ ਜਿਹੜੀ ਆ ਉਹ ਜੀਉ ਸਕਦੇ ਆ ਤੁਸੀਂ ਉੱਥੇ, ਤੇ ਇਹਨਾਂ ਧੱਕਿਆਂ ਤੋਂ ਤੁਸੀਂ ਬਚ ਸਕਦੇ ਆ। ਬਿਲਕੁਲ ਜੀ। ਆਪਾਂ ਗੱਲ ਕਰੀਏ ਤੇ ਠੀਕ ਆ, ਮਿਹਨਤ ਕਰਨਾ ਹਰ ਇੱਕ ਦਾ ਫਰਜ਼ ਬਣਦਾ ਹੈ। ਮਿਹਨਤ ਦਾ ਫਲ ਵੀ ਪ੍ਰਮਾਤਮਾ ਜ਼ਰੂਰ ਦਿੰਦਾ ਹੈ। ਪਰ ਇਹ ਖਾਸ ਕਰਕੇ ਮੈਂ ਜਿਹੜੇ ਸਾਡੇ ਇਸ ਵੇਲੇ ਦਰਸ਼ਕ ਸਾਡੇ ਸ਼ੋਅ ਦੇਖ ਰਹੇ ਨੇ ਉਹਨਾਂ ਨੂੰ ਹੱਥ ਬੰਨ੍ਹ ਕੇ ਅਪੀਲ ਆ ਕਿ ਬੇਨਤੀ ਆ ਕਿ ਗਲਤ ਕੰਮ ਦੇ ਵਿੱਚ ਨਾ ਕਿਤੇ ਪਿਓ, ਕਿਉਂਕਿ ਹਾਲਾਤ ਜਿਹੜੇ ਹਿਸਾਬ ਨਾਲ ਬਣੇ ਨੇ, ਕਿਉਂਕਿ ਇਸ ਲਈ ਖਾਸ ਕਰਕੇ ਇੱਕ ਪੰਜਾਬੀਆਂ ਉੱਤੇ ਜਦੋਂ ਕੋਈ ਖਬਰ ਮਾੜੀ ਨਿਕਲਦੀ ਹੈ ਨਾ ਤਾਂ ਉਹਨੂੰ ਇੰਨਾ ਉਭਾਰ ਕੇ ਦਿਖਾ ਲਿਆ ਜਾਂਦਾ ਦੁਨੀਆ ਦੇ ਵਿੱਚ ਖਬਰਾਂ ਸਾਰੇ ਗਲਤ ਪੰਜਾਬੀ ਹੀ ਕਰਦੇ ਨੇ। ਕਿਉਂਕਿ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਭਿਆਨਕ ਖਬਰਾਂ ਵਾਪਰੀਆਂ ਨੇ, ਪਰ ਜੇ ਆਪਾਂ ਪਿਛਲੇ ਸਮੇਂ ਦੇ ਵਿੱਚ ਇੰਗਲੈਂਡ ਦੀ ਗੱਲ ਕਰ ਲਈਏ 2 ਦਿਨ ਪਹਿਲਾਂ, ਤੇ ਇੱਕ ਕਾਰੋਬਾਰੀ ਅਮਰੀਕਾ ਦੇ ਵਿੱਚ ਗੱਲ ਕਰ ਲਈਏ ਤੇ ਦੋ ਆਪਸ ਵਿੱਚ ਕਾਰੋਬਾਰੀ ਸਾਂਝੇ ਸਨ ਜਿਨ੍ਹਾਂ ਦਾ 2 ਭਰਾ ਕਪੂਰਥਲੇ ਦੇ, ਜਿਨ੍ਹਾਂ ਦਾ ਇੱਕ ਦੂਸਰੇ ਜਿਹੜਾ ਪਾਰਟਨਰ ਵੱਲੋਂ ਜਿਹੜਾ ਸ਼ਰੇਆਮ ਉੱਥੇ ਗੋਲੀਆਂ ਮਾਰ ਕੇ ਜਿਹੜਾ ਉਹਨਾਂ ਦਾ ਕਤਲ ਕਰ ਦਿੱਤਾ। ਕਿਉਂਕਿ 1 ਮਹੀਨਾ ਪਹਿਲਾਂ ਪਾਰਟਨਰਸ਼ਿਪ ਹੋਈ ਸੀ ਤੇ ਉਹ ਵੀ ਜਿਹੜਾ ਜਿਹਨੇ ਗੋਲੀਆਂ ਮਾਰ ਕੇ ਇੱਕ ਦੇ 24 ਗੋਲੀਆਂ ਮਾਰੀਆਂ, ਦੂਸਰੇ ਭਰਾ ਦੇ 12 ਜਿਹੜੀਆਂ ਗੋਲੀਆਂ ਮਾਰ ਕੇ ਜਿਹੜੀ ਘਟਨਾ ਵਾਪਰੀ ਅਮਰੀਕਾ ਦੇ ਵਿੱਚ, ਤੇ ਉਹ ਜਿਹੜਾ ਨੌਜਵਾਨ ਦੂਸਰਾ ਸੀਗਾ ਉਹ ਵੀ ਕਪੂਰਥਲੇ ਦਾ ਹੀ ਸੀਗਾ। ਇੱਥੋਂ ਲਾ ਲਓ ਤੁਸੀਂ ਅੰਦਾਜ਼ਾ ਵੀ ਪੈਸੇ ਨੇ ਸਾਡੇ ਦਿਲਾਂ ਦੇ ਵਿੱਚ ਕਿੰਨੀ ਕੁ ਨਫ਼ਰਤ ਭਰ ਦਿੱਤੀ ਆ, ਕਿੰਨਾ ਕੁ ਸਾਡੇ ਦਿਲਾਂ ਦੇ ਵਿੱਚ ਵਿਰੋਧ ਭਰ ਦਿੱਤਾ ਕਿ ਅਸੀਂ ਇੱਕ ਦੂਜੇ ਦੀ ਜਾਨ ਲੈਣ ਨੂੰ ਤੁੱਲ ਜਾਂਦੇ ਆ। ਤੇ ਇਸ ਕਰਕੇ ਠੀਕ ਆ, ਮਿਹਨਤ ਕਰਨੀ ਚਾਹੀਦੀ ਆ। ਮਿਹਨਤ ਅੱਜ ਨਹੀਂ ਕੰਮ ਮਿਲੂਗਾ। ਆਓ ਜੀ ਸੱਦ ਕੇ ਆਓ, ਕਿਉਂਕਿ ਦਰਵਾਜ਼ੇ ਜੇ ਤੁਹਾਨੂੰ ਸਰਕਾਰਾਂ ਸੱਦ ਰਹੀਆਂ ਨੇ ਤੇ ਸਰਕਾਰਾਂ ਦੇ ਤੁਸੀਂ ਜੀ ਸੱਦ ਕੇ ਆਓ, ਸਾਨੂੰ ਕੋਈ ਇਤਰਾਜ਼ ਨਹੀਂਗਾ, ਪਰ ਆਪਣੀ ਸੈਟਿੰਗ ਜ਼ਰੂਰ ਕਰਕੇ ਆਓ। ਤੁਸੀਂ ਜਾ ਕੇ ਕਿੱਥੇ ਰਹਿਣਾ ਆ, ਕਿਹਨਾਂ ਲੋਕਾਂ ਦੇ ਵਿੱਚ ਰਹਿਣਾ ਆ ਕਿ ਤੁਹਾਨੂੰ ਜਾਂਦਿਆਂ ਨੂੰ ਕੰਮਕਾਰ ਮਿਲੂਗਾ। ਕਿਉਂਕਿ ਜਿਸ ਹਿਸਾਬ ਨਾਲ ਕੰਮਕਾਰਾਂ ਦੇ ਹਾਲਾਤ ਇਕੱਲੇ ਇੱਥੇ ਨਹੀਂ, ਮਿੰਨਤਾਂ ਕਰਨੀਆਂ ਪੈਂਦੀਆਂ ਨੇ ਲੋਕਾਂ ਨੂੰ ਵੀ ਸਾਨੂੰ ਕੰਮ ਤੇ ਲੈ ਜਾਓ। ਜਿੱਥੇ ਆਪਾਂ ਕਹਿੰਦੇ ਸੀ ਨਾ ਵਲਾਇਤ ਦੇ ਵਿੱਚ ਕੰਮ ਕਾਰ ਆ, ਤੁਸੀਂ ਅੱਜ ਕੰਮ ਛੱਡੋ ਤੇ ਦੂਸਰਾ ਕੰਮ ਮਿਲ ਜਾਂਦਾ, ਦੂਸਰਾ ਕੰਮ ਤੋਂ ਛੱਡੋ ਤਾਂ ਤੀਸਰਾ ਕੰਮ ਮਿਲ ਜਾਂਦਾ, ਪਰ ਉਹ ਸਮਾਂ ਜਿਹੜਾ ਉਹ ਨਿਕਲ ਚੁੱਕਿਆ। ਜੇ ਆਪਾਂ ਗੱਲ ਕਰੀਏ ਪੰਜਾਬ ਦੀ, ਤੇ ਪੰਜਾਬ ਦੇ ਹਾਲਾਤ ਵੀ ਜਿਹੜੇ ਆਪਾਂ ਤੁਹਾਨੂੰ ਤਸਵੀਰ ਦਿਖਾਲੀ, ਵੀਡੀਓ ਦਿਖਾਲੀ ਸੀਗੀ, ਉਹ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਆ। ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਗੁਰੂ ਘਰ ਦੇ ਵਿੱਚੋਂ ਗੁਰੂ ਘਰ ਦਾ ਗ੍ਰੰਥੀ ਦਾ ਜ਼ਰੂਰ ਸਵੇਰੇ ਸ਼ਾਮ ਜਿਹੜਾ ਉਹ ਬਾਣੀ ਸਰਵਣ ਕਰਦਾ ਆ, ਲੋਕਾਂ ਨੂੰ ਸੁਣਾਉਂਦਾ ਆ, ਪਰ ਉਹ ਪਿੰਡ ਵਿੱਚ ਬਾਣੀ ਸੁਣਨ ਵਾਲੇ ਕਿੰਨੇ ਨੇ? ਇਹ ਇੱਕ ਦੇਖਣ ਵਾਲੀ, ਇੱਕ ਦੇਖਣ ਤੇ ਸੋਚਣ ਵਾਲਾ ਵਿਸ਼ਾ ਆ। ਬਿਲਕੁਲ ਜੀ ਸੱਦ ਕੇ ਆਓ, ਵੈਲਕਮ ਹੈ ਤੁਹਾਡਾ ਇੱਥੇ, ਜਿੱਥੇ ਵੀ ਤੁਸੀਂ ਆਉਣਾ ਚਾਹੁੰਦੇ ਆਓ, ਪਰ ਇੱਕ ਜ਼ਰੂਰ ਆਪਣੀ ਸੈਟਿੰਗ ਆਪਣਾ ਕਰਕੇ ਜ਼ਰੂਰ ਆਓ, ਕਿਉਂਕਿ ਜਿਸ ਹਿਸਾਬ ਨਾਲ ਹਾਲਾਤ ਬਣੇ ਹੋਏ ਨੇ, ਕਿਉਂਕਿ ਇਹਨਾਂ ਸਰਕਾਰਾਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸੀ ਆ ਕਿ ਇੱਕ ਗੁੰਝਲਦਾਰ ਇਹੋ ਜਿਹਾ ਜਾਲ ਤੁਹਾਡੇ ਉੱਤੇ ਬੁਣ ਦਿੱਤਾ ਗਿਆ, ਉਹ ਬੁਣ ਦਿੱਤਾ ਗਿਆ ਜਾਂ ਬਜ਼ੁਰਗਾਂ ਨੂੰ ਦੀਆਂ ਪੈਨਸ਼ਨਾਂ ਨੂੰ ਲੈ ਕੇ ਦੇਖ ਲਓ, ਤੇ ਨਹੀਂ ਤਾਂ ਫਿਰ ਹੁਣ ਜਿੱਦਾਂ ਤੁਸੀਂ ਕੋਸ਼ਿਸ਼ ਤਾਂ ਇਹ ਹੁੰਦੀ ਆ ਵੀ ਮੈਂ ਯੂਨੀਵਰਸਿਟੀ ਵਿੱਚ ਵੀ ਜਾਊਂਗਾ ਤੇ ਪੜ੍ਹੂੰਗਾ ਵੀ, ਪਰ ਜੇ ਪੜ੍ਹਾਈ ਕਰਨੀ ਆ ਤੇ ਯੂਨੀਵਰਸਿਟੀ ਦੇ ਖਰਚੇ ਪੂਰੇ ਕਰਨੇ ਨੇ, ਜਾਂ ਤਾਂ ਫਿਰ ਪਿੱਛੇ ਤੁਹਾਡਾ ਸਟੈਂਡ ਜਿਹੜਾ ਉਹ ਜੜ ਬਹੁਤ ਮਜ਼ਬੂਤ ਹੋਣੀ ਚਾਹੀਦੀ ਆ ਕਿ ਪਿੱਛੋਂ ਤੁਸੀਂ ਮੰਗਾ ਕੇ ਜਿੰਨਾ ਕਿ ਤੁਹਾਡਾ ਜਿੰਨੀ ਕੁ ਮਿਹਨਤ ਕਰਦੇ ਹੋ ਉਹ ਪੂਰੀ ਹੁੰਦੀ ਹੈ, ਤੇ ਬਾਕੀ ਜਿਹੜਾ ਘਟਿਆ ਉਹ ਪਿੱਛੋਂ ਮੰਗਾ ਲਿਆ। ਕਿਉਂਕਿ ਨੌਜਵਾਨ ਬਹੁਤ ਗਲਤ ਕੰਮਾਂ ਦੇ ਵਿੱਚ ਪੈ ਰਹੇ ਨੇ, ਚਾਹੇ ਉਹ ਨਸ਼ੇ ਨੂੰ ਹੋਵੇ, ਚਾਹੇ ਉਹ ਚੋਰੀ ਠੱਗੀ ਨੂੰ ਲੈ ਕੇ। ਇਹ ਆਪਾਂ ਇਕੱਲੇ ਪੰਜਾਬੀਆਂ ਦੀ ਗੱਲ ਕਰਦੇ ਜਿਨ੍ਹਾਂ ਦਾ ਕੋਟਾ ਨਹੀਂ ਪੂਰਾ ਹੁੰਦਾ, ਜਿਨ੍ਹਾਂ ਦਾ ਖਰਚਾ ਨਹੀਂ ਪੂਰਾ ਹੁੰਦਾ, ਕਿਉਂਕਿ ਇੱਕ ਇਹੋ ਜਿਹਾ ਫਿਰ ਤਰੀਕਾ ਰਹਿ ਜਾਂਦਾ ਆ ਵੀ ਜਿਸ ਦੇ ਤਰੀਕੇ ਨਾਲ ਥੋੜ੍ਹਾ ਕੰਮ ਕਰਕੇ, ਥੋੜ੍ਹੀ ਮਿਹਨਤ ਕਰਕੇ ਵੱਧ ਪੈਸੇ ਕਮਾਏ ਜਾਂਦੇ ਨੇ,
ਉਹ ਵੱਧ ਪੈਸੇ ਕਮਾਉਣ ਦਾ ਤਰੀਕਾ। ਫਿਰ ਜਿਹੜਾ 2 ਨੰਬਰ ਦਾ ਹੀ ਹੁੰਦਾ, 1 ਨੰਬਰ ਦੇ ਵਿੱਚ ਵੱਧ ਪੈਸੇ ਨਾ ਕੋਈ ਦਿੰਦਾ। ਜਿਹੜਾ 1 ਨੰਬਰ ਦੇ ਵਿੱਚ ਤੁਹਾਨੂੰ ਪੈਸੇ ਦਿੰਦੇ ਉਹ ਤੁਹਾਡੀ ਮਿਹਨਤ ਵੀ ਨਹੀਂ ਦਿੰਦੇ। ਇਹਦੇ ਵਿੱਚ ਕਹਿਣ ਵਿੱਚ ਮੈਂ ਕੋਈ ਗੁਰੇਜ਼ ਨਹੀਂ ਕਰੂੰਗਾ, ਕਿਉਂਕਿ ਜਿਹੜੇ ਤੁਹਾਡੀ ਮਿਹਨਤ ਵੀ ਰੱਖਦੇ ਨੇ ਉਹ ਵੀ ਕਿਤੇ ਨਾ ਕਿਤੇ ਪਾਪਾਂ ਦੇ ਭਾਗੀ ਬਣਦੇ ਨੇ। ਕਿਉਂਕਿ ਜੇ ਸਰਕਾਰ ਜੇ ਉਹ ਕੰਮ ਤੁਹਾਡੇ ਕੋਲ ਕਰਵਾਉਂਦੇ ਨੇ ਤਾਂ ਉਹਨਾਂ ਦਾ ਵੀ ਫਰਜ਼ ਵੀ ਬਣਦਾ ਕਿ ਜਿੰਨੀ ਤੁਹਾਡੀ ਮਿਹਨਤ ਹੈ ਉਹ ਤੁਹਾਡੀ ਮਿਹਨਤ ਤੁਹਾਨੂੰ ਦੇ ਦਿੱਤੀ ਜਾਵੇ। ਕਿਉਂਕਿ ਜਿਸ ਹਿਸਾਬ ਨਾਲ ਹਾਲਾਤ ਬਣੇ ਨੇ ਉਹ ਵੀ ਤੁਹਾਡੀ ਮਜਬੂਰੀ ਦਾ ਨਜਾਇਜ਼ ਫਾਇਦਾ ਲੈਂਦੇ ਨੇ। ਕਿਉਂਕਿ ਮਜਬੂਰੀ ਕਿਉਂ ਆ? ਕਿਉਂਕਿ ਰੋਟੀ ਇੱਕ ਆ ਤੇ ਉਹਨੂੰ ਖਾਣ ਵਾਲੇ ਬਹੁਤ ਜ਼ਿਆਦੇ ਨੇ। ਇਸ ਕਰਕੇ ਜ਼ਰੂਰ ਆਓ, ਵੈਲਕਮ ਆ, ਮੋਸਟ ਵੈਲਕਮ ਆ। ਇੰਗਲੈਂਡ ਵਿੱਚ ਆਓ, ਯੂਰਪੀਅਨ ਕੰਟਰੀਆਂ ਦੇ ਵਿੱਚ ਆਓ, ਕੈਨੇਡਾ ਦੇ ਵਿੱਚ ਜਾਓ, ਅਮਰੀਕਾ, ਜਿੱਥੇ ਵੀ ਤੁਹਾਡਾ ਸੂਤ ਲੱਗਦਾ ਉੱਥੇ ਜਾਓ, ਪਰ ਆਪਣਾ ਸੋਚਿਓ, ਵਿਚਾਰਿਓ। ਤੇ ਇਹ ਇੱਕ ਗੱਲ ਜ਼ਰੂਰ ਨੋਟ ਕਰਿਓ ਕਿ ਜਿੱਥੇ ਤੁਸੀਂ ਜਾ ਕੇ ਰਹਿਣਾ ਆ, ਜਿਨ੍ਹਾਂ ਲੋਕਾਂ ਦੇ ਕੋਲ ਰਹਿਣਾ ਆ, ਕਿ ਉਹਨਾਂ ਲੋਕਾਂ ਦੇ ਨਾਲ ਤੁਹਾਡੀ ਭਾਈਚਾਰਕ ਸਾਂਝ ਉਹ ਨਿਭ ਸਕਦੀ ਆ ਜਾਂ ਨਹੀਂ ਸਕਦੀ। ਕਿਉਂਕਿ ਬਹੁਤ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਜਦੋਂ ਪਤਾ ਬੰਦਾ ਕਹਿੰਦਾ ਨਾ ਪੰਜਾਬ ਦੇ ਵਿੱਚ ਜਾਂਦਾ, ਫੋਕੀ ਫੜ ਤਾਂ ਮਾਰ ਦਿੰਦਾ, ਆ ਜਾਈ ਕੋਈ ਚੱਕਰ ਨਹੀਂ, ਸਾਂਭ ਲਾਂਗੇ ਤੈਨੂੰ। ਜਦੋਂ ਸਾਂਭ ਕੇ ਬੰਦੇ ਦਾ ਕਿਤੇ ਕੰਮ ਬਣ ਜਾਂਦਾ ਫਿਰ ਬੰਦਾ ਫੋਨ ਕਰਦਾ ਹੈ, ਪਤਾ ਲੱਗ ਜਾਂਦਾ। ਉਦੋਂ ਫੋਨ ਕਰਦੇ ਆ ਵੀ ਹਾਂਜੀ ਮੇਰਾ ਵੀਜ਼ਾ ਲੱਗ ਗਿਆ, ਮੈਂ ਇੰਨੀ ਤਰੀਕ ਨੂੰ ਆ ਰਿਹਾ, ਤੇ ਉਸ ਤੋਂ ਬਾਅਦ ਜਿਹੜਾ ਉਹ ਫੋਨ ਫਿਰ ਡਿਸਕਨੈਕਟ ਹੋ ਜਾਂਦਾ, ਜਦ ਕਿ ਬਲੌਕ ਮਾਰ ਦਿੱਤਾ ਜਾਂਦਾ ਕਿ ਤੁਹਾਨੂੰ ਇੱਥੇ ਫਿਰ ਸਾਂਭਣ ਵਾਲਾ ਉਹ ਵੀ ਨਹੀਂ ਤੁਹਾਡਾ ਸਾਥ ਦਿੰਦਾ। ਤੇ ਤੁਹਾਡੇ ਉੱਧਰੋਂ ਤੁਹਾਡਾ ਵੀਜ਼ਾ ਵੀ ਲੱਗਿਆ ਹੁੰਦਾ ਹੈ ਤੇ ਟਿਕਟ ਵੀ ਲਈ ਹੁੰਦੀ ਹੈ, ਤੇ ਜਿਹਦੇ ਸਹਾਰੇ ਤੇ ਤੁਸੀਂ ਟਿਕਟ ਲਈ ਹੁੰਦੀ ਆ ਉਹ ਬੰਦਾ ਨਾ ਤਾਂ ਮੋਰੇ ਫੋਨ ਚੱਕਦਾ ਤੇ ਨਾ ਹੀ ਤੁਹਾਨੂੰ ਕੋਈ ਰਿਸਪੌਂਸ ਦਿੰਦਾ। ਇਹੋ ਜਿਹੇ ਹਾਲਾਤ ਬਣ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹਾਲਾਤ ਜਿਹੜੇ ਉਹ ਭਿਆਨਕ ਹੋਣ ਵਾਲੇ ਨੇ। ਕਿਉਂਕਿ ਜਿਸ ਹਿਸਾਬ ਨਾਲ ਬਾਹਰ ਲੋਕਾਂ ਦੇ ਵਿੱਚ ਵਿਚਰਦੇ ਆ, ਲੋਕਾਂ ਦੇ ਵਿੱਚ ਲੰਘਦੇ ਆ, ਲੋਕਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ, ਸਟੂਡੈਂਟ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ, ਘਰਾਂ ਦੀ ਰਿਹਾਇਸ਼ਾਂ ਨੂੰ ਲੈ ਕੇ, ਖਾਣ ਪੀਣ ਦੇ ਸਮਾਨ ਨੂੰ ਲੈ ਕੇ, ਬੇਰੁਜ਼ਗਾਰੀ ਨੂੰ ਲੈ ਕੇ। ਅਸੀਂ ਕਹਿੰਦੇ ਨਾ ਬੇਰੁਜ਼ਗਾਰੀ ਪੰਜਾਬ ਦੇ ਵਿੱਚ ਬਹੁਤ ਹੋ ਗਈ ਆ, ਤੇ ਬੇਰੁਜ਼ਗਾਰੀ ਦੇ ਹਾਲਾਤ ਇੱਥੇ ਵੀ ਪਰਸੈਂਟੇਜ ਕੱਢ ਕੇ ਤੁਸੀਂ ਦੇਖ ਲਿਓ ਕਿ ਇੱਥੇ ਪਰਸੈਂਟੇਜ ਕਿੰਨੀ ਕੁ ਇੰਗਲੈਂਡ ਦੇ ਵਿੱਚ ਜਿਹੜੀ ਆ ਉਹ ਹੋ ਚੁੱਕੀ ਆ ਬੇਰੁਜ਼ਗਾਰੀ ਨੂੰ ਲੈ ਕੇ, ਕਿ ਕੰਮਾਂ ਕਾਰਾਂ ਦੀਆਂ ਪੋਜੀਸ਼ਨਾਂ ਕਿਹੋ ਜਿਹੀਆਂ ਨੇ। ਜੇ ਸੀਟਾਂ ਹੈਗੀਆਂ ਨੇ ਤੇ ਉਹਦੇ ਵਿੱਚ ਤੁਹਾਡੀ ਇੱਕ ਉੱਚ ਡਿਗਰੀ ਹੋਣੀ ਚਾਹੀਦੀ ਹੈ, ਜਿਹਦੇ ਉੱਤੇ ਡਿਗਰੀ ਦੇ ਸਾਰੇ ਤੁਸੀਂ ਆਪਣੀ ਜੌਬਾਂ ਅਪਲਾਈ ਕਰਦੇ। ਪਰ ਇੱਕ ਜੌਬ ਜਿੱਦਾਂ ਸੁਣਦੇ ਹੁੰਦੇ ਨਾ ਪੰਜਾਬ ਦੇ ਵਿੱਚ ਕਿ ਇੱਕ ਨੌਕਰੀ ਨਿਕਲੀ ਹੈ ਤਾਂ ਉਹਦੇ ਵਿੱਚ 2000-3000 ਐਪਲੀਕੇਸ਼ਨਾਂ ਪਈਆਂ ਨੇ, ਤੇ ਇਹ ਹਾਲਾਤ ਇੱਥੇ ਵੀ ਕੁਝ ਇਹੋ ਜਿਹੇ ਹੋਏ ਨੇ। ਇੱਕ ਜੌਬ ਲੈਣ ਦੇ ਲਈ ਕਈ ਜਿਹੜੀਆਂ ਸੈਂਕੜੇ ਐਪਲੀਕੇਸ਼ਨਾਂ ਉਹ ਪਾਈਆਂ ਜਾਂਦੀਆਂ ਨੇ। ਉਹ ਕਿਹਨੂੰ ਸਿਲੈਕਟ ਕਰਨਾ ਹੈ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ। ਇਹੀ ਹਾਲਾਤ ਇੱਥੇ ਘਰਾਂ ਦੇ ਨੇ। ਇੱਕ ਘਰ ਨੂੰ 2 ਬੈਡਰੂਮ ਦੇ ਘਰ ਨੂੰ 52 ਜਾਣੇ ਦੇਖਣ ਜਾਂਦੇ ਨੇ। ਉਹ ਘਰ ਕਿਹਨੂੰ ਮਿਲਣਾ ਇਹ ਉਹਦੀ ਕਿਸਮਤ ਦੇ ਵਿੱਚ ਹੁੰਦਾ ਆ। ਕਿਹਦੇ ਡਾਕੂਮੈਂਟ ਜਿਹੜੇ ਉਹ ਮਕਾਨ ਮਾਲਕ ਨੂੰ ਚੰਗੇ ਲੱਗਣੇ ਤਾਂ ਕਿਹੜੇ ਡਾਕੂਮੈਂਟ ਉਹ ਉਹਨਾਂ ਨੇ ਐਕਸੈਪਟ ਕਰਨੇ ਤਾਂ ਉਹਨੂੰ ਕਰ ਦੇਣਾ। ਬਿਲਕੁਲ ਤੁਸੀਂ ਦੇਖਦੇ ਰਹੋ PBC। ਸਾਨੂੰ ਦਿਓ ਇਜਾਜ਼ਤ, ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ। ਸਾਡੇ ਦੋਨਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।